ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ 'ਤੇ ਸਵਾਗਤ ਕਰਦਾ ਹਾਂ। ਸੋ ਜਿਵੇਂ ਕਿ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਬੁੱਕ ਜੋ ਗਣਿਤ ਵਿਸ਼ੇ ਦੀ ਉਹ ਸੋਲਵ ਕਰਨੀ ਸ਼ੁਰੂ ਕੀਤੀ ਸੀ, ਉਸੇ ਲੜੀ ਤਹਿਤ ਅਸੀਂ ਜਿਵੇਂ ਕਿ ਪਹਿਲਾ ਚੈਪਟਰ ਕਰ ਚੁੱਕੇ ਹਾਂ ਅਤੇ ਦੂਜੇ ਚੈਪਟਰ ਦੀ ਅਸੀਂ 2.1 ਪ੍ਰਸ਼ਨਾਵਲੀ ਕਰ ਚੁੱਕੇ ਸੀ, ਤਾਂ ਹੁਣ ਅਸੀਂ 2.2 ਪ੍ਰਸ਼ਨਾਵਲੀ ਕਰਾਂਗੇ। ਸੋ ਇਹਦੇ ਵਿੱਚ ਸਿਰਫ ਦੋ ਹੀ ਸਮ ਨੇ ਸਾਡੇ ਕੋਲ। ਸੋ ਇਹਦੇ ਵਿੱਚ ਜਿਹੜਾ ਪਹਿਲਾ ਸਮ ਹੈ ਸਾਡੇ ਕੋਲ ਹੈ ਕਿ ਹੇਠਾਂ ਦਿੱਤੇ ਦੋ ਘਾਤੀ ਬਹੁਪਦਾਂ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ। ਠੀਕ ਹੈ। ਸੋ ਥੋੜੀ ਜਿਹੀ ਸਾਨੂੰ ਇਹਦੇ ਬਾਰੇ ਪਹਿਲਾਂ ਰਿਜ਼ਲਟ ਪਤਾ ਹੋਣੇ ਚਾਹੀਦੇ ਆ। ਸੋ ਮੈਂ ਜਿਵੇਂ ਕਿ ਪੁਰਾਣੀ ਵੀਡੀਓ ਦੇ ਵਿੱਚ ਦੋ ਘਾਤੀ ਬਹੁਪਦਾਂ ਬਾਰੇ ਦੱਸਿਆ ਸੀਗਾ ਤੁਹਾਨੂੰ, ਰੇਖੀ ਬਹੁਪਦ ਬਾਰੇ ਦੱਸਿਆ ਸੀ, ਦੋ ਘਾਤੀ ਬਹੁਪਦ ਬਾਰੇ ਦੱਸਿਆ ਸੀ, ਤਿੰਨ ਘਾਤੀ ਬਹੁਪਦ ਬਾਰੇ ਦੱਸਿਆ ਸੀ, ਬਟ ਸਾਡੀ ਮੇਨ ਸਟੱਡੀ ਦੋ ਘਾਤੀ ਬਹੁਪਦ ਤੇ ਆ। ਸੋ ਜੇ ਕਿਸੇ ਨੂੰ ਬਹੁਪਦ ਬਾਰੇ ਜਾਂ ਦੋ ਘਾਤੀ ਬਹੁਪਦ ਕੀ ਹੁੰਦਾ ਵਾ ਉਹਦੇ ਬਾਰੇ ਨਹੀਂ ਪਤਾ ਤਾਂ ਮੇਰੀ ਪੁਰਾਣੀ ਵੀਡੀਓ ਦੇਖ ਸਕਦੇ ਆ, ਤੇ ਉਤੋਂ ਦੇਖ ਕੇ ਫਿਰ ਉਹ ਇਸ ਵੀਡੀਓ ਤੇ ਆ ਜਾਣ। ਸੋ ਠੀਕ ਹੈ। ਸੋ ਅਸੀਂ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਦੋ ਘਾਤੀ ਬਹੁਪਦ ਹੁੰਦਾ ਕੀ ਹੈ, ਸੋ ਥੋੜੀ ਜਿਹੀ ਇਨਫੋਰਮੇਸ਼ਨ ਕਿ ਦੋ ਘਾਤੀ ਜਿਹੜਾ ਬਹੁਪਦ ਹੁੰਦਾ ਹੈ, ਦੋ ਘਾਤੀ ਬਹੁਪਦ ਉਹ ਇਸ ਟਾਈਪ ਦਾ ਹੁੰਦਾ। ਸੋ ਮੈਂ ਸਿੰਪਲੀ ਸ਼ਾਰਟ ਫਾਰਮ 'ਚ ਲਿਖੂੰਗਾ ਕਿ ax ਸਕੇਅਰ ਪਲੱਸ bx ਪਲੱਸ c। ਠੀਕ ਹੈ। ਮਤਲਬ ਇਦਾਂ ਦੀ ਟਾਈਪ ਦੇ ਜਿੱਥੇ a b c ਵਾਸਤਵਿਕ ਸੰਖਿਆਵਾਂ ਹੋਣ, ਵਾਸਤਵਿਕ ਸੰਖਿਆਵਾਂ ਹਨ, ਤੇ ਜਿਹੜਾ a ਆ ਉਹ 0 ਦੇ ਬਰਾਬਰ ਨਹੀਂ ਹੁੰਦਾ। ਸੋ ਉਦਾਹਰਨ ਦੇ ਤੌਰ ਤੇ ਤੁਸੀਂ ਲੈ ਸਕਦੇ ਆ, ਉਦਾਹਰਨ ਜਿਵੇਂ ਕਿ a ਦੀ ਜਗ੍ਹਾ ਤੇ ਕੋਈ ਵਾਸਤਵਿਕ ਸੰਖਿਆ ਲੈ ਲਓ, ਤੁਸੀਂ 2 ਲੈ ਲਓ, ਫਿਰ x ਸਕੇਅਰ ਪਲੱਸ 3 ਲੈ ਲਓ, ਕੱਲਾ x ਲੈ ਲਓ, ਫਿਰ 5 ਲੈ ਲਓ। ਇਹ ਵੀ ਇੱਕ ਦੋ ਘਾਤੀ ਬਹੁਪਦ ਹੈ। ਹੋਰ ਅਸੀਂ ਲੈ ਸਕਦੇ ਹਾਂ, ਜੇ ਮੈਂ a ਦੀ ਜਗ੍ਹਾ ਤੇ 3 ਲੈ ਲਵਾਂ, a ਦੀ ਜਗ੍ਹਾ ਤੇ, b ਦੀ ਜਗ੍ਹਾ ਤੇ -5 ਲੈ ਲਵਾਂ, ਤਾਂ x ਨਾਲ ਆ ਜਾਏਗਾ ਪਲੱਸ 7 ਲੈ ਲਵਾਂ। ਸੋ ਇਹ ਵੀ ਇੱਕ ਦੋ ਘਾਤੀ ਬਹੁਪਦ ਹੈ। ਜੇ ਹੋਰ ਲਈਏ ਤਾਂ ਇਹਦੇ ਵਿੱਚ ਮੇਨ ਕਾਰਨ ਇਹ ਹੁੰਦਾ ਕਿ a ਨਹੀਂ 0 ਲੈਣਾ ਹੁੰਦਾ ਅਸੀਂ। ਸੋ ਮੈਂ a 0 ਨਹੀਂ ਲਿਆ, b ਭਾਵੇਂ ਮੈਂ 0 ਲੈ ਲਵਾਂ, ਸੋ ਮੈਂ ਇੱਥੇ ਸਿੱਧਾ ਹੀ 7 ਲਿਖ ਦੂੰਗਾ। ਸੋ ਇਹਦਾ ਮਤਲਬ ਇੱਥੇ ਇਹਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ 3x ਸਕੇਅਰ ਪਲੱਸ 0x ਪਲੱਸ 7। ਮਤਲਬ ਇੱਥੇ a 3 ਹੋ ਗਿਆ, b 0 ਹੋ ਗਿਆ, ਤੇ c ਜਿਹੜਾ 7 ਹੋ ਗਿਆ। ਜੇ ਮੈਂ ਇਕੱਲਾ ਹੀ ਲਿਖ ਦੇਵਾਂ 7/4x ਸਕੇਅਰ, ਇਹ ਵੀ ਸਾਡੇ ਕੋਲ ਇੱਕ ਤਰੀਕੇ ਦੇ ਨਾਲ ਬਹੁਪਦ ਹੀ ਆ, ਬਟ ਇਹਦੇ ਵਿੱਚ ਇਦਾਂ ਵਾ ਕਿ 7/4x ਸਕੇਅਰ ਪਲੱਸ 0x ਪਲੱਸ 0। ਮਤਲਬ ਕਿ ਸਾਡੇ ਕੋਲ a ਕਿੰਨਾ ਹੋ ਗਿਆ, a ਸਾਡੇ ਕੋਲ 7/4, b ਸਾਡੇ ਕੋਲ 0, c ਸਾਡੇ ਕੋਲ 0। ਸੋ ਇਸ ਤਰੀਕੇ ਨਾਲ ਬਹੁਤ ਸਾਰੇ ਬਹੁਪਦ ਅਸੀਂ ਬਣਾ ਸਕਦੇ ਹਾਂ। ਅਸੀਂ ਕਦੀ ਵੀ a ਨਹੀਂ 0 ਲੈ ਸਕਦੇ। ਠੀਕ ਹੈ। x ਦੇ ਮੂਹਰੇ x ਸਕੇਅਰ ਦੇ ਇਹਨੂੰ ਕਹਿੰਦੇ ਆ x ਸਕੇਅਰ। ਸੋ ਦੂਜੀ ਗੱਲ, ਜੋ ਇੰਗਲਿਸ਼ ਵਾਲਾ ਅੱਖਰ ਹੈ ਇੱਥੇ x ਵਾ। ਠੀਕ ਹੈ। x ਦੀ ਜਗ੍ਹਾ ਤੇ ਕੁਝ ਵੀ ਹੋ ਸਕਦਾ, y ਹੋ ਜਾਵੇ, s ਹੋ ਜਾਵੇ, t ਹੋ ਜਾਵੇ, ਐਨੀਥਿੰਗ ਜੋ ਸਟੇਟਮੈਂਟ ਵਾਲੇ ਯੂਜ਼ ਕਰਨ ਅਸੀਂ ਕਰ ਸਕਦੇ ਹਾਂ। ਠੀਕ ਹੈ। ਸੋ ਉਸ ਤੋਂ ਬਾਅਦ ਅਸੀਂ ਕਰਨਾ ਵਾ ਕਿ ਜੋ ਸਾਡੇ ਸਮ ਦੇ ਵਿੱਚ ਸੀਗਾ ਕਿ ਅਸੀਂ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰਨੀ ਹੈ। ਸੋ ਸੰਬੰਧ ਹੁੰਦੇ ਕੀ ਹੈ, ਸਿਫਰਾਂ ਅਤੇ ਗੁਣਾਂਕਾਂ ਵਿਚਕਾਰ ਸੰਬੰਧ। ਸੋ ਪਹਿਲਾਂ ਤਾਂ ਇਹ ਰਿਜ਼ਲਟ ਦੇਖ ਲਓ, ਫਿਰ ਅਸੀਂ ਜਿੱਦਾਂ ਜਿੱਦਾਂ ਸਿਫਰ ਪੁਰਾਣੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਿਫਰ ਕਿੱਦਾਂ ਪਤਾ ਕਰਦੇ ਆ, ਬਟ ਪਹਿਲਾਂ ਥੋੜਾ ਜਿਹਾ ਅਸੀਂ ਦੇਖ ਲਈਏ ਸਿਫਰ ਬਾਰੇ, ਫਿਰ ਦੁਬਾਰਾ ਇਸ ਵੀਡੀਓ 'ਚ ਵੀ ਅਸੀਂ ਜਾਣਾਂਗੇ ਅਸੀਂ ਸਿਫਰ ਕਿਵੇਂ ਪਤਾ ਕਰ ਸਕਦੇ ਹਾਂ। ਸੋ ਸੰਬੰਧ ਕੀ ਹੈ, ਦੇਖੋ ਸਾਡੇ ਕੋਲ ਦੋ ਘਾਤੀ ਬਹੁਪਦ ਹੁੰਦਾ ਵਾ ਇਸ ਤਰੀਕੇ ਦਾ, ax ਸਕੇਅਰ bx ਪਲੱਸ c। ਇਹ ਦੋ ਘਾਤੀ ਬਹੁਪਦ ਆ। ਹੁਣ ਇਹਦੇ ਵਿੱਚ ਕੁਝ ਚੀਜ਼ਾਂ ਵਾ ਕਿ ਜੇ ਮੈਂ ਕਹਾਂ ਕਿ x ਸਕੇਅਰ ਦਾ ਗੁਣਾਂਕ, ਤਾਂ ਉਹ ਹੁੰਦਾ ਵਾ a, ਜੋ ਆ x ਸਕੇਅਰ ਦੇ ਮੂਹਰੇ ਹੋਊਗਾ। x ਸਕੇਅਰ ਦਾ ਗੁਣਾਂਕ a ਹੁੰਦਾ ਵਾ। ਹੁਣ x ਦਾ ਗੁਣਾਂਕ ਆਏਗਾ ਬਾਅਦ ਦੂਜੇ ਨੰਬਰ ਤੇ, x ਦਾ ਗੁਣਾਂਕ ਉਹ ਸਾਡੇ ਕੋਲ ਕਿੰਨਾ ਆ ਜਾਏਗਾ, b ਆ ਜਾਏਗਾ, ਤੇ ਇੱਕ ਆ ਜਾਊਗਾ ਸਾਡੇ ਕੋਲ ਅਚਲ ਪਦ, ਅਚਲ ਪਦ ਦੈਟ ਇਜ਼ ਇਕੁਅਲ ਟੂ ਸਾਡੇ ਕੋਲ c ਆ ਜਾਏਗਾ। ਕਿੰਨਾ ਆ ਜਾਏਗਾ, c ਆ ਜਾਏਗਾ। ਹੁਣ ਉਦਾਹਰਨ ਦੇ ਤੌਰ ਤੇ ਸਮਝ ਲਓ, ਸਾਡੇ ਕੋਲ ਉਦਾਹਰਨ ਵਾ, ਮੰਨ ਲਓ ਮੈਂ ਦੋ ਘਾਤੀ ਬਹੁਪਦ ਕੋਈ ਲੈ ਲੈਣਾ। ਸਪੋਜ਼ ਕਰੋ ਮੇਰੇ ਕੋਲ ਹੈਗਾ ਵਾ -2x ਸਕੇਅਰ ਪਲੱਸ 7x ਮਾਈਨਸ c।
ਸੋ ਮੇਰੇ ਕੋ x ਸਕੁਅਰ ਦਾ ਗੁਣਾਂਕ ਕਿੰਨਾ ਹੋ ਗਿਆ, ਉਹ ਮੇਰੇ ਕੋ ਹੋ ਗਿਆ -2, ਤੇ ਉਦੋਂ ਬਾਅਦ x ਦਾ ਗੁਣਾਂਕ ਕਿੰਨਾ ਹੋ ਗਿਆ, ਆ ਕੱਲਾ 7, ਜੇ ਇੱਥੇ ਪਲੱਸ ਵਾ ਤਾਂ ਪਲੱਸ ਨਹੀਂ ਪਾਉਣਾ, ਜੇ ਮਾਈਨਸ ਹੁੰਦਾ ਫਿਰ ਅਸੀਂ -7 ਪਾਉਣਾ ਸੀ, ਜਿਵੇਂ ਇੱਥੇ ਮਾਈਨਸ ਸੀਗਾ, ਸੋ ਮੈਂ ਇੱਥੇ 7 ਪਾ ਦੂੰਗਾ। ਠੀਕ ਹੈ, ਫਿਰ ਮੇਰੇ ਕੋ ਅਚਲ ਜਿਹੜਾ ਮੇਰੇ ਕੋ ਆਊਗਾ, ਅਚਲ ਪਦ, ਉਹ ਸਾਡੇ ਕੋ ਜਿਹੜਾ ਵਾ ਉਹ ਸੌਰੀ ਮੈਂ ਇੱਥੇ ਕੋਈ ਲਿਖਿਆ ਨਹੀਂ, ਮੈਂ ਇੱਥੇ ਲਿਖ ਦਿੰਦਾ ਵਾ 8 ਲਿਖ ਦਿੰਦਾ, ਸੋ ਇਹ ਆ ਜਾਊਗਾ -8 ਆ ਜਾਏਗਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੁੰਦੇ ਆ। ਹੁਣ ਮੇਨ ਜੋ ਸੰਬੰਧ ਵਾ, ਹੁਣ ਇਹ ਕੀ ਆ, ਆਹ ਦੋ ਰਿਜ਼ਲਟ ਸਾਡੇ ਕੋਲ ਯਾਦ ਕਰਨ ਵਾਲੇ ਆ। ਇੱਕ ਤਾਂ ਹੁੰਦਾ ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ ਜਿਹੜਾ ਹੁੰਦਾ ਵਾ ਉਹ ਦੋ ਤਰੀਕੇ ਨਾਲ ਅਸੀਂ ਲਿਖਦੇ ਹਾਂ। ਇੱਕ ਤਾਂ ਅਸੀਂ ਲਿਖਦੇ ਹਾਂ ਕਿ ਮਾਈਨਸ, ਅਸੀਂ ਕਹਿੰਦੇ ਹਾਂ ਕਿ x ਦਾ ਗੁਣਾਂਕ, x ਦਾ ਗੁਣਾਂਕ ਬਟਾ x ਸਕੁਅਰ ਦਾ ਗੁਣਾਂਕ, ਇਹ ਸਾਡੇ ਕੋਲ ਪਹਿਲਾ ਜਿਹੜਾ ਵਾ ਕਾਰਨ ਆ। ਹੁਣ ਦੇਖੋ ਜੇ ਮੈਂ ਮੇਨਲੀ ਇੱਕ ਚੀਜ਼ ਹੋਰ ਲਿਖਾਂ ਤੇ ਸਾਡੇ ਕੋਲ ਜੋ x ਦਾ ਗੁਣਾਂਕ ਆ ਉਹ ਕਿੰਨਾ ਵਾ, b ਆ, ਸੋ ਇੱਥੇ ਕਿੰਨਾ ਆ ਜਾਏਗਾ -b ਬਟਾ a। ਇਹ ਰਿਲੇਸ਼ਨ ਤੁਹਾਨੂੰ ਯਾਦ ਕਰਨਾ ਪੈਣਾ, ਠੀਕ ਹੈ। ਇਹ ਪਹਿਲਾ ਰਿਲੇਸ਼ਨ ਆ, ਮਤਲਬ ਸੰਬੰਧ ਕਹਿ ਸਕਦੇ ਅਸੀਂ ਸਿਫਰਾਂ ਅਤੇ ਗੁਣਾਂਕਾਂ ਦੇ ਵਿੱਚ ਪਹਿਲਾ ਸੰਬੰਧ, ਇਹ ਸਿਰਫ ਸਮਝਾਉਣ ਲਈ ਸੀਗਾ। ਹੁਣ ਜਿਹੜਾ ਦੂਜਾ ਸੰਬੰਧ ਵਾ ਸਾਡੇ ਕੋਲ ਹੈਗਾ ਸਿਫਰਾਂ ਦੀ ਗੁਣਾ, ਸਿਫਰਾਂ ਦੀ ਗੁਣਾ ਸਾਡੇ ਕੋਲ ਜਿਹੜੀ ਹੈ ਉਹਨੂੰ ਅਸੀਂ ਲਿਖਦੇ ਹਾਂ ਅਚਲ ਪਦ ਬਟਾ x ਸਕੁਅਰ ਦਾ ਗੁਣਾਂਕ। ਠੀਕ ਹੈ, ਸੋ ਇਹ ਦੋ ਰਿਲੇਸ਼ਨ ਸਾਨੂੰ ਯਾਦ ਹੋਣੇ ਚਾਹੀਦੇ। ਹੁਣ ਅਚਲ ਜਿਹੜਾ ਪਦ ਆ ਸਾਡੇ ਕੋਲ c ਹੁੰਦਾ ਵਾ, ਸੋ c ਬਟਾ x ਸਕੁਅਰ ਦਾ ਗੁਣਾਂਕ ਸਾਡੇ ਕੋਲ ਕਿੰਨਾ ਵਾ, a ਆ। ਠੀਕ ਹੈ, ਸੋ ਇਹ ਸਾਡਾ ਦੂਜਾ ਰਿਲੇਸ਼ਨ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਇਹ ਦੋ ਰਿਲੇਸ਼ਨ ਦੇ ਹਿਸਾਬ ਨਾਲ ਸਾਡਾ ਸਮ ਹੋਣਾ ਪੇਪਰ ਦੇ ਵਿੱਚ। ਇਹ ਸਮ ਹਰ ਸਾਲ ਤਕਰੀਬਨ ਕੋਈ ਸਾਲ ਹੋਊਗਾ ਜਿਹਦੇ ਵਿੱਚ ਇਹ ਨਹੀਂ ਆਇਆ ਹੋਊਗਾ, ਨਹੀਂ ਤਾਂ ਅਦਰਵਾਈਜ਼ ਇਹ ਪੇਪਰ ਦੇ ਵਿੱਚ ਜ਼ਰੂਰ ਆਉਂਦਾ ਵਾ। ਸਾਡੇ ਇਹਦੇ ਵਿੱਚੋਂ 2 ਨੰਬਰ ਦਾ ਸਵਾਲ ਤਾਂ ਸਾਨੂੰ 100% ਆਉਣਾ ਹੀ ਆਉਣਾ। ਠੀਕ ਹੈ, ਸੋ ਇਸ ਐਕਸਰਸਾਈਜ਼ ਦੇ ਵਿੱਚੋਂ ਮੇਬੀ ਉਹ ਪਹਿਲੇ ਸਮ ਚੋਂ ਪਾ ਦੇਵੇ, ਦੂਜੇ ਚੋਂ ਪਾ ਦੇਵੇ, ਬਟ ਤੁਹਾਨੂੰ ਇਹ ਦੋ ਰਿਲੇਸ਼ਨਸ ਤੁਹਾਨੂੰ ਯਾਦ ਹੋਣੇ ਚਾਹੀਦੇ, ਵੈਰੀ ਵੈਰੀ ਇੰਪੋਰਟੈਂਟ। ਸੋ ਠੀਕ ਆ, ਅਸੀਂ ਸਮ ਕਰਦੇ ਹਾਂ, ਨਾਲੇ ਇਹ ਵਾਲੇ ਰਿਜ਼ਲਟ ਲਾਵਾਂਗੇ, ਧਿਆਨ ਨਾਲ ਯਾਦ ਕਰ ਲੈਣਾ। ਸਿਫਰਾਂ ਦਾ ਜੋੜ ਮਾਈਨਸ x ਦਾ ਗੁਣਾਂਕ, x ਸਕੁਅਰ ਦਾ ਗੁਣਾਂਕ ਬਟਾ ਦੇ ਵਿੱਚ, ਫਿਰ ਅਚਲ ਪਦ x ਸਕੁਅਰ ਦਾ ਗੁਣਾਂਕ। ਹੁਣ ਅਚਲ ਪਦ ਕਿਹੜਾ ਹੁੰਦਾ, ਜਿਹਦੇ ਵਿੱਚ ਕੋਈ x ਨਹੀਂ ਹੁੰਦਾ, ਜਿਵੇਂ 5 ਆ ਜਾਂਦਾ ਕਈ ਵਾਰੀ, ਜਿੱਦਾਂ -8 ਆ ਗਿਆ ਤੇ ਮਾਈਨਸ ਲੈ ਲੈਣਾ। ਸੋ ਇਹ ਮੇਰੇ ਹਿਸਾਬ ਨਾਲ ਕਲੀਅਰ ਹੈ, ਤੁਸੀਂ ਧਿਆਨ ਨਾਲ ਜੇ ਨੋਟ ਕਰ ਲਓਗੇ। ਠੀਕ ਹੈ, ਸੋ ਨੈਕਸਟ ਅਸੀਂ ਕਰਦੇ ਹਾਂ। ਸੋ ਸਾਡੇ ਕੋਲ ਫਸਟ ਸਮ ਹੈਗਾ ਵਾ x ਸਕੁਅਰ -2x -8। ਜਿਵੇਂ ਕਿ ਮੈਂ ਪੁਰਾਣੀ ਵੀਡੀਓ 'ਚ ਵੀ ਦੱਸਿਆ ਸੀ ਵੀ ਅਸੀਂ ਕਿਸੇ ਵੀ ਬਹੁਪਦ ਦਾ ਇੱਕ ਨਾਮ ਰੱਖਦੇ ਹਾਂ। ਸੋ ਮੈਂ ਇੱਥੇ ਸ਼ੁਰੂ ਕਰੂੰਗਾ। ਮੇਰੇ ਕੋਲ ਜੋ ਹੈ ਪਹਿਲਾ ਹੱਲ, ਪਹਿਲਾ ਜਿਹੜਾ ਵਾ ਉਹ ਹੱਲ ਸ਼ੁਰੂ ਕਰ ਲੈਂਦੇ ਹਾਂ ਅਸੀਂ। ਹੁਣ ਸਾਡੇ ਕੋਲ ਦੇਖੋ ਧਿਆਨ ਨਾਲ ਕੀ ਆ ਕਿ ਅਸੀਂ ਮੰਨ ਲਵਾਂਗੇ ਕਿ ਮੰਨ ਲਓ ਜਿਹੜਾ px ਹੈ ਸਾਡੇ ਕੋਲ, ਉਹ ਅਸੀਂ ਮੰਨ ਲੈਂਦੇ ਹਾਂ x ਸਕੁਅਰ -2x -8, x ਸਕੁਅਰ -2x -8। ਠੀਕ ਹੈ, ਸੋ ਜੇ ਮੈਂ ਇਹਦੇ ਹਿਸਾਬ ਨਾਲ ਦੇਖ ਲਵਾਂ ਕਿ ਤੁਹਾਡੇ ਕੋਲ ਇੱਕ ਤਰੀਕੇ ਨਾਲ ਇੱਥੇ ਇਹ ਰਫ ਕੰਮ ਲਈ ਮੈਂ ਲਿਖਣ ਲੱਗਾ ਕਿ a ਸਾਡੇ ਕੋਲ ਕਿੰਨਾ ਵਾ, x ਸਕੁਅਰ ਦੇ ਮੋਹਰੇ ਕੁਝ ਵੀ ਨਹੀਂਗਾ, ਸੋ ਸਾਡੇ ਕੋਲ 1 ਵਾ। ਠੀਕ ਹੈ, ਤੇ b ਸਾਡੇ ਕੋਲ ਕਿੰਨਾ ਵਾ, x ਦੇ ਮੋਹਰੇ ਕਿੰਨਾ -2 ਆ ਜਾਏਗਾ। ਠੀਕ ਹੈ, ਸੋ -2 ਆ ਜਾਏਗਾ, ਕਿਉਂਕਿ ਸਾਡੇ ਕੋਲ ਕੀ ਹੁੰਦਾ ਵਾ ax ਸਕੁਅਰ ਪਲੱਸ bx ਤੇ ਪਲੱਸ c। ਠੀਕ ਹੈ, ਸੋ a ਸਾਡੇ ਕੋਲ ਇੱਥੇ ਕੁਝ ਵੀ ਨਹੀਂ ਹੈਗਾ, ਸੋ 1 ਆ ਜਾਏਗਾ, b ਸਾਡੇ ਕੋਲ -2, c ਸਾਡੇ ਕੋਲ -8। ਥੋੜਾ ਔਖਾ ਵੀ ਲੱਗ ਸਕਦਾ, ਬਟ ਜਦੋਂ ਅਸੀਂ ਪਹਿਲਾ ਸਮ ਸਮਝਾਂਗੇ ਫਿਰ ਦੂਜਾ ਸਮਝਾਂਗੇ, ਸਾਨੂੰ ਕਲੀਅਰਲੀ ਸਮਝ ਲੱਗ ਜਾਏਗਾ, ਮੈਂ ਗਰੰਟੀ ਲੈਣਾ। ਸੋ c -8 ਸਾਡੇ ਕੋਲ ਇੱਥੇ ਆ ਜਾਣਾ। ਸੋ ਇਹ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ। ਹੁਣ ਪਹਿਲਾਂ ਤਾਂ ਦੇਖੋ ਸਵਾਲ ਦੇ ਵਿੱਚ ਕੀ ਲਿਖਿਆ, ਕਹਿੰਦਾ ਹੇਠਾਂ ਦਿੱਤੇ ਦੋ ਘਾਤੀ, ਦੇਖੋ ਇੱਕ ਪਹਿਲਾ ਸਵਾਲ ਆ, ਉਹ ਕਹੂਗਾ ਕਿ ਦੋ ਘਾਤੀ ਬਹੁਪਦ ਇਹ ਵਾਲੇ ਦਾ ਸਿਫਰ ਪਤਾ ਕਰੋ। ਪਹਿਲਾ ਪ੍ਰੋਸੈਸ ਆ ਸਿਫਰ ਪਤਾ ਕਰੋ। ਸੋ ਸਿਫਰ ਕਿੱਦਾਂ ਪਤਾ ਕਰ ਸਕਦੇ ਸੀ? ਸੋ ਸਿਫਰ ਪਤਾ ਕਰਨ ਲਈ ਮੈਂ ਦੱਸਿਆ ਸੀ ਵੀ ਅਸੀਂ ਲਿਖਾਂਗੇ ਕਿ ਸਿਫਰ ਪਤਾ ਕਰਨ ਲਈ ਅਸੀਂ ਇੱਥੇ ਲਿਖਾਂਗੇ, ਸਿਫਰ ਪਤਾ ਕਰਨ ਲਈ ਅਸੀਂ ਜਿਹੜਾ ਆ px ਵਾ ਇਹਨੂੰ ਬਰਾਬਰ 0 ਰੱਖ ਦਾਂਗੇ, ਇਹਨੂੰ ਬਰਾਬਰ 0 ਰੱਖਾਂਗੇ ਤਾਂ ਹੁਣ px ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, x ਸਕੁਅਰ -2x -8 ਬਰਾਬਰ 0। ਹੁਣ ਇਹਦਾ ਅਸੀਂ 9ਵੀਂ ਜਮਾਤ ਦੇ ਵਿੱਚ ਇਹਦੇ ਗੁਣਨਖੰਡ ਬਣਾਉਣੇ ਸਿੱਖੇ ਸੀ, ਉਹਦਾ ਪ੍ਰੋਸੈਸ ਵਾ
ਧਿਆਨ ਨਾਲ ਦੇਖਣਾ। ਗੁਣਨਖੰਡ ਬਣਾਉਣੇ ਸਾਨੂੰ ਬਹੁਤ ਜ਼ਰੂਰੀ ਆ 10ਵੀਂ ਜਮਾਤ ਦੇ ਵਿੱਚ, ਧਿਆਨ ਨਾਲ ਸਮਝਣਾ। ਫਿਰ ਸਾਡੇ ਕੋਲ ਚੌਥਾ ਚੈਪਟਰ ਵੀ ਆਊਗਾ, ਉਹਦੇ ਵਿੱਚ ਵੀ ਅਸੀਂ ਗੁਣਨਖੰਡ ਬਣਾਵਾਂਗੇ। ਸੋ ਇੱਥੇ ਸਿੱਖ ਲੈਣੇ। ਸਭ ਤੋਂ ਪਹਿਲਾਂ ਤੁਸੀਂ ਦੇਖਣਾ ਤੁਹਾਡਾ C ਕਿੰਨਾ ਵਾ। ਤੁਹਾਡੇ ਕੋਲ ਇੱਥੇ C ਕਿੰਨਾ ਵਾ, -8। ਫਿਰ ਤੁਸੀਂ ਜਿਹੜਾ x ਸਕੁਏਅਰ ਦੇ ਮੂਹਰੇ 1 ਆ, ਜਿੱਦਾਂ ਇੱਥੇ ਇਹਨੂੰ 1 ਨਾਲ ਮਲਟੀਪਲਾਈ ਕਰਨਾ ਤਾਂ ਤੁਹਾਡੇ ਕੋਲ ਇੱਕ ਡਿਜਿਟ ਆ ਜਾਏਗਾ, ਦੈਟ ਇਜ਼ ਇਕੁਅਲ ਟੂ ਕਿੰਨਾ ਆ ਜਾਏਗਾ, -8। ਕਲੀਅਰ। ਹੁਣ ਜਿਹੜਾ ਇਹ ਤੁਹਾਡੇ ਕੋਲ 8 ਆ ਗਿਆ ਵਾ ਜਾਂ -8 ਆ ਗਿਆ, ਪਰ ਤੁਸੀਂ ਨੈਗੇਟਿਵ ਨਹੀਂ ਦੇਖਣਾ, 8 ਦੇਖਣਾ ਵਾ। ਤੁਸੀਂ 1 ਤੋਂ ਸ਼ੁਰੂ ਕਰ ਦੇਣਾ। 1 ਨੂੰ ਕਿਹਨਾਂ ਗੁਣਾ ਕਰੀਏ ਕਿ 8 ਆ ਜਾਵੇ, 1 ਨੂੰ ਕਰੀਏ 8। 2 ਨੂੰ ਕਿਹਨਾਂ ਗੁਣਾ ਕਰੀਏ ਕਿ 8 ਆ ਜਾਵੇ, 4 ਨਾਲ ਗੁਣਾ ਕਰਾਂਗੇ। 3 ਨੂੰ ਕਿਹਨਾਂ ਗੁਣਾ ਕਰੀਏ ਕਿ 8 ਆ ਜਾਵੇ, ਆਉਣਾ ਹੀ ਨਹੀਂ। ਸੋ ਇਹ ਸਾਡਾ ਇੱਥੇ ਕੈਂਸਲ ਹੋ ਗਿਆ। ਸੋ 4 ਨੂੰ ਕਿਹਨਾਂ ਗੁਣਾ ਕਰੀਏ ਕਿ 8 ਆ ਜਾਵੇ, 2 ਨਾਲ। ਤੁਸੀਂ ਦੇਖੋਗੇ ਸੇਮ ਉਹੀ ਆ ਗਿਆ, 2 4, ਇੱਥੇ 4 8। ਜਦੋਂ ਇਦਾਂ ਸੇਮ ਆ ਜਾਵੇ ਉਦੋਂ ਹੀ ਅਸੀਂ ਰੁਕ ਜਾਣਾ। ਠੀਕ ਹੈ। ਸੇਮ ਕੋਈ ਵੀ ਅੱਖਰ ਹੋਵੇ ਤੁਹਾਡੇ ਕੋਲ, ਜੇ ਮੰਨ ਲਓ 10 ਵਾ, ਤੁਸੀਂ ਇਦਾਂ ਸ਼ੁਰੂ ਕਰ ਲੈਣਾ 1 ਗੁਣਾ 10। ਫਿਰ 2 ਨੂੰ ਕਿਹਨਾਂ ਕਰੋਗੇ 5 ਨਾਲ। ਫਿਰ 3 ਨੂੰ ਕਿਹਨਾਂ ਕਰੋਗੇ, ਆਉਣਾ ਹੀ ਨਹੀਂ। 4 ਨੂੰ ਕਿਹਨਾਂ ਕਰੋਗੇ 10, ਆਉਣਾ ਹੀ ਨਹੀਂ। 5 ਨੂੰ ਕਿਹਨਾਂ ਕਰੋਗੇ 10, 2 ਜਾਂ ਆ ਜਾਏਗਾ। ਤਾਂ ਇੱਥੇ ਤੁਸੀਂ ਰੋਕ ਦੇਣਾ, ਇਹ ਵੀ ਕੱਟ ਦੇਣਾ, ਕਿਉਂਕਿ ਇਹ ਸਾਡੇ ਕੋਲ 2 ਤੇ 5 ਪਹਿਲਾਂ ਹੀ ਹੈਗਾ। ਸੋ ਇਸ ਤਰੀਕੇ ਨਾਲ ਅਸੀਂ ਜਾ ਸਕਦੇ। ਬਟ ਸਾਡੇ ਕੋਲ ਹੁਣ ਸਿਰਫ ਆ 2 ਫੈਕਟਰ ਆਏ ਆ। 1 ਗੁਣਾ 8 ਵੀ 8 ਹੁੰਦਾ ਵਾ ਤੇ 2 ਗੁਣਾ 4 ਵੀ 8 ਹੁੰਦਾ ਵਾ। ਹੁਣ ਇਹਦੇ ਵਿੱਚੋਂ ਅਸੀਂ ਇਹ ਦੇਖਣਾ, ਜਿਹੜਾ ਆ ਵਿਚਲਾ b ਆ, b ਸਾਡੇ ਕੋਲ ਕਿੰਨਾ ਸੀ, -2। ਅਸੀਂ -2 ਬਣਾਉਣਾ ਵਾ। ਕਿੱਦਾਂ ਬਣਾਵਾਂਗੇ, ਦੇਖੋ ਹੁਣ ਜਿਹੜਾ ਆ ਪਹਿਲਾ ਆ ਗਿਆ ਵਾ, ਹੁਣ ਇਹਨਾਂ ਦੋਵਾਂ ਦੇ ਵਿੱਚੋਂ 1 ਲੱਗਣਾ ਵਾ। ਕਿਹੜਾ ਲੱਗੇਗਾ, ਦੇਖੋ 8 ਦੇ ਵਿੱਚ 1 ਜੋੜ ਦਈਏ। ਮੰਨ ਲਓ ਮੈਂ ਪਹਿਲਾਂ ਇਹਨੂੰ ਚੈੱਕ ਕਰਨ ਲੱਗਾ ਵਾਂ। 8 ਦੇ ਵਿੱਚ 1 ਜੋੜ ਦਈਏ, ਸਾਡੇ ਕੋਲ 9 ਬਣ ਜਾਂਦਾ ਵਾ। 8 ਦੇ ਵਿੱਚੋਂ 1 ਘਟਾ ਦਈਏ, ਸਾਡੇ ਕੋਲ 7 ਬਣ ਜਾਂਦਾ ਵਾ। ਪਰ ਸਾਨੂੰ ਕਿੰਨਾ ਬਣਾਉਣਾ ਵਾ ਅਸੀਂ, -2। ਸੋ ਇਹਦਾ ਮਤਲਬ ਇਹਦੇ ਵਿੱਚ ਦੋਨਾਂ ਕੇਸਿਸ ਦੇ ਵਿੱਚ 2 ਤਾਂ ਬਣਿਆ ਨਹੀਂ। -2 ਨੂੰ ਛੱਡੋ, 2 ਨਹੀਂ ਬਣਿਆ। ਸੋ ਅਸੀਂ ਇਹਨੂੰ ਕੈਂਸਲ ਕਰ ਦੇਣਾ। ਹੁਣ ਦੂਜੇ ਦੇ ਵਿੱਚ ਆਵਾਂਗੇ ਅਸੀਂ, 4 ਤੇ 2 ਦੇ ਵਿੱਚ। ਤੁਸੀਂ ਦੇਖੋਗੇ ਕਿ ਜਦੋਂ ਮੈਂ ਇਹਦੇ ਵਿੱਚ 2 ਚ 4 ਜੋੜੂੰਗਾ ਤਾਂ ਮੇਰੇ ਕੋਲ 6 ਆ ਜਾਏਗਾ, ਤੇ 4 ਚੋਂ 2 ਘਟਾਊਂਗਾ ਤੇ ਕਿੰਨਾ ਆ ਜਾਊਗਾ, 2 ਆ ਜਾਏਗਾ। ਪਰ ਮੈਂ ਇੱਥੇ ਕੀ ਬਣਾਉਣਾ ਵਾ, -2। ਜੇ -2 ਬਣਾਉਣਾ ਤਾਂ ਮਤਲਬ ਮੈਂ ਵੱਡੀ ਰਕਮ ਦੇ ਮੂਹਰੇ ਮਾਈਨਸ ਪਾ ਦੂੰਗਾ, ਤਾਂ ਮੇਰੇ ਕੋਲ ਕੀ ਬਣ ਜਾਏਗਾ ਇੱਥੇ, -4 ਜਮਾ 2। ਇਹ ਧਿਆਨ ਰੱਖਣਾ, ਜਦੋਂ ਇੱਕ ਰਕਮ ਮਾਈਨਸ ਦੀ ਹੋਵੇ, ਇੱਕ ਪਲੱਸ ਦੀ ਹੋਵੇ, ਤਾਂ ਅਸੀਂ ਘਟਾਉਣੇ ਹੀ ਆ। 4 ਚੋਂ 2 ਕੱਟੇ ਗਏ 2, ਵੱਡੀ ਰਕਮ ਦੇ ਮੂਹਰੇ ਮਾਈਨਸ ਆ ਤੇ -2 ਬਣ ਜਾਏਗਾ। ਸੋ ਅਸੀਂ ਇਹਨੂੰ ਕਾਪੀ ਕਰ ਲਾਂਗੇ। ਜਿਹੜਾ -4 ਤੇ +2 ਦਾ ਪ੍ਰੋਸੈਸ ਵਾ, ਇਹ ਅਸੀਂ ਇੱਥੇ ਲਿਖਾਂਗੇ। ਅਸੀਂ ਪਹਿਲਾਂ x ਸਕੁਏਅਰ ਉਦਾਂ ਹੀ ਲਿਖ ਦਾਂਗੇ, ਠੀਕ ਹੈ। ਫਿਰ ਦੈਨ ਲਿਖਾਂਗੇ -4 ਜੋ ਸਾਡੇ ਕੋਲ ਬਣਿਆ ਸੀ, ਉਹਦੇ ਨਾਲ ਅਸੀਂ x ਪਾ ਦਾਂਗੇ। ਫਿਰ +2 ਬਣਿਆ ਸੀ, ਅਸੀਂ ਪਾ ਦਾਂਗੇ 2x, ਠੀਕ ਹੈ। ਫਿਰ ਜੋ ਆਹ ਸਾਈਨ ਆ ਸਾਡੇ ਕੋਲ, ਅਸੀਂ ਐਜ਼ ਇਟ ਇਜ਼ ਇਦਾਂ ਹੀ ਲਿਖ ਦਾਂਗੇ। ਪਹਿਲਾਂ ਇਦਾਂ ਹੀ ਲਿਖਣਾ ਵਾ, ਇਹਨੂੰ ਇਦਾਂ ਲਿਖਣਾ, ਇਹਨੂੰ ਅਸੀਂ ਬ੍ਰੇਕ ਕਰਕੇ ਲੱਭਿਆ। ਆਹ ਸਾਡਾ ਪ੍ਰੋਸੈਸ ਆ। ਧਿਆਨ ਨਾਲ ਇੱਕ ਵਾਰੀ ਦੇਖੋਗੇ, ਸੈਕੰਡ ਸਮ ਕਰਾਂਗੇ, ਤੀਜਾ ਸਮ ਕਰਾਂਗੇ ਤਾਂ ਤੁਹਾਨੂੰ ਕਲੀਅਰਲੀ ਸਮਝ ਲੱਗ ਜਾਏਗਾ। ਸੋ ਹੁਣ ਦੇਖੋ ਸਾਡੇ ਕੋਲ 1 ਪਦ, 2 ਪਦ, 3 ਤੇ 4 ਪਦ ਬਣ ਗਏ ਆ। ਹੁਣ ਅਸੀਂ ਇਹਨਾਂ ਵਿੱਚੋਂ 2-2 ਸਿਲੈਕਟ ਕਰ ਲੈਣੇ ਆ। ਮੈਂ ਸਿਰਫ ਸਮਝਾਉਣ ਲਈ ਐਰੋ ਪਾ ਰਿਹਾ, ਤੁਸੀਂ ਨਹੀਂ ਪਾਉਣਾ ਜਦੋਂ ਪ੍ਰੈਜੈਂਟੇਸ਼ਨ ਕਰਨੀ। ਇਹਨਾਂ ਦੋਵਾਂ ਦੇ ਵਿੱਚੋਂ ਅਸੀਂ ਕੀ ਕਾਮਨ ਕੱਢ ਸਕਦੇ ਹਾਂ। ਹੁਣ ਦੇਖੋ ਇਹਦੇ ਵਿੱਚ ਸਾਡੇ ਕੋਲ ਹੈਗਾ ਵਾ x ਸਕੁਏਅਰ ਤੇ -4x। x 2 ਵਾਰੀ, x ਦੀ ਉੱਤੇ 2 ਆ, ਮਤਲਬ x 2 ਵਾਰੀ ਆ। ਇੱਥੇ 4 ਵਾ, 4 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ x। ਹੁਣ ਇਹਦੇ ਵਿੱਚ x ਇਹਦੇ ਵਿੱਚ ਵੀ ਆ, x ਇਹਦੇ ਵਿੱਚ ਵੀ ਆ, ਬਾਕੀ ਕੋਈ ਵੀ ਚੀਜ਼ ਜਿਹੜੀ ਸਾਂਝੀ ਨਹੀਂ ਹੈਗੀ। ਸੋ ਇਹਦਾ ਮਤਲਬ ਸਾਨੂੰ ਇਹਦੇ ਵਿੱਚੋਂ x ਬਾਹਰ ਨਿਕਲ ਜਾਊਗਾ। ਜਦੋਂ x ਬਾਹਰ ਕੱਢ ਲਿਆ, ਜਿਹੜਾ ਮੈਂ ਅੰਡਰਲਾਈਨ ਕੀਤਾ ਵਾ, ਤੇ ਇੱਥੇ ਕੀ ਬਚ ਗਿਆ, ਕੱਲਾ x ਬ੍ਰੈਕਟ ਦੇ ਵਿੱਚ, ਠੀਕ ਹੈ। ਤੇ ਦੈਨ ਮਾਈਨਸ ਆ 2 ਵਾਰੀ 2 ਬਚਿਆ ਸੀ, 2 ਦੂਣੀ 4, ਫਿਰ ਸਾਡਾ -4 ਆ ਜਾਏਗਾ ਇੱਥੇ। ਕਲੀਅਰ। ਸੋ ਜੇ ਤੁਸੀਂ ਇਹ ਸਟੈਪ ਵਧੀਆ ਤਰੀਕੇ ਨਾਲ ਬਣਾ ਲਿਆ ਤੇ ਦੂਜਾ ਸਟੈਪ ਤੁਹਾਡਾ ਈਜ਼ੀ ਆ। ਹੁਣ ਦੇਖੋ ਇਹਦੇ ਵਿੱਚ ਕੀ ਆ, ਤੁਹਾਡੇ ਕੋਲ 2x - 8। ਜਾਂ ਤਾਂ ਤੁਸੀਂ ਇਹਦੇ ਵਿੱਚੋਂ ਵੀ ਕੁਝ ਸਾਂਝਾ ਕੱਢੋ, ਬਟ ਮੈਂ ਇੱਕ ਸਿੰਪਲ ਵੇ ਬਣਾਈ ਆ ਕਿ ਤੁਸੀਂ ਜੇ ਆਹ ਸਹੀ ਬਣਾ ਲਿਆ ਵਾ, ਤੁਸੀਂ ਆ ਜਿਹੜਾ ਥਰਡ ਅੱਖਰ ਵਾ, ਇਹ ਕਿੰਨਾ ਵਾ, +2x, ਠੀਕ ਹੈ। +2x ਜਿਹੜਾ ਥਰਡ ਅੱਖਰ ਵਾ, ਇਹ ਤੁਸੀਂ ਕੰਸੀਡਰ ਕਰਕੇ ਇਹਨੂੰ ਡਿਵਾਈਡ ਕਰਨਾ ਕਿੰਨਾ, ਜਿਹੜਾ ਆਹ ਬਣਾਇਆ ਹੋਊਗਾ ਇਹਦੇ ਵਿੱਚ ਪਹਿਲਾ ਅੱਖਰ ਕਿੰਨਾ ਵਾ, x ਨਾਲ ਮੈਂ ਡਿਵਾਈਡ ਕੀਤਾ, ਮੇਰੇ ਕੋਲ ਕਿੰਨਾ ਬਚ ਗਿਆ, +2। ਸੋ ਮੈਂ ਇੱਥੇ +2 ਪਾ ਦੇਣਾ ਵਾ, ਤੇ ਬਾਕੀ ਆਹ ਚੀਜ਼ ਫੇਰ ਸੇਮ ਇਹਦੇ ਮਗਰ ਪਾ ਦੇਣੀ ਹੈ। ਇੱਥੇ ਜੋ ਇੱਥੇ ਬਣੀ ਹੋਊਗੀ ਉਹੀ ਸੇਮ ਹਮੇਸ਼ਾ ਹੀ ਇੱਥੇ ਆਇਆ ਕਰਨੀ ਆ। ਇਸ ਵੇ ਨਾਲ ਮੈਂ ਸੈਕੰਡ ਪਾਰਟ ਸੋਲਵ ਕਰੂੰਗਾ, ਥਰਡ ਪਾਰਟ ਸੋਲਵ ਕਰੂੰਗਾ। ਤੁਹਾਨੂੰ ਕਲੀਅਰਲੀ ਜੇ ਤੁਸੀਂ ਸਮਝਦੇ ਜਾਓਗੇ ਤਾਂ ਤੁਹਾਨੂੰ ਸਮਝ ਲੱਗ ਜਾਏਗੀ। ਹੁਣ ਦੇਖੋ ਜਿਹੜੀ ਚੀਜ਼ 2 ਵਾਰੀ ਬਣ ਗਈ ਆ, ਜਿਵੇਂ x - 4 2 ਟਾਈਮਸ ਆ, ਸੋ ਮੈਂ x - 4 ਬਾਹਰ ਕੱਢ ਲੂੰਗਾ, ਤਾਂ ਮੇਰੇ ਕੋਲ ਕੀ ਬਚੂਗਾ, x +2 ਜਿਹੜਾ ਬਿਨਾ ਇਹਨਾਂ ਤੋਂ ਸੀਗਾ। ਜੇ ਮੈਂ ਇਹਨੂੰ ਮਿਸ ਕਰ ਦੇਵਾਂ ਤਾਂ ਸਾਡੇ ਕੋਲ ਤੁਸੀਂ ਦੇਖੋਗੇ x +2 ਹੀ ਬਚਦਾ ਵਾ। ਸੋ ਮੈਂ ਉਹਨੂੰ ਵੀ ਇੱਕ ਵੱਖਰੀ ਬ੍ਰੈਕਟ ਦੇ ਵਿੱਚ ਪਾ ਕੇ
इक्वल टू 0 कर दूंगा। हुण देखो एक बारी आ जिहड़ा साइन बन गया इनू बराबर 0 कर दूंगा मैं, विच लाइन पा के एक बारी x जमा 2 बराबर 0 कर दूंगा। ते जे ਅਸੀਂ ਇਹਦੇ ਵਿੱਚੋਂ x ਇੱਕ ਬੰਨੇ ਕਰਨਾ, ਗਿਣਤੀ ਵਾਲੇ ਅੱਖਰ ਇੱਕ ਬੰਨੇ ਕਰਨੇ ਆ। ਸੋ x ਇੱਕ ਬੰਨੇ ਕੀਤਾ, ਇਹ ਬਰਾਬਰ ਦੇ ਉਧਰ ਗਿਆ ਤੇ ਇਹਨੇ ਆਪਣਾ ਸਾਈਨ ਚੇਂਜ ਕਰ ਲੈਣਾ ਵਾ। ਸੋ -4 ਸੀ ਇੱਧਰ +4 ਹੋ ਜਾਏਗਾ। ਸੇਮ ਇੱਧਰ ਆ ਜਾਊਗਾ x ਬਰਾਬਰ 2 ਉਧਰ ਜਾ ਕੇ -2 ਆ ਜਾਊਗਾ। ਸੋ ਇਹ ਸਾਰਾ ਅਸੀਂ ਰਫ ਵਰਕ ਚ ਕਰਨਾ ਵਾ। ਉਮੀਦ ਆ ਕਿ ਤੁਸੀਂ ਲਾਸਟ ਪੇਪਰ ਤੇ ਕਰੋ ਜਾਂ ਕੋਈ ਨਾਲ ਰਫ ਵਰਕ ਪੇਜ ਲੈ ਲਓ, ਸੋ ਉੱਤੇ ਕਰੋ। ਬਾਕੀ ਮੇਨ ਪ੍ਰੈਜੈਂਟੇਸ਼ਨ ਤੁਸੀਂ ਇਸ ਤਰੀਕੇ ਨਾਲ ਜਿਹੜੀ ਕਰਨੀ ਹੈ। ਸੋ ਜਿਹੜੇ ਸਾਡੇ ਕੋਲ ਇਹ 2 ਅੱਖਰ ਆ ਗਏ ਆ, ਇਹ ਸਾਡੇ ਸਿਫਰ ਵਾ। ਠੀਕ ਹੈ, ਸੋ ਅਸੀਂ ਕਵਾਂਗੇ ਸਿਫਰ ਹਨ 4 ਤੇ -2। ਠੀਕ ਹੈ, ਦੇਖੋ ਹੁਣ ਸਾਡਾ ਪਹਿਲਾ ਸਵਾਲ ਸੀਗਾ ਕਿ ਹੇਠਾਂ ਦਿੱਤੇ 2 ਘਾਤੀ ਬਹੁਪਦ ਦੇ ਸਿਫਰ ਪਤਾ ਕਰੋ। ਸਿਫਰ ਅਸੀਂ ਪਤਾ ਕਰ ਚੁੱਕੇ, ਹੁਣ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਜਾਂਚ ਕਰਨੀ ਹੈ। ਸੋ ਜਾਂਚ ਕਿੱਦਾਂ ਕਰਾਂਗੇ ਅਸੀਂ ਦੇਖਣਾ ਧਿਆਨ ਨਾਲ। ਸੋ ਅਸੀਂ ਇੱਥੇ ਹੈਡਿੰਗ ਪਾ ਦਾਂਗੇ ਜਾਂਚ ਦੀ। ਠੀਕ ਹੈ, ਸੋ ਅਸੀਂ ਪਿੱਛੇ ਪਹਿਲਾ ਸੰਬੰਧ ਕੀਤਾ ਸੀ ਕਿ ਸਿਫਰਾਂ ਦਾ ਜੋੜ, ਸਿਫਰਾਂ ਦਾ ਜਿਹੜਾ ਜੋੜ ਹੁੰਦਾ ਵਾ ਉਹ ਕਿਹਦੇ ਬਰਾਬਰ ਹੁੰਦਾ ਵਾ, -x ਦਾ ਗੁਣਾਂਕ ਬਟਾ ਸਾਡੇ ਕੋਲ ਸੀਗਾ x² ਦਾ ਗੁਣਾਂਕ। ਠੀਕ ਹੈ, ਹੁਣ ਗੁਣਾਂਕ ਕੀ ਹੁੰਦਾ ਵਾ, ਜਿਹੜਾ x² ਦੇ ਮੋਰੇ, ਮੈਂ ਪਹਿਲਾਂ ਡਿਟੇਲ ਸਮਝਾਇਆ ਸੀ ਵੀ x² ਦਾ ਗੁਣਾਂਕ, x² ਦੇ ਮੋਰੇ ਕਿਹੜਾ ਅੱਖਰ ਵਾ, ਕੋਈ ਵੀ ਨਹੀਂ। ਸੋ ਇਹਦਾ ਮਤਲਬ x² ਦਾ ਗੁਣਾਂਕ 1 ਵਾ। ਸੋ ਜਿੱਥੇ ਕੁਛ ਵੀ ਨਾ ਹੋਵੇ ਉੱਥੇ ਅਸੀਂ ਕੀ ਪਾ ਦੇਣਾ 1। ਸੋ ਇੱਥੇ ਕੀ ਹੋ ਗਿਆ 1। ਠੀਕ ਹੈ, ਹੁਣ x ਦਾ ਗੁਣਾਂਕ ਕੀ ਹੈ ਸਾਡੇ ਕੋਲ, ਸੇਮ ਦੇਖੋ x ਦਾ ਗੁਣਾਂਕ, x ਦੇ ਅੱਗੇ ਕੀ ਹੈ ਸਾਡੇ ਕੋਲ -2। ਸੋ ਇਸ ਕਰਕੇ ਅਸੀਂ -2 ਪਾ ਦਾਂਗੇ, ਪਰ ਇੱਕ ਪਹਿਲਾਂ ਹੀ ਫਾਰਮੂਲੇ ਦੇ ਵਿੱਚ ਮਾਈਨਸ ਆ। ਠੀਕ ਹੈ, ਸੋ ਫਾਰਮੂਲੇ ਦੇ ਵਿੱਚ ਸਾਡੇ ਕੋਲ ਜਿਹੜੀ ਰਕਮ ਆ ਮੈਂ ਕਲੀਅਰਲੀ ਇੱਥੇ ਲਿਖ ਲੈਣਾ ਕਿ x² - 2x -8 ਵਾ। ਦੇਖੋ ਹੁਣ x ਦਾ ਗੁਣਾਂਕ ਮਤਲਬ x ਦੇ ਮੂਹਰੇ ਕਿੰਨਾ ਵਾ, -2। ਅਸੀਂ -2 ਪਾਤਾ, ਪਰ ਪਹਿਲਾਂ ਹੀ ਫਾਰਮੂਲੇ ਦੇ ਵਿੱਚ ਬਾਹਰ ਮਾਈਨਸ ਆ, ਸੋ ਇੱਕ ਮਾਈਨਸ ਹੋਰ ਆ ਜਾਏਗਾ। ਸੋ ਇਹਨੂੰ ਮੈਂ ਬ੍ਰੈਕਟ 'ਚ ਪਾ ਦੂੰਗਾ। ਸੋ ਇੱਥੇ x² ਦਾ ਗੁਣਾਂਕ ਵਾ, ਸੋ x² ਦੇ ਮੂਹਰੇ ਕੋਈ ਅੱਖਰ ਨਹੀਂ, ਸੋ 1 ਪਾਤਾ। ਠੀਕ ਹੈ, ਹੁਣ ਦੇਖੋ ਸਿਫਰਾਂ ਦਾ ਜੋੜ, ਸਿਫਰ ਕਿੰਨੇ ਆਏ ਸਾਡੇ ਕੋਲ 4 ਤੇ -2। ਸੋ ਇੱਥੇ ਅਸੀਂ ਸਿਫਰਾਂ ਦਾ ਜੋੜ ਕਰ ਦਾਂਗੇ ਜਮਾ -2। 2 ਸਾਈਨ ਇਕੱਠੇ ਨਹੀਂ ਪਾਈ ਦੀ, ਇੱਥੇ ਬ੍ਰੈਕਟ ਪਾ ਲਾਂਗੇ। ਠੀਕ ਹੈ, ਸੋ ਹੁਣ ਤੁਸੀਂ ਦੇਖੋ ਆ ਖੱਬਾ ਬੰਨਾ ਵਾ, ਆ ਸੱਜਾ ਬੰਨਾ ਵਾ। ਤੁਸੀਂ ਇਹਨਾਂ ਨੂੰ ਜਦੋਂ ਹੱਲ ਕਰੋਗੇ 4 ਜਮਾ -2 ਮਤਲਬ ਸਾਡੇ ਕੋਲ 4 ਜਮਾ ਤੇ -2 ਹੋ ਜਾਏਗਾ, ਕਿਉਂਕਿ ਪਲੱਸ ਨੂੰ ਮਾਈਨਸ ਨਾਲ ਅਸੀਂ ਗੁਣਾ ਕਰਦੇ ਹਾਂ, ਬ੍ਰੈਕਟ ਦਾ ਮਤਲਬ ਗੁਣਾ ਹੁੰਦਾ, ਤਾਂ ਇਹ ਮਾਈਨਸ ਆ ਜਾਊਗਾ। ਇੱਧਰਲੇ ਬੰਨੇ ਹੁਣ ਮਾਈਨਸ ਨਾਲ ਗੁਣਾ ਹੋ ਕੇ ਜਮਾ ਬਣ ਜਾਂਦੀ ਹੈ। ਸੋ ਸਾਡੇ ਕੋਲ ਇੱਥੇ ਕੀ ਆ ਜਾਊਗਾ 2, ਥੱਲੇ 1 ਲਿਖਣ ਦੀ ਲੋੜ ਨਹੀਂ। ਜੇ ਲਿਖਣਾ ਤਾਂ ਮਤਲਬ ਜੇ ਥੱਲੇ ਕੋਈ ਹੋਰ ਅੱਖਰ ਹੋਵੇ ਤਾਂ ਅਸੀਂ ਪਾਉਂਦੇ ਹਾਂ। ਸੋ ਇੱਧਰ ਕੱਲਾ +2 ਰਹਿ ਗਿਆ। 4 ਚੋਂ 2 ਕੱਟਾਂਗੇ ਤਾਂ 2 ਆ ਜਾਊਗਾ, ਇਹਦੇ ਮੂਹਰੇ ਕੋਈ ਸਾਈਨ ਨਹੀਂ, ਇਹ ਵੀ ਪਲੱਸ ਦਾ ਹੀ ਹੈ। ਸੋ 2 ਬਰਾਬਰ 2 ਆ ਗਿਆ, ਜੋ ਅਸੀਂ ਲਿਖਾਂਗੇ ਸਹੀ ਹੈ। ਠੀਕ ਹੈ, ਜੇ ਸਹੀ ਹੈ ਇਹਦਾ ਮਤਲਬ ਜਾਂਚ ਸਾਡੀ ਹੋ ਗਈ ਹੈ, ਇੱਕ ਸੰਬੰਧ ਦੀ ਸਾਡੀ ਜਾਂਚ ਹੋ ਗਈ। ਦੂਜਾ ਸਾਡਾ ਸੀਗਾ ਕਿ ਸਿਫਰਾਂ ਦੀ ਗੁਣਾ, ਸਿਫਰਾਂ ਦੀ ਗੁਣਾ। ਸੋ ਇਹਦਾ ਸੀਗਾ ਅਚਲ ਪਦ ਬਟਾ x² ਦਾ ਗੁਣਾਂਕ। ਦੇਖੋ ਹੁਣ ਇਧਰਲੇ ਬੰਨੇ ਹੈਗੀ ਸਿਫਰਾਂ ਦੀ ਗੁਣਾ। ਸਿਫਰ ਸਾਡੇ ਕੋਲ ਕਿੰਨੇ ਸੀ 4 ਤੇ -2। ਮੈਂ ਇਧਰ ਦੋਨਾਂ ਦੀ ਗੁਣਾ ਕਰ ਦੂੰਗਾ, ਬਰਾਬਰ ਆ ਜਾਏਗਾ। ਹੁਣ ਅਚਲ ਪਦ ਸਾਡੇ ਕੋਲ ਕਿੰਨਾ ਸੀ -8। ਅਚਲ ਪਦ ਸਾਡੇ ਕੋਲ ਕਿੰਨਾ -8 ਤੇ x² ਦਾ ਗੁਣਾ ਅਗੇਨ 1 ਵਾ। ਸੋ ਅਸੀਂ ਦੇਖਾਂਗੇ 4 ਨੂੰ 2 ਨਾਲ ਗੁਣਾ ਕੀਤਾ 8 ਆ ਜਾਊਗਾ, ਪਰ ਇੱਥੇ ਮਾਈਨਸ ਆ, ਸੋ ਮਾਈਨਸ ਆ, ਕਿਉਂਕਿ ਪਲੱਸ ਮਾਈਨਸ ਨਾਲ ਗੁਣਾ ਹੋ ਕੇ ਮਾਈਨਸ ਆ ਜਾਂਦਾ। ਸੋ ਸਾਡੇ ਕੋਲ -8 ਬਰਾਬਰ -8 ਆ ਗਿਆ, ਜੋ ਜਿਹੜਾ ਕਿ ਸੱਚ ਹੈ ਜਾਂ ਸਹੀ ਹੈ। ਸੋ ਜਾਂਚ ਜਿਹੜੀ ਆ ਸਾਡੀ ਜਾਂ ਜਾਂਚ ਲਿਖ ਸਕਦੇ ਸੀ, ਜਾਂਚ ਹੋ ਗਈ ਹੈ। ਸੋ ਇੱਥੇ ਤੱਕ ਸਾਡਾ ਜਿਹੜਾ ਸਵਾਲ ਆ ਸੌਰੀ ਸੋ ਅਸੀਂ ਲਿਖਾਂਗੇ ਜਾਂਚ ਹੋ ਗਈ ਹੈ ਕਲੀਅਰਲੀ। ਸੋ ਇਹ ਸਾਡਾ ਫਸਟ ਸਮ ਬਣਦਾ ਵਾ ਕਲੀਅਰਲੀ। ਜੇ ਇਦਾਂ ਹੀ ਅਸੀਂ ਨੈਕਸਟ ਸੈਕਿੰਡ ਪਾਰਟ ਕਰਾਂਗੇ ਤਾਂ ਸਾਨੂੰ ਕਲੀਅਰਲੀ ਜਿਹੜਾ ਉਹ ਸਮਝ ਆ ਗਿਆ। ਸੋ ਅਸੀਂ ਅਗਲਾ ਸਮ ਕਰਦੇ ਹਾਂ। ਸੋ ਸੈਕਿੰਡ ਸਮ ਸਾਡੇ ਕੋਲ ਹੈ ਜਿਹੜਾ ਪਹਿਲੇ ਦਾ ਸੈਕਿੰਡ ਪਾਰਟ ਸਾਡੇ ਕੋਲ ਹੈ। ਅਗੇਨ ਅਸੀਂ ਮੰਨ ਲਾਂਗੇ ਕਿ ਮੰਨ ਲਓ ਸਾਡੇ ਕੋਲ ਕੀ ਆ 4s² - 4s ਜਮਾ 1। ਸੋ ਅਸੀਂ ਲਿਖਾਂਗੇ ਅਸੀਂ px ਨਹੀਂ ਮੰਨਾਂਗੇ, ਹੁਣ ps ਮੰਨ ਲਾਂਗੇ। ਸਾਡੇ ਕੋਲ ਆ ਜਾਊਗਾ 4s² - 4s, ਠੀਕ ਹੈ, +1। ਸੋ ਠੀਕ ਹੈ, ਸੇਮ ਸਾਡੇ ਕੋਲ ਰਕਮ ਆ ਗਈ ਇਸੇ ਤਰੀਕੇ ਨਾਲ ਹੀ। ਸੋ ਸੇਮ ਉਸੇ ਵੇ ਨਾਲ ਅਸੀਂ ਸੋਲਵ ਕਰਨਾ ਸ਼ੁਰੂ ਕਰਾਂਗੇ। ਸਿਫਰ ਪਤਾ ਕਰਨ ਲਈ ਅਸੀਂ ps ਨੂੰ ਬਰਾਬਰ ਕੀ ਕਰ ਦਾਂਗੇ 0
ਜਦੋਂ ਅਸੀਂ ਇਹਨੂੰ ਬਰਾਬਰ 0 ਕਰਤਾ ਤਾਂ ਸਾਡੇ ਕੋਲ ਆ ਜਾਏਗਾ 4s ਸਕੁਅਰ ਮਾਈਨਸ 4s ਜਮਾ 1 ਬਰਾਬਰ 0। ਸੋ ਅਗੇਨ ਉਹੀ ਕੀ ਪ੍ਰੋਸੈਸ ਦੱਸਿਆ ਸੀ ਕਿ ਜੋ ਵੀ ਇੱਥੇ x ਸਕੁਅਰ ਸੀਗਾ ਇਹਦੇ ਮੂਹਰੇ ਕਿੰਨਾ ਵਾ 4, ਇਹਨੂੰ ਅਸੀਂ ਆ ਜਿਹੜਾ ਅਚਲ ਪਦ ਵਾ ਸਾਡਾ ਜਮਾ 1 ਇਹਨਾਂ ਗੁਣਾ ਕੀਤਾ, ਸਾਡੇ ਕੋਲ ਕਿੰਨਾ ਆ ਗਿਆ 4 ਆ ਗਿਆ। ਹੁਣ ਜਿਹੜਾ 4 ਬਣਿਆ ਵਾ ਉੱਥੇ ਸਾਡੇ ਕੋਲ -8 ਬਣਿਆ ਸੀ ਪਰ ਹੁਣ 4 ਬਣਿਆ ਵਾ। ਹੁਣ 4 ਦਾ 1 ਨੂੰ ਕਿਹਨਾਂ ਗੁਣਾ ਕਰਾਂਗੇ 4 ਬਣ ਜਾਊਗਾ 4, 2 ਨੂੰ ਕਿਹਨਾਂ ਗੁਣਾ ਕਰਾਂਗੇ 4 ਬਣ ਜਾਊਗਾ 2 ਨਾ, 3 ਨੂੰ ਕਿਹਨਾਂ ਗੁਣਾ ਕਰਾਂਗੇ 4 ਬਣ ਜਾਊਗਾ ਨਹੀਂ ਬਣਨਾ, ਸੋ ਇੱਕ ਕੈਂਸਲ। 4 ਨੂੰ ਕਿਹਨਾਂ ਗੁਣਾ ਕਰਾਂਗੇ 4 ਬਣ ਜਾਊਗਾ, ਸੋ ਇੱਕ ਨਾਲ ਤੁਸੀਂ ਦੇਖੋ ਇਹ 4 ਤੇ 1 ਸਾਡਾ ਇਹਦੇ ਨਾਲ ਬਣ ਗਿਆ। ਸੋ ਇਹ 4 ਤੇ 1 ਤੇ 1 ਤੇ 4 ਇੱਥੇ ਅਸੀਂ ਕੈਂਸਲ ਕਰ ਦੇਣਾ, ਸਾਡੇ ਕੋਲ ਆਹੀ 2 ਬਣੇ ਆ। ਸੋ ਇਹਨਾਂ ਦੋਵਾਂ ਦੇ ਵਿੱਚ ਅਸੀਂ ਇਹ ਦੇਖਣਾ ਕਿ ਹੁਣ ਆਹ ਜਿਹੜਾ ਵਿਚਲਾ ਅੱਖਰ ਵਾ ਇਹਨੂੰ ਤੇ ਇਹਨੂੰ ਪਹਿਲਾਂ ਪੁੱਛ ਲਿਆ ਸੀ, ਹੁਣ ਆਹ ਵਿਚਲਾ ਅੱਖਰ ਜਿਹੜਾ -4 ਆ ਇਹ ਕਦੋਂ ਬਣਦਾ ਦੇਖੋ। ਪਹਿਲਾਂ ਮੈਂ ਇਹਦੇ ਵਿੱਚ ਇਹ ਜੋੜ ਕੇ ਦੇਖੂੰਗਾ, ਮੈਂ ਕਹੂੰਗਾ 1 ਜਮਾ 4 5 ਬਣ ਗਿਆ, 4 ਚੋਂ 1 ਘਟਾਊਂਗਾ ਤਾਂ ਮੇਰੇ ਕੋਲ 3 ਬਣ ਗਿਆ, ਜਿਹੜਾ ਕਿ ਮੇਰੇ ਕੋਲ -4 ਨਹੀਂ ਬਣਿਆ। ਸੋ ਇਹ ਜਿਹੜਾ ਮੇਰੇ ਕੋਲ ਕੈਂਸਲ ਹੋ ਗਿਆ। ਹੁਣ ਰਹਿ ਗਿਆ 2 ਤੇ 2, ਹੁਣ 2 ਦੇ ਵਿੱਚ 2 ਜੋੜ ਦੂੰਗੇ ਤੇ ਸਾਡੇ ਕੋਲ ਕਿੰਨਾ ਬਣ ਜਾਊਗਾ 4, ਇਹਦਾ ਮਤਲਬ 4 ਬਣ ਗਿਆ, ਪਰ ਸਾਨੂੰ ਚਾਹੀਦਾ -4। ਸੋ ਇਸ ਕਰਕੇ ਸਾਨੂੰ ਇਹਨਾਂ ਦੋਨਾਂ ਅੱਖਰਾਂ ਦੇ ਮੂਹਰੇ ਮਾਈਨਸ ਪਾਉਣਾ ਪੈਣਾ, ਕਿਉਂਕਿ ਜਦੋਂ ਦੋਨੇ ਮਾਈਨਸ ਦੇ ਹੋਣ ਉਦੋਂ ਵੀ ਜੁੜ ਜਾਂਦੇ ਹੁੰਦੇ ਆ। 2 ਤੇ 2 ਕਿੰਨਾ ਹੋ ਜਾਏਗਾ -4 ਬਣ ਜਾਏਗਾ। ਕਲੀਅਰ ਹੈ। ਸੋ ਹੁਣ ਮੈਂ ਆਹ ਵਾਲੀ ਫੋਲੋ ਕਰੂੰਗਾ ਕਿ -2 ਮੈਂ ਇੱਥੇ ਲਿਖੂੰਗਾ 4s ਸਕੁਅਰ। ਹੁਣ ਜਿਹੜਾ -2 ਬਣਿਆ ਪਹਿਲਾਂ ਲਿਖੂੰਗਾ -2, ਉੱਥੇ x ਸੀਗਾ ਤੇ x ਲਿਖਿਆ ਸੀ, ਹੁਣ ਮੈਂ s ਲਿਖੂੰਗਾ, ਫਿਰ -2s, ਠੀਕ ਹੈ, ਪਲੱਸ 1 ਬਰਾਬਰ 4। ਸਾਡਾ ਇੱਥੋਂ ਸਹੀ ਜਾਣਾ ਚਾਹੀਦਾ ਕਿ -2 -4 ਹੁੰਦਾ। ਸੋ ਇਹ ਸਾਡਾ ਸਟੈਪ ਅਗੇਨ ਫਿਰ ਉਹੀ ਬਣਾਉਣਾ ਨਹੀਂ ਹੈਗਾ, ਬਟ ਸਮਝਾਉਣ ਲਈ ਕਿ ਇਹਨਾਂ ਵਿੱਚੋਂ ਅਸੀਂ ਕੀ ਕਾਮਨ ਕੱਢ ਸਕਦੇ ਹਾਂ, ਸਾਂਝਾ ਕੱਢਣਾ ਸੀ ਇਹਦੇ ਵਿੱਚ। ਦੇਖੋ s ਇਹਦੇ ਵਿੱਚ 1 ਵਾਰੀ ਹੈ, s 2 ਵਾਰੀ ਹੈ, 1 ਤੇ s ਬਾਹਰ ਆ ਜਾਏਗਾ। ਹੁਣ ਜਿਹੜਾ 4 ਤੇ 2 ਆ, 4 ਦੇ ਵਿੱਚ 4s ਸਕੁਅਰ -2s, ਸਾਡੇ ਕੋਲ ਹੈ 2 ਗੁਣਾ 2 ਤੇ s ਗੁਣਾ s, ਇੱਧਰ ਹੈ 2 ਗੁਣਾ s। ਤੁਸੀਂ ਦੇਖੋ ਇੱਕ ਤਾਂ 2 ਕਾਮਨ ਆ ਗਿਆ ਸਾਂਝਾ ਵਾ, ਤੇ ਇੱਕ s ਸਾਂਝੀ ਹੈ, ਤੇ ਜਦੋਂ ਅਸੀਂ 2s ਬਾਹਰ ਕੱਢ ਲਿਆ ਸਾਡੇ ਕੋਲ ਅੰਦਰ ਕਿੰਨਾ ਬਚਿਆ 1 2 1 s, ਸੋ ਅੰਦਰ ਵੀ 2s ਬਚਿਆ, ਤੇ ਇੱਧਰ ਕੁਛ ਵੀ ਨਹੀਂ ਬਚਿਆ, ਸੋ ਉਹ ਅਸੀਂ 1 ਕਹਿ ਦਾਂਗੇ। ਠੀਕ ਹੈ। ਸੋ ਅਗਲਾ ਸਟੈਪ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ ਤੀਜਾ ਅੱਖਰ ਵਾ ਇਹ ਅਸੀਂ ਕੰਸੀਡਰ ਕਰ ਲੈਣਾ, ਬਟਾ ਅਸੀਂ ਕੀ ਕਰ ਦੇਣਾ, ਜਿਹੜਾ ਆਹ ਜੇ ਅਸੀਂ ਸਹੀ ਬਣਾਇਆ ਵਾ ਇਹਦਾ ਪਹਿਲਾ ਅੱਖਰ ਅਸੀਂ 2s ਨੀਚੇ ਪਾਵਾਂਗੇ ਤਾਂ ਸਾਡਾ s ਨਾਲ s ਕੱਟਿਆ ਜਾਊਗਾ, 2 ਨਾਲ 2 ਕੱਟਿਆ ਜਾਊਗਾ, ਕੁਛ ਵੀ ਨਹੀਂ ਬਚਿਆ, ਇਹਦਾ ਮਤਲਬ 1 ਬਚਿਆ -1। ਸੋ ਅਸੀਂ ਇੱਥੇ ਲਿਖ ਦਾਂਗੇ -1, ਤੇ ਜੋ ਆਹ ਬਣਿਆ ਵਾ ਇਹ ਸੇਮ ਇੱਥੇ ਰਿਪੀਟ ਕਰ ਦੇਣਾ। ਕਲੀਅਰਲੀ ਤੁਹਾਨੂੰ ਇਹ ਸੌਖੇ ਤਰੀਕੇ ਨਾਲ ਆ ਜਾਏਗਾ। ਹੁਣ ਜਿਹੜੀ ਚੀਜ਼ 2 ਵਾਰੀ ਬਣ ਗਈ ਆ ਉਹਨੂੰ 1 ਵਾਰੀ ਲਿਖ ਦੇਣਾ, ਤੇ ਬਾਕੀ ਇਹਨਾਂ ਨੂੰ ਛੱਡ ਕੇ ਇਹਨਾਂ ਦੋਨਾਂ ਨੂੰ ਕੀ ਬਚਦਾ 2s -1। ਤੁਸੀਂ ਦੇਖੋਗੇ ਇਹ ਸਾਡੇ ਕੋਲ ਦੋਨੇ ਚੀਜ਼ਾਂ ਸੇਮ ਬਣ ਜਾਣੀਆਂ। ਇੱਕ ਵਾਰੀ ਇਹਨੂੰ ਬਰਾਬਰ 0 ਕਰ ਦੇਣਾ ਸੀ, ਇੱਕ ਵਾਰੀ ਅਗਲੇ ਨੂੰ ਬਰਾਬਰ 0 ਕਰ ਦੇਣਾ। ਸੋ ਜਦੋਂ ਕਰਤਾ ਪਹਿਲਾਂ s ਵਾਲੀਆਂ ਇੱਕ ਬੰਨੇ ਰੱਖਣੀਆਂ। ਹੁਣ ਦੇਖੋ ਇੱਧਰ 2s ਵਾ, ਪਹਿਲਾਂ ਗਿਣਤੀ ਵਾਲਾ ਅੱਖਰ ਉਧਰ ਲੈ ਕੇ ਜਾਵਾਂਗੇ, ਸਾਡੇ ਕੋਲ 1 ਬਰਾਬਰ 2s ਆ ਜਾਏਗਾ। ਹੁਣ ਜੇ s ਦੇ ਨਾਲ ਕੁਝ ਹੈਗਾ ਵਾ ਤਾਂ ਇਹ ਉਹਦੇ ਵਿੱਚ ਤਕਸੀਮ ਹੋ ਜਾਣਾ ਵਾ। ਸੋ ਅਸੀਂ ਲਿਖਾਂਗੇ s ਬਰਾਬਰ 1/2। ਸੇਮ ਇੱਧਰ ਆ ਜਾਊਗਾ s ਬਰਾਬਰ 1, ਪਹਿਲਾਂ ਉਧਰ ਜਾਏਗਾ, ਫਿਰ s ਕਿੰਨਾ ਆ ਜਾਏਗਾ 1/2। ਸੋ ਸਾਡੇ ਕੋਲ ਜਿਹੜੇ ਸਿਫਰ ਹਨ, ਸਾਡੇ ਕੋਲ ਸਿਫਰ ਆ ਜਾਣਗੇ 1/2 ਤੇ 1/2। ਸਾਡੇ ਕੋਲ 2 ਸਿਫਰ ਆ ਗਏ। ਜੇ ਇਸ ਬਹੁਪਦ ਦੀ ਘਾਤ 2 ਆ, ਠੀਕ ਆ, ਪੁਰਾਣੀ ਵੀਡੀਓ ਜਿਸ ਦੱਸੇ ਘਾਤ ਕੀ ਹੁੰਦਾ ਵਾ, ਕਿਸੇ ਵੀ ਚੱਲ ਦੀ, ਮਤਲਬ ਜੋ ਇੰਗਲਿਸ਼ ਵਾਲਾ ਅੱਖਰ ਹੁੰਦਾ ਉਹਦੀ ਸਭ ਤੋਂ ਵੱਡੀ ਘਾਤ, ਉਹ ਸਾਡੀ ਇਹਦੀ ਘਾਤ ਹੁੰਦੀ ਹੈ, ਤੇ ਉਨੇ ਸਿਫਰ ਹੁੰਦੇ ਆ, ਤੇ ਸਾਡੇ 2 ਸਿਫਰ ਆਏ ਆ। ਠੀਕ ਹੈ। ਹੁਣ ਅਸੀਂ ਸੰਬੰਧਾਂ ਦੀ ਜਿਹੜੀ ਜਾਂਚ ਕਰਨੀ ਹੈ, ਸੋ ਜਾਂਚ ਸ਼ੁਰੂ ਕਰਾਂਗੇ ਅਸੀਂ। ਪਹਿਲਾਂ ਸੀਗਾ ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ ਬਰਾਬਰ ਕਿੰਨਾ ਹੁੰਦਾ ਵਾ -x ਦਾ ਗੁਣਾਕ। ਠੀਕ ਹੈ, ਮਾਈਨਸ ਧਿਆਨ ਨਾਲ, x ਦਾ ਗੁਣਾਕ ਬਟਾ x ਸਕੁਅਰ ਦਾ ਗੁਣਾਕ। ਠੀਕ ਹੈ। ਹੁਣ ਦੇਖੋ ਸਾਡੇ ਕੋਲ ਰਕਮ ਜਿਹੜੀ ਸੀਗੀ ਉਹ ਸੀਗੀ 4s ਸਕੁਅਰ -4s + 1। ਦੇਖੋ ਮੈਂ ਇੱਥੇ x ਨਾਲ ਹੀ ਫਾਰਮੂਲਾ ਲਾਤਾ, ਇਹ ਮੇਰੇ ਕੋਲ ਵੀ ਗਲਤੀ ਹੋ ਗਈ, ਤੁਹਾਡੇ ਕੋਲ ਵੀ ਹੋ ਜਾਣੀ। ਜੇ ਸਾਡੀ ਰਕਮ s ਦੇ ਵਿੱਚ ਵਾ ਤਾਂ ਅਸੀਂ ਇੱਥੇ ਲਿਖਣਾ s ਦਾ ਗੁਣਾਕ, ਤੇ ਇੱਥੇ ਲਿਖਣਾ s ਸਕੁਅਰ ਦਾ ਗੁਣਾਕ। ਇਹ ਧਿਆਨ ਰੱਖਣਾ ਹਮੇਸ਼ਾ, ਨੰਬਰ ਕੱਟੇ ਜਾ ਸਕਦੇ ਇਹਦੇ। ਸੋ s ਦਾ ਗੁਣਾਕ ਮਤਲਬ s ਦੇ ਮੂਹਰੇ ਕੀ ਹੈ, s ਦੇ ਮੂਹਰੇ ਕਿੰਨਾ -4। ਸੋ ਮੈਂ ਇੱਥੇ ਲਿਖ ਦੂੰਗਾ ਪਹਿਲਾਂ ਹੀ ਇੱਕ ਮਾਈਨਸ ਆ, ਤੇ ਇੱਕ s ਦਾ ਕੀ ਆ ਜਾਊਗਾ -4। ਠੀਕ ਹੈ, ਬਟਾ ਸਾਡੇ ਕੋਲ ਆ ਜਾਊਗਾ s ਸਕੁਅਰ ਦਾ ਗੁਣਾਕ। ਹੁਣ s ਸਕੁਅਰ ਦਾ ਗੁਣਾਕ ਕਿੰਨਾ ਵਾ 4। ਠੀਕ ਹੈ। ਸੋ ਸਿਫਰਾਂ ਦਾ ਜੋੜ, ਹੁਣ ਇਹਨਾਂ ਦੋਵਾਂ ਨੂੰ ਅਸੀਂ ਜੋੜਾਂਗੇ।
ਇੱਧਰ ਆ ਜਾਊਗਾ 1/2 ਜਮਾ 1/2। ਦੇਖੋ ਹੁਣ ਕਈ ਵਾਰੀ ਸਮਟਾਈਮ ਸਾਨੂੰ ਜਿਹੜੀਆਂ ਬਟਿਆਂ ਵਾਲੀਆਂ ਰਕਮਾਂ ਉਹਨਾਂ ਨੂੰ ਜੋੜਨਾ ਔਖਾ ਲੱਗਦਾ ਹੁੰਦਾ, ਪਰ ਮੈਂ ਤੁਹਾਨੂੰ ਸਿੰਪਲ ਤਰੀਕਾ ਦੱਸ ਦਿੰਦਾ। ਤੁਸੀਂ ਇਹਨੂੰ ਇਹਨਾਂ ਗੁਣਾ ਕਰ ਦਿਓ, 2 ਆ ਜਾਊਗਾ, ਇਹਨੂੰ ਇਹਨਾਂ ਗੁਣਾ ਕਰ ਦਿਓ, ਉੱਪਰ ਪਲੱਸ 2 ਆ ਜਾਊਗਾ, ਤੇ ਨੀਚੇ ਤੁਸੀਂ ਇਹਨਾਂ ਦੋਨਾਂ ਨੂੰ ਗੁਣਾ ਕਰਕੇ 2 ਦੂਣੀ 4 ਆ ਜਾਏਗਾ। ਠੀਕ ਹੈ, ਬਰਾਬਰ ਆ ਜਾਏਗਾ ਇੱਧਰੋਂ। ਹੁਣ ਦੇਖੋ ਇਹ 4 ਵਾ, ਮਾਈਨਸ ਮਾਈਨਸ ਨਾਲ ਗੁਣਾ ਹੋ ਕੇ ਪਲੱਸ ਹੋ ਜਾਏਗਾ। ਸਾਡੇ ਕੋਲ ਕਿੰਨਾ ਆ ਜਾਊਗਾ 4/4। ਇਹ ਸਾਡਾ ਕੈਂਸਲ ਹੋ ਗਿਆ, 4 ਦੇ ਇੱਕੋ ਪਹਾੜੇ ਤੇ ਕੱਟਿਆ ਗਿਆ, 1 ਤੇ 1 ਕਿਸੇ ਸੇਮ ਪਹਾੜੇ ਤੇ ਕੱਟ ਸਕਦੇ। ਹੁਣ ਇੱਧਰ ਵੀ ਦੇਖੋ ਤੁਸੀਂ 2 ਜਮਾ 2 ਕਿੰਨਾ ਆ ਗਿਆ ਸਾਡੇ ਕੋਲ 4/4। ਸੋ ਇਹ ਵੀ ਕੱਟ ਕੇ 1 ਬਣ ਗਿਆ। ਸੋ 1 1 ਬਰਾਬਰ 1 ਸਾਡੇ ਕੋਲ ਆ ਗਿਆ, 1 ਬਰਾਬਰ 1 ਜੋ ਕਿ ਸਹੀ ਹੈ। ਸੋ ਪਹਿਲਾ ਰਿਲੇਸ਼ਨ ਜਿਹੜਾ ਸਾਡਾ ਉਹ ਪ੍ਰੂਫ ਹੋ ਗਿਆ ਇੱਥੇ ਤੱਕ। ਠੀਕ ਹੈ, ਹੁਣ ਦੂਜਾ ਕੀ ਹੈ ਸਾਡੇ ਕੋਲ? ਦੂਜਾ ਰਿਲੇਸ਼ਨ ਕੀ ਸੀਗਾ? ਸਿਫਰਾਂ ਦੀ ਗੁਣਾ। ਸਿਫਰਾਂ ਦੀ ਗੁਣਾ। ਗੁਣਾ ਕਿੰਨਾ ਸੀ ਸਾਡੇ ਕੋਲ? ਅਚਲ ਪਦ ਬਟਾ ਐਸ ਸਕੇਅਰ ਦਾ, ਸੌਰੀ ਐਸ ਸਕੇਅਰ ਦਾ। ਇਹ ਧਿਆਨ ਰੱਖਣਾ, ਜੇ ਰਕਮ ਐਸ ਚ ਵਾ, ਟੀ ਚ ਵਾ ਤੇ ਟੀ ਚ ਸਾਰਾ ਕੁਝ। ਹੁਣ ਦੇਖੋ ਸਿਫਰਾਂ ਦੀ ਗੁਣਾ, ਸਾਡੇ ਕੋਲ ਸਿਫਰ ਕਿੰਨੇ? 1/2 ਗੁਣਾ 1/2 ਬਰਾਬਰ। ਹੁਣ ਸਾਡੇ ਕੋਲ ਅਚਲ ਪਦ ਕਿੰਨਾ ਵਾ? ਜਮਾ 1। ਠੀਕ ਹੈ, ਜਮਾ 1। ਸੋ ਅਸੀਂ ਅਚਲ ਪਦ ਲਿਖਾਂਗੇ ਜਮਾ 1, ਜਮਾ ਪਾਉਣ ਦੀ ਲੋੜ ਨਹੀਂ। ਐਸ ਸਕੇਅਰ ਦਾ ਗੁਣਾ ਕਿੰਨਾ ਸਾਡੇ ਕੋਲ? 4 ਵਾ। ਸਾਡੇ ਕੋਲ ਇੱਥੇ ਕਿੰਨਾ ਆ ਜਾਊਗਾ? 4। ਤੁਸੀਂ ਦੇਖੋਗੇ ਇੱਥੇ 1 ਨੂੰ 1 ਜਦੋਂ ਇਹਦਾ ਗੁਣਾ ਹੋਣੀ ਹੋਵੇ, ਉੱਪਰਲਾ ਉੱਪਰਲਾ ਗੁਣਾ ਹੋ ਜਾਂਦਾ ਹੁੰਦਾ, ਤੇ ਨੀਚੇ ਵਾਲਾ ਨੀਚੇ ਵਾਲੇ ਨਾਲ ਗੁਣਾ ਹੋ ਕੇ ਸਾਡੇ ਕੋਲ 1/4 1/4 ਹੋ ਗਿਆ। ਸੋ ਸਹੀ ਹੈ ਜੋ। ਠੀਕ ਹੈ, ਸੋ ਅਸੀਂ ਕਹਾਂਗੇ ਜਾਂਚ ਸਿੱਧ ਹੋ ਗਈ ਹੈ ਜਾਂ ਜਾਂਚ ਹੋ ਗਈ ਹੈ। ਸੋ ਇੱਥੇ ਸਾਡਾ ਜਿਹੜਾ ਸਮ ਕੰਪਲੀਟ ਹੋ ਜਾਏ। ਸੋ ਅਗਲਾ ਸਮ ਤੁਹਾਡੇ ਕੋਲ ਜਿਹੜਾ ਤੀਜਾ ਪਾਰਟ ਵਾ ਇਹਦਾ px, ਅਸੀਂ x ਮੰਨ ਲਿਆ ਹੋਇਆ ਸੇਮ ਉਸੇ ਤਰੀਕੇ ਨਾਲ ਹੀ। ਸਾਡੇ ਕੋਲ ਰਕਮ ਥੋੜੀ ਜਿਹੀ ਉਲਟ ਪੁਲਟ ਦਿੱਤੀ ਹੋਈ ਹੈ। ਦੇਖੋ ਪਹਿਲਾਂ x ਦੀ ਘਾਤ 2 ਆ, ਫਿਰ ਆ ਇੱਕ ਅਚਲ ਪਦ ਦੇ ਦਿੱਤਾ, ਫਿਰ ਬਾਅਦ ਚੋਂ x ਦਾ ਦੇ ਦਿੱਤਾ। ਸੋ ਇਹ ਥੋੜਾ ਜਿਹਾ ਰੀਅਰੇਂਜ ਕਰਨਾ ਪੈਣਾ ਸਾਨੂੰ, ਇਹਨੂੰ ਸਹੀ ਤਰੀਕੇ ਨਾਲ ਲਿਖਣਾ ਪੈਣਾ। ਸੋ ਮੈਂ ਇਹਨੂੰ ਲਿਖ ਲੂੰਗਾ 6x ਸਕੁਅਰ ਮਾਈਨਸ, ਆ ਪਹਿਲਾਂ ਲਿਖ ਲੂੰਗਾ -3। ਇਹ ਨਹੀਂ ਕਿ ਇਹਨੂੰ ਇੱਧਰਲੇ ਬੰਨੇ ਲਿਆਏ ਤੇ ਇਹਦੇ ਮੋਰੇ ਪਲੱਸ ਕਰ ਦੇਣਾ, ਇਦਾਂ ਨਹੀਂ ਹੁੰਦਾ, ਕਿਉਂਕਿ ਇੱਥੇ ਕੋਈ ਬਰਾਬਰ ਨਹੀਂ ਹੈਗਾ। ਇੱਥੋਂ ਇੱਥੇ ਲੈ ਕੇ ਆਇਆ, ਇਹਨੂੰ ਇੱਥੇ ਲੈ ਕੇ ਆਇਆ, ਉਹ ਕੋਈ ਫਰਕ ਨਹੀਂ। ਜੇ 2 -3 ਵਾ ਤੇ ਮੈਂ -3 ਮੂਹਰੇ ਪਾਤਾ, ਜਮਾ 2 ਜਿੱਥੇ ਜਮਾ ਤੇ ਜਮਾ ਪਾਉਣਾ ਪੈਣਾ, ਕੁਛ ਨਹੀਂ ਹੈਗਾ, ਜਮਾ ਪਾਤ ਅੱਗੇ ਪਿੱਛੇ ਕੀਤਾ, ਕੋਈ ਬਰਾਬਰ ਨਹੀਂ ਹੈਗਾ ਵਿੱਚ। ਬਰਾਬਰ ਤੋਂ ਉੱਧਰ ਲੈ ਕੇ ਜਾਈਏ ਤਾਂ ਉਹ ਨੈਗੇਟਿਵ ਪੋਜ਼ਿਟਿਵ ਸਾਈਨ ਚੇਂਜ ਹੁੰਦਾ, ਪਰ ਮੈਂ ਇਹਨੂੰ ਇੱਧਰ ਹੀ ਰੱਖਿਆ। ਸੋ ਇਹ ਧਿਆਨ ਰੱਖਣਾ, ਬੱਚੇ ਕਈ ਵਾਰੀ ਗਲਤੀ ਕਰ ਜਾਂਦੇ। ਸੋ ਅਸੀਂ ਅੱਗੇ ਕਰਾਂਗੇ ਕਿ ਸਿਫਰ ਪਤਾ ਕਰਨ ਲਈ ਅਸੀਂ px ਨੂੰ 0 ਦੇ ਬਰਾਬਰ ਰੱਖਾਂਗੇ। ਸੋ ਇਹ ਸਿਫਰ ਪਤਾ ਕਰਨ ਦਾ ਤਰੀਕਾ ਹੀ ਹੈ ਸਾਡੇ ਕੋਲ 7x -3 ਬਰਾਬਰ 0। ਸੋ ਹੁਣ ਦੇਖੋ ਫੇਰ ਉਹੀ ਪ੍ਰੋਸੈਸ ਕਿ ਸਾਡੇ ਕੋਲ ਇੱਥੇ ਆ c ਕਿੰਨਾ ਵਾ ਤੇ x ਸਕੁਅਰ ਦੇ ਮੂਹਰੇ ਕਿੰਨਾ ਵਾ। x ਸਕੁਅਰ ਦੇ ਮੂਹਰੇ ਕਿੰਨਾ ਵਾ? 6। ਤੇ ਆ ਜਿਹੜਾ c ਆ -3 ਵਾ, ਇਹਨਾਂ ਨੂੰ ਗੁਣਾ ਕਰਕੇ ਤੁਸੀਂ ਇੱਕ ਅੱਖਰ ਬਣਾਉਣਾ ਵਾ ਜਿਹੜਾ ਕਿੰਨਾ ਆ ਜਾਊਗਾ -18। ਹੁਣ ਸੇਮ ਉਸੇ ਤਰੀਕੇ ਨਾਲ ਅਸੀਂ 1 ਨੂੰ ਕਿਹਨਾਂ ਗੁਣਾ ਕਰੀਏ? 18 ਬਣ ਜਾਂਦਾ 18 ਨਾਲ। 2 ਨੂੰ ਕਿਹਨਾਂ ਕਰੀਏ? 18 ਬਣ ਜਾਂਦਾ 9 ਨਾਲ। 3 ਨੂੰ ਕਿਹਨਾਂ ਕਰੀਏ? 18 ਬਣ ਜਾਂਦਾ 6 ਨਾਲ। 4 ਨੂੰ ਕਿਹਨਾਂ ਗੁਣਾ ਕਰੀਏ? 18 ਬਣ ਜਾਂਦਾ, ਕਿਉਂਕਿ 4 × 4 4 2 8 4 3 12 4 ਚੌਕੇ 16 4 5 20 ਦਾ ਮਤਲਬ ਆਉਂਦਾ ਹੀ ਨਹੀਂ। ਸੋ ਇਹ ਸਾਡਾ ਕੈਂਸਲ ਹੋ ਜਾਏਗਾ। ਫਿਰ 5 ਤੇ 5 ਚੌਕਾ 20 5 30 15, ਸੋ ਇਹ ਵੀ ਨਹੀਂ ਆਉਂਦਾ। ਫਿਰ 6 ਤੇ ਆ ਜਾਵਾਂਗੇ 6 × 3। ਤੁਸੀਂ ਦੇਖੋ 6 ਤੇ 3 ਸੇਮ ਆ ਗਏ। ਸੋ ਇੱਥੇ ਕੈਂਸਲ ਹੋ ਕੇ ਸਾਡੇ ਕੋਲ ਆ 3 ਹੀ ਬਣੇ। ਇਹਨਾਂ ਤਿੰਨਾਂ ਚੋਂ ਪਹਿਲਾਂ ਚੈੱਕ ਕਰਾਂਗੇ। 18 ਦੇ ਵਿੱਚ 1 ਜੋੜਿਆ 19, 18 ਚੋਂ 1 ਘਟਾਇਆ 17। ਤੁਸੀਂ ਦੇਖੋ ਇੱਕ ਵਾਰੀ 18 ਚ 1 ਜੋੜਿਆ 19 ਬਣ ਗਿਆ, 18 ਚੋਂ 1 ਘਟਾਇਆ 17 ਬਣ ਗਿਆ, ਪਰ ਸਾਡੇ ਕੋਲ ਇੱਥੇ ਕੀ ਚਾਹੀਦਾ? -7। ਸੋ ਇਹ ਕੈਂਸਲ ਹੋ ਗਿਆ। ਠੀਕ ਹੈ, ਹੁਣ ਇੱਥੇ ਦੇਖੋ 9 ਤੇ 2, 9 ਚ 2 ਜੋੜੇ 11, 9 ਚ 2 ਘਟਾਏ 7। ਸੋ ਇਹ ਬਣਦਾ ਪਿਆ ਵਾ। ਇਹਨੂੰ ਵੀ ਚੈੱਕ ਕਰ ਲਈਏ। 6 ਚ 3 ਜੋੜੇ 9 ਬਣ ਗਿਆ, ਤੇ 6 ਚੋਂ 3 ਘਟਾਏ 3 ਬਣ ਗਿਆ। ਤੁਸੀਂ ਦੇਖੋ ਸਾਡਾ 7 ਨਹੀਂ ਬਣਦਾ। ਸੋ ਇਸ ਕਰਕੇ ਇਹ ਵੀ ਕੈਂਸਲ ਹੋ ਗਿਆ। ਸਾਡਾ ਆਹ ਸੈੱਟ ਬਹਿਣਾ। ਹੁਣ ਇਹ ਕਿੱਦਾਂ ਬਹਿਣਾ? ਦੇਖੋ 9 ਦੇ ਵਿੱਚ ਅਸੀਂ 2 ਜੋੜ ਦਈਏ, ਸਾਡੇ ਕੋਲ 11 ਬਣਦੇ। ਇਹ ਤਾਂ ਸਾਡਾ ਗਲਤ ਹੋ ਗਿਆ, ਕਿਉਂਕਿ ਅਸੀਂ ਬਣਾਉਣਾ ਵਾ -7। ਫਿਰ ਅਸੀਂ ਕੀ ਕਰਾਂਗੇ? 9 ਦੇ ਵਿੱਚੋਂ 2 ਕੱਟਾਂਗੇ ਤਾਂ ਸਾਡੇ ਕੋਲ ਕਿੰਨਾ ਬਣ ਜਾਏਗਾ? 7। ਪਰ ਅਸੀਂ ਕਾਹਦੇ ਬਣਾਉਣੇ ਆ? ਮਾਈਨਸ ਦੇ। ਜਦੋਂ ਅਸੀਂ ਇਹਨੂੰ ਮਾਈਨਸ ਦਾ ਬਣਾਉਣਾ, ਅਸੀਂ ਇਹਦੇ ਮੂਹਰੇ ਮਾਈਨਸ ਪਾ ਦਾਂਗੇ ਤੇ ਇਹਦੇ ਮੂਹਰੇ ਪਲੱਸ ਪਾ ਦਾਂਗੇ, ਤੇ ਸਾਡੇ ਕੋਲ ਇੱਥੇ ਕਿੰਨਾ ਬਣ ਜਾਊਗਾ? -7। ਸੋ ਆਹ ਚੀਜ਼ ਸਾਡੇ ਕੋਲ ਜਿਹੜੀ ਹੈ ਲੱਭ ਕੇ ਆ ਗਈ ਹੈ। ਸੋ ਅਸੀਂ ਲਿਖਾਂਗੇ 6x ਸਕੁਅਰ -9 ਨਾਲ ਜਿਹੜਾ ਵੀ ਰਕਮ ਆ x ਪਾ ਦਾਂਗੇ +2x। ਠੀਕ ਹੈ, -3 ਆ ਇੱਧਰ ਰਹਿ ਜਾਣਾ ਤੇ ਆ ਇੱਧਰ ਰਹਿਣਾ। ਬਸ ਇਹਨੂੰ ਬ੍ਰੇਕ ਕਰਕੇ ਇੱਥੋਂ ਅਸੀਂ ਲੱਭ ਕੇ ਲਿਆਂਦਾ = 0। ਅਗੇਨ ਫਿਰ ਇਹਨਾਂ ਦੋਵਾਂ ਦੇ ਵਿੱਚੋਂ ਕੀ ਕੱਢਾਂਗੇ ਅਸੀਂ? ਧਿਆਨ ਨਾਲ ਦੇਖੋ, ਪਹਿਲਾਂ 6 ਆ। ਹੁਣ 6x ਸਕੁਅਰ
ਮਾਈਨਸ 9x। ਅਸੀਂ ਕੀ ਕਰਾਂਗੇ 6 ਨੂੰ ਲਿਖ ਸਕਦੇ ਅਸੀਂ 2 ਗੁਣਾ 3, ਠੀਕ ਹੈ। ਫਿਰ x 2 ਵਾਰੀ ਆ, ਫਿਰ ਮਾਈਨਸ 9 ਨੂੰ ਲਿਖ ਸਕਦੇ 3 ਗੁਣਾ 3, ਫਿਰ x ਵਾ। ਹੁਣ ਦੇਖੋ ਕੀ ਕਾਮਨ ਨਿਕਲਦਾ, ਇੱਕ x ਕਾਮਨ ਨਿਕਲਦਾ ਤੇ ਇੱਕ x ਆ ਨਿਕਲਦਾ, ਹੋਰ ਕੋਈ ਚੀਜ਼ ਕਾਮਨ ਨਿਕਲਦੀ। ਆ 2 ਬਚ ਜਾਂਦਾ ਵਾ, ਇਧਰੋਂ x ਬਚ ਜਾਂਦਾ ਤੇ ਇਧਰੋਂ ਆ 3 ਬਚ ਜਾਂਦਾ। ਜਿਹੜੇ ਆ ਲਾਈਨਾਂ ਵਾਲੇ ਆ ਇਹ ਕਾਮਨ ਨਿਕਲ ਜਾਣੇ ਸਾਡੇ ਕੋਲ 3x 3x। ਜਦੋਂ ਸਾਂਝਾ ਕੱਢਿਆ ਜਾਂ ਕਾਮਨ ਕੱਢਿਆ ਸਾਡੇ ਕੋਲ ਆ ਜਾਊਗਾ 3x ਬਾਹਰ ਆ ਜਾਊਗਾ ਤੇ ਅੰਦਰ ਕੀ ਬਚਣਾ ਬ੍ਰੈਕਟ ਦੇ ਵਿੱਚ 1 2 ਤੇ 1 x ਤੇ ਫਿਰ ਇਧਰਲੇ ਬੰਨੇ ਜਿਹੜਾ ਗੋਲ ਕੀਤਾ 3 ਕੱਲਾ ਬਚੂਗਾ ਮਾਈਨਸ 3। ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਕਿ ਇਹਨੂੰ ਇਹਨਾਂ ਗੁਣਾ ਕਰਨ ਤੇ ਆ ਬਣਨਾ ਚਾਹੀਦਾ। 3 ਨੂੰ 2 ਨਾਲ ਗੁਣਾ ਕੀਤਾ 6 x ਤੇ x x ਸਕੁਅਰ, ਫਿਰ 3 ਨੂੰ 3 ਨਾਲ ਗੁਣਾ ਕੀਤਾ 9, ਪਰ ਆ x ਨਾਲ ਜਾਣਾ ਸੀ, ਇੱਥੇ x ਆ ਜਾਣਾ ਸੀ। ਇਹਦਾ ਮਤਲਬ ਬਿਲਕੁਲ ਸਹੀ ਅਸੀਂ ਜਿਹੜਾ ਵਾ ਕਾਮਨ ਜਿਹੜਾ ਸਾਂਝਾ ਕੱਢ ਲਿਆ। ਅਗਲਾ ਸਟੈਪ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਦਾ ਜਿਹੜਾ ਤੀਜਾ ਅੱਖਰ ਹੋਏਗਾ ਸਾਰਾ ਵਿਦ ਸਾਈਨ, ਪਲੱਸ ਦਾ ਸਾਈਨ ਨਾਲ ਲੈਣਾ, ਪਲੱਸ 2x ਬਟਾ ਇਹਦਾ ਜਿਹੜਾ ਪਹਿਲਾ ਅੱਖਰ ਹੋਊਗਾ ਜਿਹੜਾ ਤੁਸੀਂ ਆਹ ਬਣਾਇਆ ਵਾ, ਇਹਦਾ ਪਹਿਲਾ ਅੱਖਰ 2x ਨਾਲ ਤੁਸੀਂ ਕੱਟਤਾ, ਤੁਹਾਡੇ ਕੋਲ ਬਚਿਆ ਕੱਲਾ ਪਲੱਸ, ਇਹਦਾ ਮਤਲਬ 1 ਬਚ ਗਿਆ। ਸੋ ਅਸੀਂ ਲਿਖਾਂਗੇ ਪਲੱਸ 1 ਤੇ ਜੋ ਇਹ ਹੋਊਗਾ ਇਹਦੇ ਮਗਰ ਅਸੀਂ ਇਦਾਂ ਹੀ ਇੱਥੇ ਉਤਾਰ ਦਾਂਗੇ ਤੇ ਇਕੁਅਲ ਟੂ 0 ਅਸੀਂ ਨਾਲ ਜ਼ਰੂਰ ਲੈ ਕੇ ਚੱਲਣਾ। ਹੁਣ ਦੇਖੋ ਆਹ ਦੋ ਚੀਜ਼ਾਂ ਸੇਮ ਹੋ ਗਈਆਂ, ਇਹ ਅਸੀਂ ਇੱਕ ਵਾਰੀ ਲਿਖ ਦੇਣੀ ਹੈ ਤੇ ਬਾਕੀ ਇੱਕ 3x ਬਚਿਆ, ਇੱਕ ਜਮਾ 1। ਸੋ ਇਹ ਅਸੀਂ ਵੱਖਰੀ ਬ੍ਰੈਕਟ ਦੇ ਵਿੱਚ ਪਾ ਦੇਣਾ ਵਾ ਤੇ ਇਹ ਸਾਡੇ ਕੋਲ ਮੈਥਡ ਵਾ ਸਿਫਰ ਕੱਢਣ ਦਾ। ਫਿਰ 2x - 3 ਨੂੰ ਬਰਾਬਰ 0 ਕਰ ਦਾਂਗੇ, 3x + 1 ਨੂੰ ਬਰਾਬਰ 0 ਕਰ ਦਾਂਗੇ ਤੇ ਸਾਡੇ ਕੋਲ ਇੱਥੇ ਆਊਗਾ 2x ਬਰਾਬਰ 3, ਪਹਿਲਾਂ ਉਧਰ ਜਾ ਕੇ ਜਮਾ ਦਾ ਹੋ ਜਾਊਗਾ, ਫਿਰ x ਦਾ ਮੁੱਲ ਬਟਾ 2 ਆ ਜਾਊਗਾ 3/2। ਇਦਾਂ ਹੀ ਸੇਮ 3x ਬਰਾਬਰ ਪਹਿਲਾਂ ਇੱਕ ਜਮਾ ਦਾ ਸੀ ਉਧਰ ਜਾ ਕੇ ਮਾਈਨਸ ਦਾ ਹੋ ਜਾਏਗਾ। ਹੁਣ ਦੇਖੋ ਇਹ ਮਾਈਨਸ ਦਾ ਸੀ ਇੱਧਰ ਜਾ ਕੇ ਜਮਾ ਦਾ ਹੋ ਗਿਆ, ਇਹ ਪਲੱਸ ਦਾ ਸੀ ਇੱਧਰ ਜਾ ਕੇ ਮਾਈਨਸ ਦਾ ਹੋ ਗਿਆ। ਸੋ x ਕਿੰਨਾ ਆ ਗਿਆ -1/3। ਜੇ ਕੋਈ ਚੀਜ਼ ਇਹਨਾਂ ਗੁਣਾ ਹੋ ਰਹੀ ਆ ਤਾਂ ਇਹ ਤਕਸੀਮ ਹੋ ਜਾਣੀ ਉਧਰ ਜਾ ਕੇ। ਤਾਂ ਸਾਡੇ ਕੋਲ ਸਿਫਰ ਕਿੰਨੇ ਆ ਗਏ, ਅਸੀਂ ਲਿਖਾਂਗੇ ਸਿਫਰ ਹਨ 3/2 ਤੇ -1/3 ਸਾਡੇ ਕੋਲ ਇਹ ਆ ਜਾਣੇ। ਕਲੀਅਰ ਹੈ। ਸੋ ਸਿਫਰ ਆ ਗਏ ਸਾਡੇ ਕੋਲ 2 ਘਾਤੀ ਦੇ, ਕਿਉਂਕਿ ਸਾਡੀ ਰਕਮ ਦੇ ਵਿੱਚ ਕੀ ਲਿਖਿਆ ਹੋਇਆ ਵਾ, ਦੁਬਾਰਾ ਅਸੀਂ ਦੇਖ ਲਈਏ ਇੱਕ ਵਾਰੀ ਕਿ 2 ਘਾਤੀ ਬਹੁਪਦ ਦੇ ਸਿਫਰ ਪਤਾ ਕਰੋ ਤੇ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ। ਠੀਕ ਹੈ। ਸੋ ਇਸ ਤਰੀਕੇ ਨਾਲ ਸਾਨੂੰ ਹੁਣ ਸੰਬੰਧਾਂ ਦੀ ਜਾਂਚ ਕਰਾਂਗੇ। ਸੰਬੰਧਾਂ ਦੀ ਜਾਂਚ ਜਾਂ ਕੱਲੀ ਜਾਂਚ ਕਰ ਦੋ ਨਾ। ਸੋ ਸੰਬੰਧਾਂ ਦੀ ਜਾਂਚ ਲਿਖਤਾ, ਪਹਿਲਾ ਕੀ ਸੀਗਾ, ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ ਬਰਾਬਰ x ਦਾ ਗੁਣਾਂਕ ਮਾਈਨਸ ਬਟਾ ਕੀ ਆ ਜਾਏਗਾ x ਸਕੁਅਰ ਦਾ ਗੁਣਾਂਕ। ਹੁਣ ਦੇਖੋ ਸਾਡੇ ਕੋਲ ਰਕਮ ਜਿਹੜੀ ਆ ਉਹ ਹੈਗੀ ਹੈ 6x ਸਕੁਅਰ - 7x - 3। ਹੁਣ ਦੇਖੋ x ਦਾ ਗੁਣਾਂਕ, x ਦੇ ਮੋਹਰੇ ਕੀ ਹੈ ਸਾਡੇ ਕੋਲ -7, ਇੱਕ ਤਾਂ ਫਾਰਮੂਲੇ ਵਾਲਾ ਮਾਈਨਸ ਆ, ਇੱਕ ਸਾਡੇ ਕੋਲ x ਦੇ ਗੁਣਾਂਕ ਦੇ ਮੋਹਰੇ ਕਿੰਨਾ ਆ ਗਿਆ -7 ਬਟਾ x ਸਕੁਅਰ ਦਾ ਗੁਣਾਂਕ। ਹੁਣ x ਸਕੁਅਰ ਦੇ ਮੋਹਰੇ ਕਿੰਨਾ ਵਾ 6। ਸੋ ਸਾਡੇ ਕੋਲ ਇੱਧਰ ਸਿਫਰਾਂ ਦਾ ਜੋੜ, ਅਸੀਂ ਜੋੜ ਕਰਾਂਗੇ 3/2 ਜਮਾ -1/3। ਹੁਣ ਜਦੋਂ ਜੋੜ ਕਰਨਾ ਵਾ, ਜੇ ਆ 2 ਸਾਈਨ ਆ ਪਹਿਲਾਂ ਤਾਂ ਇਹਨਾਂ ਨੂੰ ਹਟਾਉਣਾ ਪੈਣਾ। ਹੁਣ ਪਲੱਸ ਨੇ ਮਾਈਨਸ ਨਾਲ ਗੁਣਾ ਹੋਣਾ ਤੇ ਸਾਡੇ ਕੋਲ ਇੱਥੇ ਕੀ ਆ ਜਾਣਾ ਵਾ -1/3 ਆ ਜਾਣਾ। ਪਲੱਸ ਨੂੰ ਮਾਈਨਸ ਨਾਲ ਕੀਤਾ -1/3 ਆ ਜਾਏਗਾ। ਠੀਕ ਹੈ। ਹੁਣ ਅਸੀਂ ਇਹਨਾਂ ਨੂੰ ਵੱਡਿਆਂ ਵਾਲੀ ਰਕਮ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿੱਦਾਂ ਜੋੜਨਾ। ਪਹਿਲਾਂ ਇਹ ਦੇਖ ਲਓ ਮਾਈਨਸ ਮਾਈਨਸ ਪਲੱਸ ਹੋ ਕੇ 7/6 ਸਾਡੇ ਕੋਲ ਆ ਜਾਏਗਾ, ਕਿਉਂਕਿ ਮਾਈਨਸ ਨੂੰ ਮਾਈਨਸ ਨਾਲ ਗੁਣਾ ਕੀਤਾ ਪਲੱਸ ਹੋ। 3 ਨੂੰ 3 ਨਾਲ ਗੁਣਾ ਕੀਤਾ 3 × 9, 2 × 2 ਵਿੱਚ ਜਿਹੜਾ ਸਾਈਨ ਆ ਉਹ ਉਦਾਂ ਹੀ ਪਾ ਦੇਣਾ, ਬਟਾ ਸਾਡੇ ਕੋਲ ਆ ਜਾਊਗਾ 3 ਨੂੰ 2 ਨਾਲ, ਨੀਚੇ ਵਾਲੇ ਨਾਲ ਗੁਣਾ ਕਰਕੇ ਥੱਲੇ ਲਿਖ ਦੇਣਾ। ਸਾਡੇ ਕੋਲ ਆ ਜਾਏਗਾ 7/6। ਤੁਸੀਂ ਦੇਖੋਗੇ 9 ਚੋਂ 2 ਕੱਟੇ ਗਏ, 7/6 ਬਰਾਬਰ 7/6 ਜੋ ਕਿ ਸਾਡੇ ਕੋਲ ਸੱਚ ਹੈ। ਠੀਕ ਹੈ ਜਾਂ ਸਹੀ ਹੈ, ਕੁਝ ਵੀ ਤੁਸੀਂ ਲਿਖ ਸਕਦੇ ਹੋ। ਸੋ ਇੱਕ ਤਾਂ ਸਾਡਾ ਜਿਹੜਾ ਸੰਬੰਧ ਵਾ ਉਹ ਜਾਂਚ ਹੋ ਚੁੱਕਾ। ਜਿਹੜਾ ਦੂਜਾ ਸੰਬੰਧ ਸੀ ਸਾਡਾ ਉਹ ਹੈ ਸਿਫਰਾਂ ਦੀ ਗੁਣਾ। ਹੁਣ ਸਿਫਰਾਂ ਦੀ ਗੁਣਾ ਕਿੰਨੀ ਹੁੰਦੀ ਹੈ, ਅਚਲ ਪਦ ਬਟਾ x ਸਕੁਅਰ ਦਾ ਗੁਣਾਂਕ। ਹੁਣ ਦੇਖੋ ਗੁਣਾ ਕਿੰਨੀ ਹੋਊਗੀ ਸਾਡੇ ਕੋਲ, ਜਿਹੜੇ ਸਿਫਰ ਆਏ ਸੀ 3/2 ਗੁਣਾ -1/3। ਹੁਣ ਜਦੋਂ ਗੁਣਾ ਕਰਦੇ ਅਸੀਂ ਇਦਾਂ ਕੱਟ ਸਕਦੇ ਹਾਂ, 3 × 3 3 × 3 ਇਹ ਤਾਂ ਕੱਟੇ ਗਏ। ਸੋ ਇੱਧਰ ਅਚਲ ਪਦ ਕਿੰਨਾ ਸੀ ਸਾਡੇ ਕੋਲ -3। ਸੋ ਸਾਡੇ ਕੋਲ ਆ ਜਾਏਗਾ -3 ਬਟਾ x ਸਕੁਅਰ ਦਾ ਗੁਣਾ ਕਿੰਨਾ ਸੀ 6। ਤੁਸੀਂ ਦੇਖੋਗੇ ਕਿ ਇੱਧਰ 1 ਨਾਲ ਗੁਣਾ ਹੋ ਕੇ 1 ਆ ਗਿਆ, ਨਾਲ ਮਾਈਨਸ ਆ ਤੇ ਮਾਈਨਸ ਆ ਜਾਏਗਾ। ਠੀਕ ਹੈ। ਫਿਰ ਸਾਡੇ ਕੋਲ ਥੱਲੇ ਕੀ ਹੈ 2 ਤੇ 1, ਕਿਉਂਕਿ 3 ਤਾਂ ਕੱਟਤਾ, 2 × 2 ਆ ਜਾਏਗਾ ਸਾਡੇ ਕੋਲ। ਹੁਣ ਇੱਧਰ ਵੀ ਦੇਖੋ 3 × 3 3 ਦੂਣੀ 6। ਸੋ ਸਾਡੇ ਕੋਲ ਇਹ -1/2 -1/2 ਦੇ ਬਰਾਬਰ ਆ ਗਿਆ। ਸੋ ਅਸੀਂ ਇੱਥੇ ਲਿਖ ਸਕਦੇ ਹਾਂ ਜੋ ਕਿ ਸਹੀ ਹੈ। ਸੋ ਜਾਂਚ ਹੋ ਗਈ ਹੈ ਸਾਡੇ ਕੋਲ, ਮੇਨ ਸਾਡਾ ਇੱਥੇ ਜਿਹੜਾ ਸਮ ਜਾਂਚ ਹੋ ਗਈ
ਹੈ। ਕਲੀਅਰ ਹੈ ਮੇਰੇ ਹਿਸਾਬ ਨਾਲ। ਸੋ ਉਦੋਂ ਨੈਕਸਟ ਅਸੀਂ ਕਰਾਂਗੇ ਚੌਥਾ ਪਾਰਟ ਸਾਡੇ ਕੋਲ ਹੈ। ਦੇਖੋ ਚੌਥਾ ਪਾਰਟ ਹੈ 4u² + 8u। ਦੇਖੋ ਹੁਣ ਇਹਨਾਂ ਵਿੱਚ ਸਾਰਿਆਂ 'ਚ ਗਿਣਤੀ ਵਾਲੇ ਅੱਖਰ ਸੀਗੇ, ਠੀਕ ਹੈ, ਜਿਹੜੇ ਤਿੰਨੇ ਰਕਮਾਂ ਹੁੰਦੀਆਂ ਸੀਗੀਆਂ। ਹੁਣ ਇਹਦੇ ਵਿੱਚ ਸਾਡੇ ਕੋਲ ਤਿੰਨੇ ਰਕਮਾਂ ਨਹੀਂ ਹੈ। ਜੇ ਅਸੀਂ ਗੱਲ ਕਰੀਏ ax² + bu ਲਿਖ ਲਓ, ਭਾਵੇਂ c ਲਿਖ ਲਓ, ਠੀਕ ਹੈ, ਪਰ a ਤਾਂ ਹੈਗਾ, b ਵੀ ਹੈਗਾ, ਪਰ c ਨਹੀਂ ਹੈਗਾ। ਹੁਣ ਇਹਦੇ ਵਿੱਚ ਸਿਫਰ ਅਸੀਂ ਕਿੱਦਾਂ ਕੱਢਦੇ ਹੁੰਦੇ, ਇਹ ਵੀ ਧਿਆਨ ਰੱਖਣਾ। ਸੋ ਅਸੀਂ ਦੇਖੋ ਪਹਿਲਾਂ ਸੇਮ ਆਪਣਾ ਉਸੇ ਤਰੀਕੇ ਨਾਲ ਕਰਾਂਗੇ ਕਿ ਮੰਨ ਲਵੋ ਸਾਡੇ ਕੋਲ ਜਿਹੜਾ pu ਹੈ ਉਹ ਸਾਡੇ ਕੋਲ ਕਿੰਨਾ ਹੈ 4u² + 8u। 4u² + 8u। ਹੁਣ ਇਹਦੇ ਅਸੀਂ ਸਿਫਰ ਪਤਾ ਕਰਨ ਲਈ ਅਸੀਂ ਕਹਾਂਗੇ ਸਿਫਰ ਪਤਾ ਕਰਨ ਲਈ ਅਸੀਂ pu ਨੂੰ ਬਰਾਬਰ 0 ਭਰ ਦਾਂਗੇ। pu ਨੂੰ ਬਰਾਬਰ 0 ਭਰਤਾ ਜਦੋਂ ਸਾਡੇ ਕੋਲ, ਜਦੋਂ pu ਨੂੰ 0 ਕੀਤਾ ਸਾਡੇ ਕੋਲ ਆਹ ਚੀਜ਼ ਬਰਾਬਰ 0 ਆ ਜਾਏਗੀ। ਹੁਣ ਇਹਦੇ ਵਿੱਚ ਸਾਨੂੰ ਈਜ਼ੀ ਆ ਕਿ ਸਾਨੂੰ ਇਹਦੇ ਵਿੱਚ ਜਿੱਦਾਂ ਅਸੀਂ ਅੱਗੇ ਅੱਖਰ ਲੱਭਦੇ ਸੀਗੇ, ਹੁਣ ਸੀ ਤਾਂ ਹੈ ਹੀ ਨਹੀਂ, ਇਹਨੂੰ ਇਹਨਾਂ ਗੁਣਾ ਕਿੱਦਾਂ ਕਰਾਂਗੇ, ਸੋ ਤਾਂ ਹੋਣਾ ਹੀ ਨਹੀਂ। ਸੋ ਅਸੀਂ ਇਹਨੂੰ ਸਿੰਪਲ ਦੇਖਾਂਗੇ, ਇਹਦੇ ਵਿੱਚੋਂ ਸਿੱਧਾ ਹੀ 2 ਅੱਖਰ ਵਾ ਸਾਡੇ ਕੋਲ, ਅਸੀਂ ਕੀ ਕਾਮਨ ਕੱਢ ਸਕਦੇ ਹਾਂ। ਦੇਖੋ 4 ਨੂੰ ਮੈਂ ਲਿਖ ਸਕਦਾ 2 × 2 ਤੇ ਨਾਲ u ਗੁਣਾ u ਆ ਜਾਏਗਾ, ਤੇ 8 ਨੂੰ ਮੈਂ ਕਿੱਦਾਂ ਲਿਖ ਸਕਦਾ ਵਾਂ -2 × 2 × 2 ਤੇ ਨਾਲ ਇੱਕ ਇਕੱਲਾ u ਆ। ਹੁਣ ਦੇਖੋ ਕਾਮਨ ਕੀ ਨਿਕਲਦਾ, ਸਾਂਝਾ 1 2 ਵਾਰੀ 2 ਕਾਮਨ ਨਿਕਲ ਜਾਣੇ ਆ, ਇੱਕ ਵਾਰੀ u ਨਿਕਲ ਜਾਣਾ। ਜਿਨ੍ਹਾਂ ਨੂੰ ਮੈਂ ਅੰਡਰਲਾਈਨ ਕੀਤਾ ਇਹ ਬਾਹਰ ਨਿਕਲ ਜਾਣੇ। ਹੁਣ ਦੇਖੋ 2 2 ਤੇ u ਬਾਹਰ ਨਿਕਲ ਜਾਣਾ, 2 ਦੂਣੀ 4 ਤੇ u, 4u ਬਾਹਰ ਆ ਗਿਆ, ਅੰਦਰ ਕਿੰਨਾ ਬਚਿਆ ਕੱਲਾ u, ਫਿਰ ਪਲੱਸ, ਸੌਰੀ ਇੱਥੇ ਪਲੱਸ ਵਾ, ਸੋ ਇੱਥੇ ਪਲੱਸ ਆ ਜਾਏਗਾ। ਹੁਣ 2 ਦੂਣੀ 4u ਬਾਹਰ ਨਿਕਲ ਗਿਆ, ਕੱਲਾ ਕੀ ਬਚ ਗਿਆ 2 ਬਚ ਗਿਆ। ਸੋ ਇਹ ਸਾਡੇ ਕੋਲ ਆਨਸਰ ਇੱਥੇ ਅੰਦਰ 0 ਕਰ ਲਾਂਗੇ ਅਸੀਂ। ਹੁਣ ਦੇਖੋ ਸਾਡੇ ਕੋਲ ਇੱਕ ਆਹ ਚੀਜ਼ ਬਣੀ ਤੇ ਇੱਕ ਆਹ ਬਣੀ। ਇੱਕ ਵਾਰੀ ਅਸੀਂ ਇਹਨੂੰ ਬਰਾਬਰ 0 ਕਰ ਦਾਂਗੇ, ਇੱਕ ਵਾਰੀ ਇਹਨੂੰ ਬਰਾਬਰ 0 ਕਰ ਦਾਂਗੇ। ਸੋ ਤੁਸੀਂ ਦੇਖੋਗੇ ਕਿ ਸਾਡੇ ਕੋਲ ਜਿਹੜਾ u ਆ ਜਾਏਗਾ, ਹੁਣ ਜਦੋਂ ਇੱਧਰ 0 ਆ ਤੇ ਆ ਇਹਨਾਂ ਗੁਣਾ ਹੋ ਰਿਹਾ ਵਾ। ਜਦੋਂ 2 ਅੱਖਰ ਇੰਗਲਿਸ਼ ਵਾਲਾ ਤੇ ਗਿਣਤੀ ਵਾਲਾ ਇਕੱਠਾ ਪਾਇਆ ਹੋਵੇ ਇਹਦਾ ਮਤਲਬ ਇਹਦੇ ਵਿੱਚ ਗੁਣਾ ਹੁੰਦੀ ਹੈ, ਇਹਨੇ ਉੱਧਰ ਜਾ ਕੇ ਤਕਸੀਮ ਹੋ ਜਾਣਾ। ਸੋ ਸਾਡੇ ਕੋਲ u ਬਰਾਬਰ 0 ਆ ਜਾਏਗਾ ਇੱਕ, ਤੇ ਇੱਕ u ਬਰਾਬਰ -2 ਆ ਜਾਏਗਾ। ਸੋ ਇਹ ਅਸੀਂ ਬਹੁਤ ਛੇਤੀ ਜਿਹੜੇ ਆ ਸਿਫਰ ਕੱਢ ਲਏ ਜਦੋਂ ਸਾਡੇ ਕੋਲ ਸਾਰੀਆਂ ਰਕਮਾਂ ਨਾ ਹੋਣ, ਕਿਉਂਕਿ ਸਾਡੇ ਕੋਲ ਇੱਥੇ c 0 ਆ। ਸੋ ਅਸੀਂ ਕਹਾਂਗੇ ਸਿਫਰ ਕਿੰਨੇ ਆ ਸਾਡੇ ਕੋਲ, ਸਿਫਰ ਹਨ 0 ਤੇ -2। ਹੁਣ ਅਸੀਂ ਜਾਂਚ ਕਰਨੀ ਹੈ। ਸੋ ਜਾਂਚ ਅਸੀਂ ਸੇਮ ਉਸੇ ਤਰੀਕੇ ਨਾਲ ਕਰਾਂਗੇ। ਕਿੱਦਾਂ ਆਊਗਾ ਕਿ ਸਿਫਰਾਂ ਦਾ ਜੋੜ ਸਾਡੇ ਕੋਲ ਕਿਹਦੇ ਬਰਾਬਰ ਸੀਗਾ, -u ਦਾ ਗੁਣਾਕ, ਕਿਉਂਕਿ ਹੁਣ u ਦੇ ਵਿੱਚ ਸਾਰੀ ਰਕਮ u ਦਾ ਗੁਣਾਕ ਬਟਾ u ਦੀ ਘਾਤ 2 ਜਾਂ u² ਦਾ ਗੁਣਾਕ। ਹੁਣ ਦੇਖੋ ਸਿਫਰਾਂ ਦਾ ਜੋੜ ਕਿੱਦਾਂ ਕਰਾਂਗੇ, 0 ਜਮਾ -2, 0 ਜਮਾ -2 ਇਕੁਅਲ ਟੂ ਮਾਈਨਸ। ਹੁਣ u ਦਾ ਗੁਣਾਕ ਕਿੰਨਾ ਸਾਡੇ ਕੋਲ, ਦੇਖੋ ਸਾਡੇ ਕੋਲ ਰਕਮ ਹੈਗੀ ਆ 4u² + 8u ਤੇ c ਹੈ ਨਹੀਂਗਾ, ਸੋ ਮੈਂ ਉਹਨੂੰ +0 ਪਾ ਲੈਣਾ। ਸੋ ਹੁਣ ਦੇਖੋ u ਦਾ ਗੁਣਾਕ ਕਿੰਨਾ ਵਾ 8, ਸੋ ਜਮਾ ਦਾ 8, ਸੋ ਮੈਂ 8 ਹੀ ਪਾਤਾ। u² ਦਾ ਗੁਣਾਕ ਕਿੰਨਾ ਵਾ 4, ਸੋ ਸਾਡੇ ਕੋਲ 4 ਆ ਜਾਏਗਾ। ਹੁਣ ਇੱਧਰ ਦੇਖੋ 0 ਕਿਸੇ ਤੇ ਜਮਾ ਹੁੰਦੀ ਹੋਵੇ ਪਹਿਲਾਂ ਪਲੱਸ ਮਾਈਨਸ ਕਿੰਨਾ ਹੋ ਜਾਏਗਾ, ਮਾਈਨਸ ਹੋ ਜਾਏਗਾ। ਤੇ ਇੱਧਰ ਇਹਨੂੰ ਕੱਟ ਸਕਦਾ, 4 × 4 4 ਦੂਣੀ 8, ਸੋ ਮੇਰੇ ਕੋਲ ਇੱਧਰ ਕਿੰਨਾ ਬਚ ਗਿਆ -2। ਹੁਣ 0 ਤੋਂ ਜੋ ਮਰਜ਼ੀ ਘਟਾ ਦਈਏ ਸਾਡੇ ਕੋਲ ਕੱਲਾ ਅੱਖਰ ਹੀ ਰਹਿ ਜਾਣਾ ਵਿਦ ਸਾਈਨ। ਸੋ -2 ਬਰਾਬਰ -2 ਜੋ ਕਿ ਸਹੀ ਹੈ। ਸੋ ਇਦਾਂ ਲਿਖ ਦਾਂਗੇ ਅਸੀਂ। ਕਲੀਅਰ। ਸੋ ਨੈਕਸਟ ਅਸੀਂ ਜੋ ਕਰਾਂਗੇ ਉਹ ਸਾਡੇ ਕੋਲ ਦੂਜਾ ਰਿਜ਼ਲਟ ਹੈ ਜਿਹੜਾ ਸਿਫਰਾਂ ਦੀ ਗੁਣਾ। ਜਦੋਂ ਇਹ ਕਰਾਂਗੇ ਇਹਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ ਕਿ ਅਚਲ ਪਦ ਓਵਰ u² ਦਾ ਗੁਣਾਕ, ਠੀਕ ਹੈ। ਸੋ ਹੁਣ ਇਹਦੇ ਵਿੱਚ ਸਾਡੇ ਕੋਲ ਸਿੰਪਲ, ਸਾਡੇ ਕੋਲ ਜਿਹੜਾ ਅਚਲ ਪਦ ਆ ਉਹ ਤਾਂ ਹੈ ਹੀ ਨਹੀਂ, ਉਹ ਸਿਫਰ ਵਾ। ਸੋ ਸਾਡੇ ਕੋਲ ਇੱਥੇ ਸਿਫਰ ਆ ਜਾਏਗਾ। u² ਦਾ ਗੁਣਾਕ ਸਾਡੇ ਕੋਲ ਕਿੰਨਾ ਹੈ 4, ਸੋ 0/4 ਬਰਾਬਰ ਸਿਫਰਾਂ ਦੀ ਗੁਣਾ। ਹੁਣ ਸਾਡੇ ਕੋਲ ਸਿਫਰ ਕਿੰਨੇ ਆਏ ਸੀ 0 ਤੇ -2, ਇਹਨਾਂ ਦੀ ਮੈਂ ਕਰ ਦੂੰਗਾ ਗੁਣਾ, 0 ਗੁਣਾ -2। ਹੁਣ 0 ਨੂੰ ਜਿੰਨਾ ਮਰਜ਼ੀ ਗੁਣਾ ਕਰ ਦਿਓ ਆਨਸਰ 0 ਆ ਜਾਣਾ, ਤੇ 0 ਨੂੰ ਜਿੰਨਾ ਮਰਜ਼ੀ ਤਕਸੀਮ ਕਰ ਦਿਓ ਸਿਵਾਏ 0 ਤੋਂ। 0/0 ਤੁਹਾਡੀ ਫਰਦਰ ਸਟੱਡੀ ਆ, ਹਜੇ ਕੁਛ ਨਹੀਂ, ਪਰ ਉਦਾਂ 0 ਦੇ ਥੱਲੇ ਕੋਈ ਵੀ ਅੱਖਰ ਆ ਜਾਵੇ 1 2 3 4 5 6 -1 -2 ਤੇ ਇਹਦਾ ਆਨਸਰ 0 ਹੋਣਾ, ਜੋ ਕਿ ਆਲਸੋ ਸਹੀ ਹੈ। ਸੋ ਅਸੀਂ ਕਹਿ ਦਾਂਗੇ ਕਿ ਜਾਂਚ ਜਿਹੜੀ ਆ ਉਹ ਮੁਕੰਮਲ ਹੋ ਗਈ ਹੈ, ਜਾਂਚ ਹੋ ਗਈ ਹੈ। ਸੋ ਸਾਡੇ 2 ਪਾਰਟ ਰਹਿ ਗਏ। ਸੋ ਅਸੀਂ ਅਗਲਾ ਪਾਰਟ ਕਰਾਂਗੇ। ਹੁਣ ਸਾਡਾ ਜਿਹੜਾ 5th ਪਾਰਟ ਹੈ ਉਹ ਸਾਡੇ ਕੋਲ t² -15 ਕਿਹੜੇ ਅੱਖਰ ਦੇ ਵਿੱਚ ਹੈ t² -15। ਸੋ ਜਦੋਂ ਤੁਸੀਂ ਇਹਨੂੰ ਸੋਲਵ ਕਰਾਂਗੇ ਅਸੀਂ ਲਿਖਾਂਗੇ ਮੰਨ ਲਓ
ਕਿ PT ਜਿਹੜਾ ਵੇਰੀਏਬਲ ਹੋਊਗਾ ਉਹੀ ਅਸੀਂ ਵਿੱਚ ਪਾ ਦੇਣਾ t² - 15। ਤੁਸੀਂ ਦੇਖੋ ਕਿ ਇਹ ਹੁਣ ਇਹਦੇ ਵਿੱਚ ਸਾਡੇ ਕੋਲ t² ਤੋਂ ਬਾਅਦ 0t ਲਿਖ ਸਕਦੇ ਹਾਂ ਅਸੀਂ। ਸਾਡੇ ਕੋਲ ਪਹਿਲਾਂ ਇੱਕ ਵਿਚਲਾ ਅੱਖਰ ਜਿਹੜਾ ਉਹ ਨਹੀਂ ਹੈਗਾ, ਗਿਣਤੀ ਵਾਲਾ ਅੱਖਰ ਹੈਗਾ ਹੈ, ਠੀਕ ਹੈ। ਸੋ ਅਸੀਂ ਇਹਨੂੰ ਉਸੇ ਤਰੀਕੇ ਨਾਲ ਚੱਲਾਂਗੇ। ਸੋ ਮੈਂ ਇਹਨੂੰ ਇਦਾਂ ਦੇਖਣਾ ਵਾ, ਠੀਕ ਹੈ, ਕਲੀਅਰਲੀ। ਹੁਣ ਦੇਖੋ ਇਹਦੇ ਵਿੱਚ ਵੀ ਅਸੀਂ ਜਿਹੜੇ ਉਹ ਜਿਹੜੇ ਅਸੀਂ ਗੁਣਨਖੰਡ ਵਗੈਰਾ ਬਣਾਉਂਦੇ ਸੀ ਉਹ ਏਡੇ ਬਣਾਉਣ ਦੀ ਲੋੜ ਨਹੀਂ, ਸਿੰਪਲ ਤਰੀਕਾ ਹੈ। ਅਸੀਂ ਇਹਦੇ ਸਿਫਰ ਪਤਾ ਕਰਨ ਲਈ ਕੀ ਕਰਾਂਗੇ, ਸਿਫਰ ਪਤਾ ਕਰਨ ਲਈ ਅਸੀਂ ਅਗੇਨ PT ਬਰਾਬਰ 0 ਕਰ ਦਾਂਗੇ ਤੇ ਸਾਡੇ ਕੋਲ t² - 15 ਬਰਾਬਰ 0 ਆ ਜਾਏ। ਦੇਖੋ ਦੋ ਤਰੀਕੇ ਆ, ਪਰ ਮੈਂ ਤੁਹਾਨੂੰ ਸਿੰਪਲ ਤੁਹਾਡਾ ਜਿਹੜਾ ਛੋਟੀ ਜਮਾਤ ਵਾਲਾ ਤਰੀਕਾ ਉਹ ਦੱਸ ਦਿੰਦਾ। ਦੇਖੋ ਅਸੀਂ ਇੱਕ ਫਾਰਮੂਲਾ ਕੀਤਾ ਹੁੰਦਾ ਸੀਗਾ ਕਿ a² - b² ਦਾ ਫਾਰਮੂਲਾ ਹੁੰਦਾ ਵਾ a - b ਤੇ a + b, ਠੀਕ ਹੈ। ਤੇ ਹੋਰ ਤੁਹਾਨੂੰ ਇੱਕ 9th ਕਲਾਸ ਰਿਜ਼ਲਟ ਦੱਸਿਆ ਹੋਊਗਾ ਵੀ ਕੋਈ ਵੀ ਅੱਖਰ ਹੋਵੇ ਜੇ 2 ਆ ਤਾਂ ਉਹਨੂੰ ਮੈਂ √2 ਦਾ ਸਕੁਅਰ ਪਾ ਸਕਦਾ। ਜੇ ਮੇਰੇ ਕੋਲ √ ਕੱਲਾ 5 ਵਾ ਤਾਂ ਮੈਂ ਇਹਨੂੰ ਲਿਖ ਸਕਦਾ ਵਰਗਮੂਲ 5 ਦਾ ਸਕੁਅਰ। ਸੋ ਸੇਮ ਮੈਂ ਇੱਥੇ ਕਰੂੰਗਾ ਕਿ ਮੇਰੇ ਕੋਲ t² - √15 ਦਾ ਮੈਂ ਇੱਥੇ ਸਕੁਅਰ ਲਿਖ ਦੂੰਗਾ, ਠੀਕ ਹੈ। ਸੋ ਫਿਰ ਮੇਰੇ ਕੋਲ a², a ਕਿੰਨਾ ਮੇਰੇ ਕੋਲ ਬਣ ਗਿਆ t ਤੇ b² ਇੱਦਾਂ ਬਣ ਗਿਆ। ਸੋ ਮੇਰੇ ਕੋਲ ਬਣੂਗਾ a - b। a ਕਿੰਨਾ ਵਾ ਮੇਰੇ ਕੋਲ t - b, b ਕਿੰਨਾ ਵਾ √15, ਠੀਕ ਹੈ। ਤੇ ਫਿਰ a ਕਿੰਨਾ ਮੇਰੇ ਕੋਲ t, ਫਿਰ ਵਿੱਚ ਜਮਾ ਪਾ ਕੇ ਮੈਂ √15 ਜਿਹੜਾ ਉਹ ਲਿਖ ਦੂੰਗਾ ਤੇ ਮੇਰੇ ਕੋਲ ਬਰਾਬਰ 0 ਜਿਹੜਾ ਉਹ ਆ ਜਾਏਗਾ। ਸੋ ਮੇਰੇ ਕੋਲ ਦੋ ਫੈਕਟਰ ਬਹੁਤ ਈਜ਼ੀਲੀ ਬਣ ਗਏ। ਸੋ ਮੈਂ ਇੱਥੋਂ ਕੀ ਕਰ ਦੂੰਗਾ t - √15 ਬਰਾਬਰ 0 ਕਰ ਦੂੰਗਾ ਇੱਕ ਵਾਰੀ t ਜਮਾ √15 ਬਰਾਬਰ 0 ਕਰ ਦੂੰਗਾ। ਸੋ ਮੇਰੇ ਕੋਲ t ਦਾ ਮੁੱਲ ਆ ਜਾਏਗਾ √15, ਕਿਉਂਕਿ ਇਹ ਇੱਧਰ ਜਾ ਕੇ ਜਮਾ ਦਾ ਹੋ ਜਾਏਗਾ। ਸੋ ਇਹ ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ। ਸੋ ਸਾਡੇ ਕੋਲ ਜਿਹੜੇ ਸਿਫਰ ਵਾ ਉਹ ਆ ਗਏ ਆ ਬੜੀ ਜਲਦੀ। ਸੋ ਸਿਫਰ ਹਨ ਸਾਡੇ ਕੋਲ ਇੱਕ ਤੇ √15 ਵਾ ਤੇ ਇੱਕ -√15 ਹੈ, ਠੀਕ ਹੈ। ਸੋ ਸਿਫਰ ਆ ਗਏ। ਹੁਣ ਅਸੀਂ ਸਿਫਰਾਂ ਦੀ ਜਿਹੜੀ ਆ ਜਾਂਚ ਕਰਾਂਗੇ। ਕਿੱਦਾਂ ਕਰਾਂਗੇ ਅਸੀਂ ਦੇਖਣਾ। ਸੋ ਜਾਂਚ ਦਾ ਹੈਡਿੰਗ ਪਾ ਕੇ ਅਸੀਂ ਸਿਫਰ ਸ਼ੁਰੂ ਕਰ ਦਾਂਗੇ। ਸਿਫਰਾਂ ਦਾ ਜੋੜ, ਠੀਕ ਹੈ। ਹੁਣ ਸਿਫਰਾਂ ਦੇ ਜੋੜ ਦੇ ਵਿੱਚ ਕੀ ਆਊਗਾ, ਟੀ ਦੇ ਵਿੱਚ ਮੈਂ ਲਿਖੂੰਗਾ -t ਦਾ ਗੁਣਾਂਕ ਬਟਾ t² ਦਾ ਗੁਣਾਂਕ, ਠੀਕ ਹੈ। ਸੋ ਮੈਂ ਸਾਡੇ ਕੋਲ ਜਿਹੜੀ ਮੇਨ ਰਕਮ ਸੀ ਉਹ ਇਸ ਤਰੀਕੇ ਨਾਲ ਸੀਗੀ t² - 15 ਤੇ ਮੈਂ ਇਹਨੂੰ ਇਦਾਂ ਪਾਇਆ ਸੀ t² + 0t - 15, ਠੀਕ ਹੈ। ਇਹ ਧਿਆਨ ਨਾਲ ਕਿਉਂਕਿ t ਹੈ ਨਹੀਂ ਸੀਗਾ, ਸੋ ਮੈਂ 0t ਪਾ ਲਿਆ। ਹੁਣ t ਦਾ ਗੁਣਾਂਕ ਸਾਡੇ ਕੋਲ ਕਿੰਨਾ ਹੋਊਗਾ, t ਦੇ ਮੂਹਰੇ ਕਿੰਨਾ ਵਾ 0, ਜਾਂ ਤੁਸੀਂ ਇੱਥੇ ਦੇਖ ਲਓ t ਹੈ ਹੀ ਨਹੀਂ ਤਾਂ ਵੀ ਅਸੀਂ ਕਹਿ ਸਕਦੇ ਕਿ 0 ਹੋਊਗਾ। ਸੋ ਮੈਂ ਇੱਥੇ ਲਿਖ ਦੂੰਗਾ -0 ਬਟਾ t² ਦੇ ਮੂਹਰੇ ਕੁਝ ਨਹੀਂ ਹੈਗਾ, ਇਸ ਕਰਕੇ 1 ਹੋਏਗਾ, ਠੀਕ ਹੈ। ਕਿਉਂਕਿ 1 ਅਸੀਂ ਪਾਉਂਦੇ ਨਹੀਂ ਹੈਗੇ, ਸੋ 1 ਇੱਥੇ ਆ ਜਾਏਗਾ। ਹੁਣ ਸਿਫਰਾਂ ਦਾ ਜੋੜ ਦੇਖੋ, ਇੱਕ ਸਿਫਰ ਹੈਗਾ √15 ਤੇ ਇੱਕ ਜਮਾ -√15, ਠੀਕ ਹੈ। ਹੁਣ ਦੇਖੋ ਦੋ ਸਾਈਨ ਇਕੱਠੇ ਨਹੀਂ ਪੈਂਦੇ, ਮੈਂ ਬ੍ਰੈਕਟ ਪਾ ਲਈ। ਸੋ ਹੁਣ ਦੇਖੋ ਇਹ ਪਲੱਸ ਮਾਈਨਸ ਮਾਈਨਸ ਹੋ ਜਾਏਗਾ ਤੇ √15। ਹੁਣ √15 ਚੋਂ √15 ਕੱਟੇ ਗਏ 0 ਆ ਜਾਏਗਾ। ਸੋ ਇੱਧਰ ਤਾਂ ਸਾਡੇ ਕੋਲ ਪਹਿਲੇ ਹੀ 0 ਸੀ, 0 ਦੇ ਮੂਹਰੇ ਕੋਈ ਪਲੱਸ ਪਾਓ ਮਾਈਨਸ ਪਾਓ, ਸੋ ਇਹ ਕੀ ਆ ਗਿਆ, ਸਹੀ ਹੈ। ਸੋ ਇਹ ਰਿਲੇਸ਼ਨ ਵੀ ਸਹੀ ਹੈ। ਹੁਣ ਜਿਹੜਾ ਦੂਜਾ ਰਿਲੇਸ਼ਨ ਆ ਉਹ ਸਾਡੇ ਕੋਲ ਕੀ ਹੈ ਦੇਖਣਾ, ਸਿਫਰਾਂ ਦੀ ਗੁਣਾ। ਰਾਈਟਿੰਗ ਦੇ ਵਿੱਚ ਥੋੜੀ ਜਿਹੀ ਗੜਬੜ ਹੋ ਰਹੀ ਹੈ। ਸਿਫਰਾਂ ਦੀ ਗੁਣਾ, ਤੁਸੀਂ ਧਿਆਨ ਨਾਲ ਮੇਰੀ ਆਵਾਜ਼ ਦੇ ਨਾਲ ਪਤਾ ਲੱਗ ਜਾਊਗਾ ਮੈਂ ਕੀ ਲਿਖ ਰਿਹਾ ਵਾਂ। ਸਿਫਰਾਂ ਦੀ ਗੁਣਾ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਵਾ, ਸਿਫਰਾਂ ਦੀ ਗੁਣਾ ਬਰਾਬਰ ਹੁੰਦੀ ਆ ਅਚਲ ਪਦ ਬਟਾ t² ਦਾ ਗੁਣਾਂਕ, ਠੀਕ ਹੈ। ਹੁਣ ਸਿਫਰਾਂ ਦੀ ਗੁਣਾ ਜਦੋਂ ਕਰਾਂਗੇ ਅਸੀਂ √15 ਨੂੰ, ਇੱਕ ਸਿਫਰ ਸਾਡੇ ਕੋਲ √15 ਵਾ, ਉਹਨੂੰ ਅਸੀਂ -√15 ਨਾਲ ਗੁਣਾ ਕਰਾਂਗੇ ਬਰਾਬਰ ਅਚਲ ਪਦ ਸਾਡੇ ਕੋਲ ਕਿੰਨਾ ਵਾ -15। ਸੋ ਇੱਥੇ ਆ ਜਾਏਗਾ -15 ਤੇ t² ਦਾ ਗੁਣਾਂਕ ਅਗੇਨ ਕਿੰਨਾ ਵਾ 1 ਵਾ। ਸੋ ਇੱਧਰ ਹੁਣ ਦੇਖੋ ਮੈਂ ਦੱਸਿਆ √15 ਨੂੰ √15 ਨਾਲ ਗੁਣਾ ਕਰੀਏ ਅਸੀਂ, ਜਿੱਦਾਂ ਅਸੀਂ ਕਹਿੰਦੇ ਨਾ ਕਿ 2 ਨੂੰ ਅਸੀਂ ਲਿਖ ਸਕਦੇ ਹਾਂ √2 ਦਾ ਸਕੁਅਰ, ਤੇ ਇਹਦਾ ਮਤਲਬ ਹੁੰਦਾ ਕਿ ਅਸੀਂ ਇਹਨਾਂ ਨੂੰ 2 ਵਾਰੀ ਗੁਣਾ ਕਰਨਾ, ਠੀਕ ਹੈ। ਇਹ ਵੀ ਰਿਜ਼ਲਟ ਹੁੰਦਾ ਵੀ ਕੋਈ ਵੀ ਅੱਖਰ ਵਾ ਜੇ 2 √2 ਨੂੰ √2 ਨਾਲ ਗੁਣਾ ਕੀਤਾ ਤੇ ਸਾਡੇ ਕੋਲ 2 ਇਕੱਲਾ ਰਹਿ ਜਾਣਾ। ਜੇ √3 ਨੂੰ √3 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਇਕੱਲਾ 3 ਰਹਿ ਜਾਣਾ। ਹੁਣ ਇੱਥੇ √15 ਨੂੰ √15 ਨਾਲ ਕੀਤਾ, ਸਾਡੇ ਕੋਲ ਇਕੱਲਾ 15 ਰਹਿ ਜਾਏਗਾ ਤੇ ਆਹ ਮਾਈਨਸ ਦਾ ਸਾਈਨ ਨਾਲ ਰਹਿ ਜਾਏਗਾ। ਸੋ ਇਹ ਵੀ ਸਹੀ ਹੋ ਗਿਆ ਹੈ। ਸੋ ਸਾਡੇ ਕੋਲ ਜਿਹੜਾ ਵਾ ਜਾਂਚ ਜਿਹੜੀ ਆ ਉਹ ਸਿੱਧ ਹੋ ਗਈ, ਜਾਂਚ ਹੋ ਗਈ ਹੈ। ਸੋ ਇਹ ਸਾਡਾ ਸਮ ਜਿਹੜਾ ਵਾ ਇੱਥੇ ਮੁਕੰਮਲ ਹੋ ਜਾਏਗਾ। ਸੋ ਅਗਲਾ ਸਮ ਸਾਡੇ ਕੋਲ ਹੈ 3x² - x - 4
ਸੋ ਲਾਸਟ ਸਮ ਆ ਸਾਡਾ ਇਸ ਪਾਰਟ ਦਾ। ਅਸੀਂ ਅਗੇਨ ਉਸੇ ਤਰੀਕੇ ਨਾਲ ਲਿਖਦੇ ਹਾਂ ਕਿ ਲਾਸਟ ਸਮ ਸਾਡੇ ਕੋਲ ਹੈ, ਮੰਨ ਲਓ px ਸਾਡੇ ਕੋਲ ਜਿਹੜਾ ਹੈਗਾ ਵਾ 3x² ਮਾਈਨਸ x ਤੇ ਮਾਈਨਸ 4। ਠੀਕ ਹੈ, ਸੋ ਇਹ 'ਚ ਸਾਰਾ ਕੁਝ ਹੈਗਾ ਵਾ, ਸਾਨੂੰ ਇਹਦੇ ਵਿੱਚ ਉਹ ਵਾਲਾ ਪ੍ਰੋਸੈਸ ਫੇਰ ਕਰਨਾ ਪੈਣਾ ਵਾ। ਸੋ ਅਸੀਂ ਸੇਮ ਪਹਿਲਾਂ ਲਿਖਾਂਗੇ ਸਿਫਰ ਪਤਾ ਕਰਨ ਲਈ, ਸਿਫਰ ਪਤਾ ਕਰਨ ਲਈ ਅਸੀਂ px ਨੂੰ ਬਰਾਬਰ 0 ਭਰ ਦਾਂਗੇ। ਸੋ ਇਹ ਸਾਡੇ ਕੋਲ ਆ ਜਾਏਗਾ 3x² ਮਾਈਨਸ x ਮਾਈਨਸ 4 ਬਰਾਬਰ 0। ਸੋ ਅਗੇਨ ਉਹੀ ਪ੍ਰੋਸੈਸ ਕਿ ਜਿਹੜਾ ਆ ਅੱਖਰ ਵਾ ਇਹ -4 ਆ ਸਾਡੇ ਕੋਲ, x² ਦੇ ਮੂਹਰੇ ਵਾਲਾ ਅੱਖਰ ਕਿੰਨਾ ਵਾ 3, ਇਹਨਾਂ ਨੂੰ ਅਸੀਂ ਕਰਾਂਗੇ ਗੁਣਾ, ਸਾਡੇ ਕੋਲ ਆ ਜਾਏਗਾ -12। ਹੁਣ ਜਿਹੜਾ ਇਹ -12 ਆ ਗਿਆ, ਅਸੀਂ ਮਾਈਨਸ ਨੂੰ ਇਗਨੋਰ ਕਰਕੇ 1 ਨਾਲ ਸ਼ੁਰੂ ਕਰਾਂਗੇ ਕਿ 1 ਗੁਣਾ ਕਿੰਨਾ ਗੁਣਾ ਕਰਾਂਗੇ 12 ਆ ਜਾਊਗਾ 12 ਨਾਲ, 2 ਨੂੰ ਕਿੰਨਾ ਗੁਣਾ ਕਰਾਂਗੇ 12 ਆ ਜਾਏਗਾ 6 ਨਾਲ, 3 ਨੂੰ ਕਿੰਨਾ ਗੁਣਾ ਕਰਾਂਗੇ 12 ਆ ਜਾਏਗਾ 4 ਨਾਲ, 4 ਨੂੰ ਕਿੰਨਾ ਗੁਣਾ ਕਰਾਂਗੇ 12 ਆ ਜਾਏਗਾ 3 ਨਾਲ। ਸੋ ਇਹ ਸੇਮ ਆ ਗਏ। ਸੋ ਇੱਥੇ ਅਸੀਂ ਖਤਮ ਕਰ ਦੇਣਾ, ਇਹਨਾਂ ਤਿੰਨਾਂ ਚੋਂ ਅਸੀਂ ਚੈੱਕ ਕਰਨਾ। ਹੁਣ ਦੇਖੋ ਜਿਹੜਾ ਵਿਚਲਾ ਅੱਖਰ ਵਾ ਸਾਡੇ ਕੋਲ, ਇਹਦੇ ਵਿੱਚ x ਦੇ ਮੂਹਰੇ 1 ਵਾ, ਜੇ ਕੁਝ ਨਾ ਹੋਵੇ ਤਾਂ 1 ਹੁੰਦਾ। ਸੋ -1 ਆ, ਸੋ ਅਸੀਂ ਦੇਖਣਾ -1 ਕਦੋਂ ਬਣਦਾ ਜਾਂ 1 ਕਦੋਂ ਬਣਦਾ। 12 ਦੇ ਵਿੱਚ 1 ਜੋੜੇ 13, 12 ਚ 1 ਘਟਾਏ 11, ਸੋ 13 ਤੇ 11 ਬਣਦੇ, ਪਰ ਸਾਨੂੰ ਕੀ ਚਾਹੀਦਾ 1। ਸੋ ਇਹ ਕੈਂਸਲ ਹੋ ਗਿਆ। 6 ਚ 2 ਜੋੜੇ 8 ਬਣ ਜਾਂਦਾ, 6 ਚੋਂ 2 ਘਟਾਏ 4 ਬਣ ਜਾਂਦਾ, ਇਹ ਵੀ ਗਲਤ। 4 ਚੋਂ 3 ਕੱਟੇ 1 ਬਣ ਜਾਂਦਾ, 4 ਚੋਂ 3 ਕੱਟੇ 4 ਤੇ 3 7 ਬਣ, ਸੋ ਇਹ ਸਾਡਾ ਟਿਕ ਹੋ ਗਿਆ। ਸੋ 4 ਦੇ ਵਿੱਚੋਂ ਅਸੀਂ 3 ਕੱਟਾਂਗੇ ਤਾਂ ਸਾਡੇ ਕੋਲ 1 ਬਣ ਜਾਏਗਾ, ਪਰ ਅਸੀਂ ਕੀ ਬਣਾਉਣਾ ਵਾ -1। ਤੇ ਜੇ -1 ਬਣਾਉਣਾ ਵਾ ਤਾਂ ਇਹਦਾ ਮਤਲਬ ਇਹ ਸਾਨੂੰ ਉਲਟ ਸਾਈਨ ਕਰਨੇ ਪੈਣੇ, -4 ਜਮਾ 3। ਠੀਕ ਹੈ, ਸੋ -4 ਜਮਾ 3 ਬਰਾਬਰ ਕਿੰਨੇ ਹੁੰਦੇ ਆ -1, ਕਿਉਂਕਿ ਇੱਕ ਮਾਈਨਸ ਦਾ ਇੱਕ ਪਲੱਸ ਦਾ ਘਟਾਉਣਾ ਹੀ ਹੁੰਦਾ ਵਾ। 4 ਚੋਂ 3 ਕੱਟੇ ਗਏ 1, ਪਰ ਵੱਡੀ ਰਕਮ ਦੇ ਮੂਹਰੇ ਮਾਈਨਸ ਆ ਜਾਊਗਾ। ਸੋ ਸੇਮ ਅਸੀਂ ਉਹੀ ਪ੍ਰੋਸੈਸ ਕਰਾਂਗੇ ਕਿ ਪਹਿਲਾ ਅੱਖਰ ਉਦਾਂ ਹੀ, ਫਿਰ ਜਿਹੜਾ ਇਹ -4 ਆ ਇਹਦੇ ਨਾਲ x ਪਾ ਦਾਂਗੇ ਤੇ ਪਲੱਸ 3x ਪਾ ਦਾਂਗੇ, ਤੇ ਆ ਵੀ ਉਦਾਂ ਹੀ ਰਹਿਣ ਦੇਣਾ ਅਸੀਂ। ਸਾਡੇ ਕੋਲ 4 ਅੱਖਰ ਹੋ ਜਾਣਗੇ। ਫਿਰ ਪਹਿਲੇ 2 ਅੱਖਰ ਦੇ ਵਿੱਚੋਂ ਕੀ ਸਾਂਝਾ ਨਿਕਲਦਾ, ਦੇਖੋ ਇਹ 3 ਵਾ, ਇਹ 3 ਗੁਣਾ x ਹੀ ਆ ਸਾਡੇ ਕੋਲ। ਠੀਕ ਹੈ, ਤੇ ਇੱਥੇ ਸਾਡੇ ਕੋਲ -2 ਗੁਣਾ 2 ਗੁਣਾ x ਆਏਗਾ। ਹੁਣ ਦੇਖੋ 3 ਤੇ ਕੁਛ ਵੀ ਨਹੀਂ ਕਾਮਨ, ਸਾਡੇ ਕੋਲ ਇੱਕ x ਹੀ ਕਾਮਨ ਨਿਕਲ ਰਿਹਾ, ਸਿਰਫ ਆਹ ਹੀ ਕਾਮਨ ਨਿਕਲਦਾ ਪਿਆ। ਸੋ ਮੈਂ x ਬਾਹਰ ਕੱਢ ਲੂੰਗਾ, ਅੰਦਰ ਕਿੰਨਾ ਬਚੂਗਾ 3x, ਤੇ ਇੱਥੇ 4 ਵੱਜ ਜਾਏਗਾ, 2 ਦੂਣੀ 4। ਸੋ ਇਹ ਇਦਾਂ ਆ ਗਿਆ। ਫਿਰ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਤੀਜਾ ਅੱਖਰ ਵਾ ਇਹਨੂੰ ਤੁਸੀਂ ਐਜ਼ ਇਟ ਇਜ਼ ਇੱਦਾਂ ਰੱਖ ਕੇ ਵੱਡਾ ਕੀ ਪਾ ਲੈਣਾ ਵਾ, ਜਿਹੜਾ ਇਹਦਾ ਪਹਿਲਾ ਅੱਖਰ ਦੈਟ ਇਜ਼ ਇਕੁਅਲ ਟੂ 3x, ਜਿਹੜਾ ਆਹ ਸਿੰਬਲ ਬਣਾਇਆ ਤੁਸੀਂ। ਸੋ 3x ਨਾਲ 3x ਤੁਹਾਡਾ ਕੱਟਿਆ ਜਾਣਾ, ਤੁਹਾਡੇ ਕੋਲ ਬਚਣਾ ਕੱਲਾ ਪਲੱਸ ਮਤਲਬ ਕੱਲਾ 1 ਵੱਜ ਜਾਣਾ, +1। ਤੇ ਫਿਰ ਤੁਸੀਂ ਆਹ ਸੇਮ ਹੀ ਇੱਥੇ ਜਿਹੜਾ ਵਾ ਉਹ ਉਤਾਰ ਦੇਣਾ। ਇਸੇ ਤਰੀਕੇ ਨਾਲ ਹੀ ਤੁਹਾਡੇ ਕੋਲ ਹਮੇਸ਼ਾ ਸਮ ਇਦਾਂ ਹੋ ਜਾਇਆ ਕਰਨਗੇ। ਜੇ ਤੁਹਾਨੂੰ ਪ੍ਰੋਬਲਮ ਹੋਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਮੈਂ ਫਿਰ ਵੀਡੀਓ ਬਣਾ ਕੇ ਤੁਹਾਨੂੰ ਪੱਕੀ ਇਸੇ ਚੀਜ਼ 'ਤੇ ਹੀ ਵੀਡੀਓ 10-12 ਸਮ ਸੋਲਵ ਕਰਕੇ ਪਾ ਦੂੰਗਾ। ਸੋ ਇਹਨੂੰ ਇਹਨਾਂ ਮਲਟੀਪਲਾਈ ਕੀਤਾ, ਸਾਡੇ ਕੋਲ ਕਿੰਨਾ ਬਣ ਜਾਊਗਾ, ਸੌਰੀ ਹੁਣ ਜਦੋਂ ਆਹ 2 ਵਾਰੀ ਹੋ ਗਿਆ ਸਾਡੇ ਕੋਲ, ਅਸੀਂ 1 ਵਾਰੀ ਲਿਖ ਲੈਣਾ, ਤੇ ਜਿਹੜਾ ਬਾਕੀ ਆ x ਤੇ ਜਮਾ +1 ਸਾਡੇ ਕੋਲ, ਇਹ ਵੀ ਅਸੀਂ 1 ਵਾਰੀ ਲਿਖ ਲੈਣਾ। ਤੇ 1 ਵਾਰੀ ਅਗੇਨ ਇਹਨੂੰ ਬਰਾਬਰ 0 ਕਰ ਦੇਣਾ, ਤੇ 1 ਵਾਰੀ ਇਹਨੂੰ ਬਰਾਬਰ 0 ਕਰ ਦੇਣਾ। ਇੱਥੋਂ ਸਾਡੇ ਕੋਲ ਪਹਿਲਾਂ 4 ਉਧਰਲੇ ਬੰਨੇ ਜਾਊਗਾ, ਇਹ ਮਾਈਨਸ ਦਾ ਸੀ ਜਮਾ ਦਾ ਹੋ ਗਿਆ। ਤੇ ਜਦੋਂ ਇਹ 2 ਅੱਖਰ ਗੁਣਾ ਹੁੰਦੇ ਹੋਣ ਤਾਂ ਉਧਰ ਜਾ ਕੇ ਇਹਨੇ ਤਕਸੀਮ ਹੋ ਕੇ ਤੁਹਾਡੇ ਕੋਲ 4/3 ਸਾਡੇ ਕੋਲ 1 0 ਆ ਜਾਏਗਾ, ਤੇ -1 1 0 ਆ ਜਾਏਗਾ। ਠੀਕ ਹੈ, ਸੋ ਸਾਡੇ ਕੋਲ ਸਿਫਰ ਕਿੰਨੇ ਆ ਗਏ 4/3 ਤੇ -1। ਕਲੀਅਰ। ਸੋ ਨੈਕਸਟ ਸਾਡੇ ਕੋਲ ਅਸੀਂ ਜਾਂਚ ਕਰਨੀ। ਸੋ ਜਾਂਚ ਸਾਡੇ ਕੋਲ ਆਊਗੀ ਕਿ ਪਹਿਲਾ ਹੈ ਸਿਫਰਾਂ ਦਾ ਜੋੜ। ਹੁਣ ਸਿਫਰਾਂ ਦਾ ਜੋੜ ਕਿੰਨਾ ਸਾਡੇ ਕੋਲ -x ਦਾ ਗੁਣਾਂਕ ਤੇ ਬਟਾ x² ਦਾ ਗੁਣਾਂਕ। ਠੀਕ ਹੈ, ਕਲੀਅਰ। ਹੁਣ ਸਾਡੇ ਕੋਲ ਜਿਹੜੀ ਰਕਮ ਸੀਗੀ ਉਹ ਸੀਗੀ 3x² -x -4। ਹੁਣ ਦੇਖੋ x ਦਾ ਗੁਣਾਂਕ ਕਿੰਨਾ ਸਾਡੇ ਕੋਲ, x ਦੇ ਮੂਹਰੇ ਕਿੰਨਾ ਵਾ -1। ਪਹਿਲਾਂ ਤਾਂ ਇੱਕ ਫਾਰਮੂਲੇ ਵਾਲਾ ਮਾਈਨਸ ਆਊਗਾ, ਫਿਰ x ਦੇ ਮੂਹਰੇ ਗੁਣਾਂਕ ਕਿੰਨਾ ਵਾ -1, ਇਹ ਮੈਂ ਇਦਾਂ ਲਿਖ ਦੂੰਗਾ, ਬਟਾ x² ਦਾ ਗੁਣਾਂਕ ਕਿੰਨਾ ਵਾ 3। ਸੋ ਮੇਰੇ ਕੋਲ ਇੱਥੇ 3 ਆ ਜਾਏ। ਹੁਣ ਇਹਨਾਂ ਦੋਵਾਂ ਨੂੰ ਮੈਂ ਜੋੜਨਾ ਵਾ, 4/3 ਜਮਾ -1। ਸੋ ਪਹਿਲਾਂ ਤਾਂ ਇਹ ਮੈਨੂੰ ਬ੍ਰੈਕਟ ਪਾਉਣੀ ਪਏਗੀ, 2 ਸਾਈਨ ਇਕੱਠੇ ਆ ਗਏ ਆ। ਸੋ ਹੁਣ ਦੇਖੋ ਮਾਈਨਸ ਨਾਲ ਗੁਣਾ ਹੋ ਕੇ ਸਾਡੇ ਕੋਲ ਕਿੰਨਾ ਆ ਜਾਏਗਾ, ਜਮਾ ਦਾ 1/3 ਰਹਿ ਜਾਏਗਾ। ਹੁਣ ਇੱਧਰ ਸਾਡੇ ਕੋਲ ਪਲੱਸ ਮਾਈਨਸ ਨਾਲ ਗੁਣਾ ਹੋ ਕੇ ਕਿੰਨਾ ਆ ਜਾਏਗਾ, ਕਲੀਅਰ। ਹੁਣ ਉਦੋਂ ਬਾਅਦ ਸਾਡੇ ਕੋਲ ਦੇਖੋ, ਹੁਣ ਇਹ ਅਸੀਂ ਅੱਗੇ ਵੀ ਕੀਤਾ ਹੋਇਆ ਸੀ ਵੀ ਅਸੀਂ ਕ੍ਰਾਸ ਮਲਟੀਪਲਾਈ ਕਰਦੇ ਸੀ, ਪਰ ਇੱਥੇ ਸਾਡੇ ਕੋਲ ਕੁਛ ਹੈ ਨਹੀਂਗਾ। ਹੁਣ ਜਿੱਥੇ ਕੁਛ ਨਹੀਂ ਹੈਗਾ ਤਾਂ ਅਸੀਂ ਆਪਣੇ ਕੋਲੋਂ 1 ਪਾ ਸਕਦੇ ਹਾਂ। ਇਹਨੂੰ ਇਹਨਾਂ ਗੁਣਾ ਕੀਤਾ
4 ਆ ਜਾਊਗਾ, ਇਹਨੂੰ ਇਹਨਾਂ ਗੁਣਾ ਕੀਤਾ 3 ਆ ਜਾਊਗਾ, ਪਰ ਵਿੱਚ ਜਿਹੜਾ ਸਾਈਨ ਆ ਉਹ ਐਜ਼ ਇਟ ਇਜ਼ ਪਾ ਦਾਂਗੇ ਤੇ ਓਵਰ ਸਾਡੇ ਕੋਲ ਆ ਜਾਊਗਾ ਇਹਨੂੰ ਇਹਨਾਂ ਗੁਣਾ ਕਰਕੇ 3 ਆ ਜਾਏਗਾ। ਤਾਂ ਸਾਡੇ ਕੋਲ 1/3 ਆ ਗਿਆ। ਹੁਣ ਇੱਧਰ ਵੀ 4 ਚੋਂ 3 ਕੱਟੇ ਗਏ, 1/3 ਬਰਾਬਰ 1/3 ਤੇ ਜੋ ਕਿ ਸਹੀ ਹੈ। ਇਹਦਾ ਮਤਲਬ ਸਾਡੀ ਇਹ ਪਹਿਲੀ ਜਾਂਚ ਜਿਹੜੀ ਹੋ ਗਈ ਹੈ। ਸੋ ਦੂਜਾ ਸਾਡੇ ਕੋਲ ਕੀ ਹੈ, ਸਿਫਰਾਂ ਦੀ ਗੁਣਾ। ਹੁਣ ਸਿਫਰਾਂ ਦੀ ਗੁਣਾ ਕਿੱਦਾਂ ਕਰਾਂਗੇ ਅਸੀਂ, ਉਹਦੇ ਵਿੱਚ ਸਾਡੇ ਕੋਲ ਸੀਗਾ ਫਾਰਮੂਲਾ ਅਚਲ ਪਦ ਬਟਾ x ਸਕੁਅਰ ਦਾ ਗੁਣਾਂਕ। ਠੀਕ ਹੈ, ਕਲੀਅਰ। ਸੋ x ਸਕੁਅਰ ਦਾ ਹੁਣ ਗੁਣਾ ਕੀ ਕਰਾਂਗੇ, ਸਾਡੇ ਕੋਲ ਕਿੰਨਾ ਵਾ 4/3 ਤੇ -1, 4/3 ਗੁਣਾ -1 ਬਰਾਬਰ ਅਚਲ ਪਦ ਕਿੰਨਾ ਵਾ ਸਾਡੇ ਕੋਲ -4। ਸੋ ਇੱਥੇ ਆ ਜਾਏਗਾ -4 ਬਟਾ x ਸਕੁਅਰ ਦਾ ਗੁਣਾਂਕ ਕਿੰਨਾ ਸਾਡੇ ਕੋਲ 3। ਸੋ ਇੱਥੇ ਆ ਜਾਊਗਾ 3। ਤੁਸੀਂ ਦੇਖੋ ਹੁਣ 4 ਨੂੰ 1 ਨਾਲ ਗੁਣਾ ਕੀਤਾ ਸਾਡੇ ਕੋਲ 4 ਹੀ ਆ ਜਾਏਗਾ, ਪਰ ਆ ਮਾਈਨਸ ਵਾ, ਸੋ ਇੱਥੇ ਆ ਜਾਊਗਾ -4/3 ਤੇ ਇੱਧਰ ਤਾਂ ਪਹਿਲਾਂ ਹੀ ਸਾਡੇ ਕੋਲ -4/3 ਜੋ ਕਿ ਸਹੀ ਹੈ। ਠੀਕ ਹੈ, ਜਾਂ ਸੱਚ ਹੈ। ਸੋ ਜਾਂਚ ਹੋ ਗਈ ਹੈ। ਸੋ ਇੱਥੇ ਸਾਡਾ ਜਿਹੜਾ ਸਵਾਲ ਆ ਉਹ ਜਿਹੜਾ ਕੰਪਲੀਟ ਹੋ ਜਾਂਦਾ ਵਾ। ਸੋ ਉਮੀਦ ਆ ਤੁਹਾਨੂੰ ਫਸਟ ਪਾਰਟ ਸਾਰਾ ਕੰਪਲੀਟਲੀ ਸਮਝ ਆਇਆ ਹੋਵੇਗਾ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਮੈਨੂੰ ਫਿਰ ਕਮੈਂਟ ਕਰਕੇ ਦੱਸ ਸਕਦੇ ਆ ਕਿ ਸਾਨੂੰ ਇਹ ਪ੍ਰੋਬਲਮ ਆ, ਤਾਂ ਮੈਂ ਉੱਤੇ ਪਰਟੀਕੂਲਰ ਉਸ ਸਮ ਤੇ ਜਾਂ ਉਹਦੇ ਨਾਲ ਦਾ ਕੋਈ ਸਮ ਆਪਣੇ ਕੋਲੋਂ ਲੱਭ ਕੇ ਜਾਂ ਕਿਸੇ ਬੁੱਕ ਚੋਂ ਲੱਭ ਕੇ ਤੁਹਾਨੂੰ ਉਹ ਕਰਵਾ ਦੂੰਗਾ, ਤਾਂ ਕਿ ਤੁਹਾਨੂੰ ਜਿਹੜਾ ਉਹ ਹੋਰ ਕਲੀਅਰਲੀ ਚੰਗੀ ਤਰ੍ਹਾਂ ਸਮਝ ਲੱਗਦੀ। ਬਟ ਮੈਨੂੰ ਉਮੀਦ ਆ ਕਿ ਜਿੰਨਾ ਕੁ ਮੈਂ ਇੰਨਾ ਐਕਸਪਲੇਨੇਟਰੀ ਕਰਵਾਇਆ ਵਾ ਕਿ ਤੁਹਾਨੂੰ ਕਲੀਅਰਲੀ ਸਮਝ ਜਿਹੜਾ ਉਹ ਲੱਗ ਜਾਏਗਾ। ਹੁਣ ਅਸੀਂ ਫਰਦਰ ਨੈਕਸਟ ਸਮ ਕਰਦੇ ਹਾਂ। ਠੀਕ ਹੈ, ਸਾਡੇ ਕੋਲ 2.2 ਦਾ ਦੂਜਾ ਸਮ ਹੈ। ਹੁਣ ਦੇਖੋ ਸਾਡੇ ਕੋਲ ਜਿਹੜਾ ਦੂਜਾ ਸਮ ਉਹਦੇ ਵਿੱਚ ਲਿਖਿਆ ਕਿ ਇੱਕ 2 ਘਾਤੀ ਬਹੁਪਦ ਪਤਾ ਕਰੋ। ਅਸੀਂ ਇੱਕ 2 ਘਾਤੀ ਬਹੁਪਦ ਪਤਾ ਕਰਨਾ ਵਾ ਜਿਸ ਦੇ ਸਿਫਰਾਂ ਦਾ ਜੋੜ ਜਿਹੜਾ ਵਾ, ਮਤਲਬ ਸਿਫਰਾਂ ਦਾ ਜੋੜ ਜਿਹੜਾ ਵਾ ਉਹ 1/4 ਦਿੱਤਾ ਵਾ ਤੇ ਸਿਫਰਾਂ ਦਾ ਗੁਣਨਫਲ ਉਹ ਸਾਨੂੰ -1 ਦਿੱਤਾ। ਤੇ ਅਸੀਂ ਕਰਮਵਾਰ ਮਤਲਬ ਪਹਿਲਾ ਜਿਹੜਾ ਵਾ ਉਹ ਸਿਫਰਾਂ ਦਾ ਜੋੜ ਆ, ਦੂਜਾ ਜਿਹੜਾ ਵਾ ਸਿਫਰਾਂ ਦਾ ਹੀ ਗੁਣਨਫਲ ਹੈ। ਸਾਰੇ ਪਾਰਟ ਆ ਬੜੇ ਈਜ਼ੀ। ਮੈਂ ਤੁਹਾਨੂੰ ਬਹੁਤ ਇਹਨੂੰ 2-3 ਤਰੀਕਿਆਂ ਨਾਲ ਅਸੀਂ ਸਮ ਕਰ ਸਕਦੇ, ਬਟ ਮੈਂ ਤੁਹਾਨੂੰ ਸਿੰਪਲੈਸਟ ਵੇ ਨਾਲ ਕਰਵਾਉਂਗਾ ਜਿਹਨਾਂ ਤੁਹਾਡਾ ਜਲਦੀ ਤੋਂ ਜਲਦੀ ਜਿਹੜਾ ਸਮ ਆ ਉਹ ਸੋਲਵ ਹੋ ਜਾਵੇ ਤੇ ਸਾਡੇ ਜਿਹੜੇ ਨੰਬਰ ਉਹ ਸਹੀ ਰਹਿਣ। ਠੀਕ ਹੈ, ਸੋ ਮੈਂ ਇਹਨੂੰ ਲਿਖ ਦਿੰਦਾ ਇੱਥੇ। ਸੋ ਸਾਡੇ ਕੋਲ ਜਿਹੜਾ ਪਹਿਲਾਂ ਇਨਫੋਰਮੇਸ਼ਨ ਦਿੱਤੀ ਆ ਪਹਿਲੇ ਪਾਰਟ ਦੇ ਵਿੱਚ, ਪਹਿਲੇ ਦੇ ਵਿੱਚ ਕਿ ਸਿਫਰਾਂ ਦਾ ਜੋੜ ਕਿੱਦਾਂ ਵਾ ਸਾਡੇ ਕੋਲ, ਉਹ ਸਾਡੇ ਕੋਲ ਹੈ 1/4। ਠੀਕ ਹੈ, ਹੁਣ ਉਦੋਂ ਬਾਅਦ ਸਾਡਾ ਦੂਜਾ ਕੀ ਦਿੱਤਾ ਹੋਇਆ ਵਾ, ਸਿਫਰਾਂ ਦਾ ਗੁਣਨਫਲ, ਉਹ ਸਾਡੇ ਕੋਲ ਕਿੰਨਾ ਆ ਜਾਊਗਾ, ਦੈਟ ਇਜ਼ ਇਕੁਅਲ ਟੂ -1 ਦਿੱਤਾ। ਕਲੀਅਰ। ਹੁਣ ਅਸੀਂ ਇਹਨੂੰ ਕਿੱਦਾਂ ਕਰਾਂਗੇ, ਅਸੀਂ ਇੱਕ 2 ਘਾਤੀ ਬਹੁਪਦ ਪਤਾ ਕਰਨਾ। ਠੀਕ ਹੈ, 2 ਘਾਤੀ ਬਹੁਪਦ ਪਤਾ ਕਰਨਾ। ਹੁਣ 2 ਘਾਤੀ ਬਹੁਪਦ ਅਸੀਂ ਪਤਾ ਕਰਾਂਗੇ ਜਿਹਦੇ ਇਹ ਸਿਫਰ ਹੋਣਗੇ। ਕਰਨ ਦਾ ਤਰੀਕਾ ਦੇਖ ਲਓ। ਦੇਖੋ ਅਸੀਂ ਸਿੰਪਲੀ ਸਿਫਰਾਂ ਦਾ ਜੋੜ ਸਾਨੂੰ 1/4 ਦਿੱਤਾ। ਮੈਂ ਕਹਿੰਦਾ ਕਿ ਤੁਸੀਂ ਇਹਨੂੰ S ਮੰਨ ਲਓ, ਇੱਕ ਫਾਰਮੂਲਾ ਲਿਖ ਦੇਣਾ। S ਮਤਲਬ ਇੰਗਲਿਸ਼ ਸਮ ਹੁੰਦਾ ਵਾ, S ਬਰਾਬਰ ਸਿਫਰਾਂ ਦਾ ਜੋੜ ਮਤਲਬ 1/4 ਤੇ P ਦਾ ਮਤਲਬ ਹੁੰਦਾ ਵਾ, S ਦਾ ਮਤਲਬ ਹੁੰਦਾ ਵਾ ਸਮ, ਜਿਹਨੂੰ ਪੰਜਾਬੀ 'ਚ ਜੋੜ ਕਹਿੰਦੇ ਆ। P ਦਾ ਮਤਲਬ ਹੁੰਦਾ ਵਾ ਪ੍ਰੋਡਕਟ। ਠੀਕ ਹੈ, ਤੇ ਜਿਹਨੂੰ ਪੰਜਾਬੀ ਦੇ ਵਿੱਚ ਗੁਣਾ ਕਹਿ ਸਕਦੇ ਹਾਂ ਅਸੀਂ। ਸੋ ਇਸ ਕਰਕੇ ਮੈਂ ਇਹਦਾ ਨਾਮ P ਪਾਇਆ। ਠੀਕ ਹੈ, ਇਹ ਜਦੋਂ ਹੋ ਗਿਆ ਉਦੋਂ ਬਾਅਦ ਤੁਸੀਂ 2 ਘਾਤੀ ਬਹੁਪਦ ਦੇਖੋ ਕਿੱਦਾਂ ਲਿਖੋਗੇ। ਤੁਸੀਂ ਕਹੋਗੇ ਕਿ x ਸਕੁਅਰ ਮਾਈਨਸ sx ਪਲੱਸ p ਲਿਖ ਦੇਣਾ ਵਾ ਤੇ ਇਹਨੂੰ ਹੱਲ ਕਰ ਲੈਣਾ ਤੁਸੀਂ। ਹੁਣ ਦੇਖੋ x ਸਕੁਅਰ ਕਿੰਨਾ ਸਾਡੇ ਕੋਲ, x ਸਕੁਅਰ ਤਾਂ ਇੱਧਰ ਰਹਿ ਜਾਊਗਾ, s ਕਿੰਨਾ ਵਾ 1/4, ਇੱਥੇ ਆ ਜਾਊਗਾ -1/4 x ਆ ਜਾਏਗਾ, ਫਿਰ ਪਲੱਸ p ਕਿੰਨਾ ਸਾਡੇ ਕੋਲ -1। ਸੋ ਅਸੀਂ ਇੱਥੇ ਲਿਖ ਦਾਂਗੇ -1, ਪਰ 2 ਸਾਈਨ ਇਕੱਠੇ ਨਹੀਂ ਪਾ ਸਕਦੇ, ਇਹਨੂੰ ਮੈਂ ਬ੍ਰੈਕਟ ਪਾ ਦੂੰ। ਹੁਣ ਅੱਗੇ ਦੇਖੋ ਮੈਂ ਇਹਨੂੰ ਅੱਗੇ ਸੋਲਵ ਕਰੂੰਗਾ, x ਸਕੁਅਰ ਮਾਈਨਸ x 1 ਨਾਲ ਗੁਣਾ ਹੋ ਕੇ ਤਾਂ x ਹੀ ਆ ਜਾਏਗਾ ਬਟਾ 4 ਪਲੱਸ ਮਾਈਨਸ ਹੋ ਜਾਏਗਾ, ਇੱਥੇ ਆ ਜਾਓ -1। ਠੀਕ ਹੈ, ਵੈਸੇ ਤਾਂ ਅਸੀਂ ਆ ਵੀ ਬਹੁਪਦ ਲਿਖ ਸਕਦੇ ਹਾਂ, ਬਟ ਇੱਥੇ ਇੱਕ ਅਸੀਂ LCM ਲੈ ਸਕਦੇ ਹਾਂ ਕਿ ਜਿਹੜਾ ਇਹ 4 ਵਾ ਨਾ, ਤੁਸੀਂ ਕੀ ਕਰਨਾ ਵਾ ਕਿ ਇਹਦੇ ਥੱਲੇ 4 ਨਹੀਂ ਹੈਗਾ, ਇਹਦੇ ਥੱਲੇ ਜਾਂ ਤੁਸੀਂ ਇਹਨੂੰ ਕਿੰਨਾ ਗੁਣਾ ਕਰੋਗੇ ਕਿ 4 ਖਤਮ ਹੋ ਜਾਵੇ। ਅਸੀਂ ਕੀ ਲਿਖਾਂਗੇ ਕਿ ਇਹ 4 ਨੂੰ ਇੱਧਰ ਵੀ ਗੁਣਾ ਕਰ ਦਾਂਗੇ, ਇੱਧਰ ਵੀ ਗੁਣਾ ਕਰ ਦਾਂਗੇ, ਸਾਡੇ ਕੋਲ ਆ ਜਾਏਗਾ ਸਿੰਪਲੀ। ਵੈਸੇ ਤਾਂ ਇਹਦਾ LCM ਵੀ ਲੈ ਸਕਦੇ, ਮੈਂ ਤਰੀਕਾ ਵੀ ਦੱਸ ਦਿੰਦਾ ਕਿ ਤੁਸੀਂ ਇਦਾਂ ਦਾ ਅੱਖਰ ਗੁਣਾ ਕਰੋ ਕਿ ਇਹ ਕੱਟਿਆ ਜਾਵੇ। ਠੀਕ ਹੈ, ਸੋ ਇਹ ਸਮਝਣ ਵਾਲੀ ਚੀਜ਼ ਹੈ। ਵੈਸੇ ਸਾਡੇ ਕੋਲ ਇਹ 2 ਘਾਤੀ ਬਹੁਪਦ ਜਿਹੜਾ ਅਸੀਂ ਲੱਭਣਾ ਸੀ ਉਹ ਆ ਚੁੱਕਾ ਵਾ, ਬਟ ਥੋੜਾ ਜਿਹਾ ਕਲੀਅਰਲੀ ਦੇਖ ਲਓ। ਤੁਸੀਂ ਜੇ ਇਹਨੂੰ ਗੁਣਾ ਕਰ ਦੋਗੇ, ਜਿੱਦਾਂ ਇਹਦਾ ਅੱਗੇ ਸਮ ਕਰਾਂਗੇ ਸਾਨੂੰ ਸਮਝ ਲੱਗ ਜਾਊਗੀ। 4x ਸਕੁਅਰ ਆ ਗਿਆ, ਇੱਥੇ ਤਾਂ 4 ਹੈਗਾ, ਉੱਪਰ ਇੱਦਾਂ ਹੀ ਰਹਿ ਜਾਏਗਾ। ਹੁਣ ਇੱਥੇ 4 ਥੱਲੇ ਨਹੀਂ ਹੈਗਾ, ਸੋ ਇਹਨੂੰ -4 ਨਾਲ ਤੁਸੀਂ ਗੁਣਾ ਕਰ ਦੋਗੇ ਤੇ ਸਾਡੇ ਕੋਲ ਇਹਨਾਂ ਸਾਰਿਆਂ ਦੇ ਥੱਲੇ
4 ਆ ਜਾਏਗਾ। ਠੀਕ ਹੈ, ਹੁਣ ਅਸੀਂ ਲਿਖਾਂਗੇ ਲੋੜੀਂਦਾ ਦੋ ਘਾਤੀ ਬਹੁਪਦ ਸਾਡੇ ਕੋਲ ਕਿਹੜਾ ਆ ਜਾਏਗਾ, ਦੋ ਘਾਤੀ ਬਹੁਪਦ। ਅਸੀਂ ਆਹ 4 ਨੂੰ ਸਕਿਪ ਕਰਕੇ ਜੋ ਉੱਪਰ ਬਣਿਆ ਕਰੂਗਾ ਉਹ ਅਸੀਂ ਲਿਖ ਦਿਆ ਕਰਨਾ, 4x² ਮਾਈਨਸ x ਮਾਈਨਸ 4 ਹੈ। ਬੜਾ ਹੀ ਸਿੰਪਲ ਸਾਡਾ ਸਮ ਆ, ਜੇ ਅਸੀਂ ਇਸ ਫਾਰਮੂਲੇ ਦਾ ਕਰ ਲਈਏ ਈਜ਼ੀਲੀ। ਜਿਵੇਂ ਮੈਂ ਦੇਖੋ ਹੁਣ ਦੂਜਾ ਸਮ ਕਰਾਉਣਾ ਤੁਹਾਨੂੰ, ਬੜੀ ਈਜ਼ੀਲੀ ਤੁਹਾਨੂੰ ਇਹ ਸਮਝ ਲੱਗ ਜਾਏਗਾ ਜਦੋਂ ਨੈਕਸਟ ਸਮ ਕਰਾਂਗੇ ਕਿ ਸਾਡੇ ਕੋਲ s ਕੀ ਮੰਨ ਲੈਣਾ ਅਸੀਂ, ਸਿਫਰਾਂ ਦਾ ਜੋੜ। ਉਹ ਸਾਡੇ ਕੋਲ ਕਿੰਨਾ ਵਾ, √2 ਸਾਡੇ ਕੋਲ ਦਿੱਤਾ ਹੋਇਆ, ਦੇਖੋ ਧਿਆਨ ਨਾਲ ਸਵਾਲ ਦੇਖ ਲਓ, √2 ਤੇ 1/3 ਸਿਫਰਾਂ ਦਾ ਗੁਣਨਫਲ। ਹੁਣ ਸਿਫਰਾਂ ਦਾ ਜਿਹੜਾ p ਮੰਨਦੇ ਅਸੀਂ, ਸਿਫਰਾਂ ਦਾ ਗੁਣਨਫਲ, ਉਹ ਸਾਡੇ ਕੋਲ ਕਿੰਨਾ ਵਾ, 1/3। ਕਲੀਅਰਲੀ ਠੀਕ ਹੈ। ਹੁਣ ਦੇਖੋ ਸੇਮ ਅਸੀਂ ਉਹੀ ਚੀਜ਼ ਕਰਾਂਗੇ, x² ਮਾਈਨਸ sp ਸੌਰੀ sx ਤੇ ਪਲੱਸ p। ਹੁਣ x² ਇੱਦਾਂ ਰਹੇਗਾ, ਮਾਈਨਸ s ਕਿੰਨਾ ਸਾਡੇ ਕੋਲ, √2 ਨਾਲ ਕੀ ਹੈ x ਤੇ ਪਲੱਸ 1/3, ਇੱਥੇ ਆ ਜਾਊਗਾ ਪਲੱਸ 1/3। ਹੁਣ ਦੇਖੋ ਇਹ ਜਿਹੜਾ 3 ਨੀਚੇ ਆਇਆ ਵਾ, ਹੁਣ ਅਸੀਂ ਕੀ ਕਰਾਂਗੇ, ਇਹ 3 ਤਾਂ ਨੀਚੇ ਪਾ ਦਾਂਗੇ, ਹੁਣ 3 ਇਹਦੇ ਥੱਲੇ ਵੀ ਹੈ ਨਹੀਂ, 3 ਇਹਦੇ, ਸੋ 3 ਇੱਥੇ ਵੀ ਲੱਗ ਜਾਏਗਾ, 3 ਇੱਥੇ ਵੀ ਲੱਗ ਜਾਏਗਾ, ਤੇ ਇੱਥੇ ਹੈਗਾ ਵਾ, ਸੋ ਇੱਥੇ ਜਮਾ 1 ਹੀ ਰਹਿ ਜਾਏਗਾ। ਸੋ ਨੇ ਸਾਡੇ ਕੋਲ ਕੀ ਆ ਜਾਏਗਾ, ਲੋੜੀਂਦਾ ਸਾਡਾ ਜਿਹੜਾ ਬਹੁਪਦ ਆ ਜਾਏਗਾ, ਲੋੜੀਂਦਾ ਦੋ ਘਾਤੀ, ਸੋ ਲੋੜੀਂਦਾ ਦੋ ਘਾਤੀ ਬਹੁਪਦ ਸਾਡੇ ਕੋਲ ਜਿਹੜਾ ਆ ਜਾਏਗਾ ਉਹ ਕਿੰਨਾ ਆਏਗਾ, 3x² ਮਾਈਨਸ 3 √2x ਜਮਾ 1। ਕਲੀਅਰਲੀ ਮੇਰੇ ਸਾਹਮਣੇ ਦਾ ਈਜ਼ੀਲੀ ਸਮਝ ਲੱਗ ਜਾਏਗਾ, ਬਹੁਤ ਹੀ ਜ਼ਿਆਦਾ ਈਜ਼ੀ ਸਮ ਆ। ਹੁਣ ਧਿਆਨ ਨਾਲ ਦੇਖਣਾ, ਸਾਡੇ ਕੋਲ ਅਗਲਾ ਸਮ ਹੈ 0 ਤੇ √5। ਠੀਕ ਹੈ, ਸੋ ਅਗਲਾ ਸਮ ਦੇਖੋ ਸਾਡੇ ਕੋਲ ਹੈ ਕਿ ਸਿੰਪਲੀ ਸਾਡੇ ਕੋਲ ਜਿਹੜਾ ਅਗਲਾ ਸਮ ਹੈ ਉਹਦੇ ਵਿੱਚ ਦੇਖੋ ਲਿਖਿਆ ਹੋਇਆ ਕਿ ਸਾਡੇ ਕੋਲ ਜਿਹੜਾ ਸਿਫਰਾਂ ਦਾ ਜੋੜ ਆ 0 ਆ ਤੇ ਗੁਣਨਫਲ √5 ਵਾ। ਸੋ ਦੇਖੋ ਮੈਂ ਲਿਖਿਆ s ਸਿਫਰਾਂ ਦਾ ਜੋੜ ਬਰਾਬਰ 0 ਆ ਤੇ p ਸਿਫਰਾਂ ਦੀ ਗੁਣਾ ਜਿਹੜੀ ਆ ਉਹ √5 ਆ। ਸੇਮ ਉਹੀ ਫਾਰਮੂਲਾ, x² ਮਾਈਨਸ sx ਪਲੱਸ p, x² ਇੱਦਾਂ ਹੀ ਰਹਿ ਗਿਆ, ਮਾਈਨਸ ਇੱਦਾਂ ਹੀ ਰਹਿ ਗਿਆ, s ਦੀ ਵੈਲਿਊ 0 ਸੀਗੀ, ਸੋ s 0x ਆ ਗਿਆ, 0x ਪਲੱਸ p ਕਿੰਨਾ ਸਾਡੇ ਕੋਲ √5, ਅਸੀਂ ਵਰਗਮੂਲ 5 ਇੱਥੇ ਫਿਲ ਕਰਤਾ। ਹੁਣ ਆ ਜਿਹੜਾ 0x ਆ ਇਹ ਲਿਖਣ ਦੀ ਲੋੜ ਨਹੀਂ, ਸੋ ਮੈਂ ਇਹ ਸਕਿਪ ਕਰਤਾ, x² ਪਲੱਸ √5। ਸਿੰਪਲੀ ਸਾਡਾ ਜਿਹੜਾ ਵਾ ਲੋੜੀਂਦਾ ਦੋ ਘਾਤੀ ਬਹੁਪਦ ਉਹ ਆ ਗਿਆ, ਵੈਰੀ ਈਜ਼ੀ। ਸੋ ਇਹਦੇ ਵਿੱਚ ਕੋਈ ਵੀ ਓਵਰ ਦੇ ਵਿੱਚ ਨਹੀਂ ਆਇਆ ਸੀ, ਸਾਨੂੰ ਕੁਝ ਕਰਨਾ ਹੀ ਨਹੀਂ ਪਿਆ। ਸੋ ਸਿੰਪਲੀ ਅਗਲਾ ਸਵਾਲ ਵੀ ਸਾਡਾ ਇਦਾਂ ਦਾ ਹੀ ਹੈ ਬਿਲਕੁਲ। ਚੌਥਾ ਕਿ s ਜਿਹੜਾ ਵਾ ਉਹ ਸਿਫਰਾਂ ਦਾ ਜਿਹੜਾ ਜੋੜ ਆ ਉਹ ਸਾਡੇ ਕੋਲ 1 ਆ ਗਿਆ, p ਜਿਹੜਾ ਵਾ ਸਿਫਰਾਂ ਦੀ ਜਿਹੜੀ ਗੁਣਾ ਵਾ ਉਹ ਸਾਡੇ ਕੋਲ 1 ਆ ਗਈ। ਸੋ ਸਾਡੇ ਕੋਲ ਸਿੰਪਲ x² ਮਾਈਨਸ sx ਪਲੱਸ p। ਸੋ ਧਿਆਨ ਦੇਖਣਾ, x² ਮਾਈਨਸ sx ਪਲੱਸ p ਆ ਗਿਆ, ਸੋ x² ਇੱਦਾਂ ਹੀ ਰਹੇਗਾ, s ਕਿੰਨਾ ਸਾਡੇ ਕੋਲ 1, ਸੋ ਮਾਈਨਸ 1x ਪਲੱਸ p ਕਿੰਨਾ ਉਹ ਵੀ 1। ਸੋ 1 ਤਾਂ ਲਿਖਣ ਦੀ ਲੋੜ ਨਹੀਂ ਹੁੰਦੀ, ਸਾਡੇ ਕੋਲ ਆ ਜਾਏਗਾ x², ਜੇ x ਦੇ ਮੂਹਰੇ ਆ ਤਾਂ ਕੱਲਾ x ਪਾ ਦਾਂਗੇ ਪਲੱਸ 1। ਸੋ ਸਾਡਾ ਲੋੜੀਂਦਾ ਦੋ ਘਾਤੀ ਬਹੁਪਦ ਜਿਹੜਾ ਸਾਡੇ ਕੋਲ ਆ ਜਾਏਗਾ ਉਹ ਆ ਜਾਏਗਾ x² ਮਾਈਨਸ x ਪਲੱਸ 1 ਹੈ। ਕਲੀਅਰ। ਸੋ ਅਗਲਾ ਸਮ ਸਾਡੇ ਕੋਲ ਓਵਰ ਦੇ ਵਿੱਚ ਵਾ, ਧਿਆਨ ਨਾਲ ਦੇਖਣਾ। ਸੋ ਸਾਡੇ ਕੋਲ ਮੈਂ ਸਿੰਪਲੀ ਫੇਰ ਲਿਖਾਂਗੇ, ਪੰਜਵਾਂ ਸਮ ਸਾਡੇ ਕੋਲ ਹੈ ਕਿ ਸਿਫਰਾਂ ਦਾ ਜੋੜ ਸਾਡੇ ਕੋਲ ਦੇਖੋ ਕਿੰਨਾ ਵਾ, ਉਹ ਹੈਗਾ ਵਾ, ਅਸੀਂ ਇਹਨੂੰ s ਮੰਨਦੇ ਹਾਂ ਤੇ ਬਰਾਬਰ ਕਿੰਨਾ ਆ ਜਾਏਗਾ, -1/4। ਤੇ ਸਿਫਰਾਂ ਦੀ ਜਿਹੜੀ ਗੁਣਾ ਵਾ, ਸਿਫਰਾਂ ਦੀ ਗੁਣਾ ਜਿਹੜੀ ਹੈ ਉਹ ਸਾਡੇ ਕੋਲ p ਹੈ ਤੇ ਉਹ ਅਸੀਂ ਕਿੰਨਾ ਮੰਨ ਲਿਆ, 1/4, ਕਿਉਂਕਿ ਇੱਥੇ ਮਾਈਨਸ ਦਾ ਵਾ ਇੱਥੇ ਜਮਾ। ਸੋ ਹੁਣ ਸੇਮ ਉਹੀ x² ਮਾਈਨਸ sx ਪਲੱਸ p। ਹੁਣ x² ਇੱਦਾਂ ਹੀ ਰਹੇਗਾ ਤੇ ਸਾਡੇ ਕੋਲ ਆ ਜਾਏਗਾ ਮਾਈਨਸ s ਕਿੰਨਾ ਵਾ, -1/4। ਸਾਡੇ ਕੋਲ ਜੋ -1/4 ਨਾਲ x ਆ ਜਾਏਗਾ। ਦੇਖੋ x² ਇੱਦਾਂ ਹੀ ਰਹਿ ਗਿਆ, ਫਿਰ ਫਾਰਮੂਲੇ ਵਾਲਾ ਮਾਈਨਸ, ਫਿਰ s ਦੀ ਵੈਲਿਊ ਸਾਡੇ ਕੋਲ -1/4 ਸੀ, ਨਾਲ x ਆ ਗਿਆ, ਪਲੱਸ ਆ ਜਾਏਗਾ ਤੇ p ਕਿੰਨਾ ਸਾਡੇ ਕੋਲ 1/4। ਹੁਣ ਧਿਆਨ ਨਾਲ ਦੇਖੋ, ਪਹਿਲਾਂ ਤਾਂ ਬ੍ਰੈਕਟ ਹਟਾਉਣੀ ਪੈਣੀ, ਮਾਈਨਸ ਮਾਈਨਸ ਨਾਲ ਗੁਣਾ ਹੋ ਕੇ ਕੀ ਬਣ ਜਾਏਗਾ, +1/4 x ਆ ਜਾਏਗਾ ਜਮਾ 1/4। ਹੁਣ ਤੁਸੀਂ ਦੇਖੋ ਇਹਨਾਂ ਦੋਨਾਂ ਦੇ ਥੱਲੇ 4 ਹੀ ਆ, ਸੋ ਅਸੀਂ ਨੀਚੇ 4 ਐਲਸੀਐਮ ਲੈ ਲੈਣਾ ਤੇ ਇਹ 4 ਇੱਥੇ ਨਹੀਂ ਹੈਗਾ, 4 ਉੱਪਰ ਗੁਣਾ ਕਰ ਦੇਣਾ, ਇੱਥੇ 4x² ਆ ਜਾਊਗਾ। ਠੀਕ ਹੈ, ਇਹਦੇ ਥੱਲੇ 4 ਹੈਗਾ ਵਾ, ਸੋ ਇਹ ਛੱਡ ਦਿਓ,
ਸੋ ਪਲੱਸ x ਹੀ ਰਹਿ ਜਾਏਗਾ। ਠੀਕ ਹੈ, ਬਾਕੀ ਤੁਸੀਂ ਐਲਸੀਐਮ ਲੈ ਸਕਦੇ ਜੇ ਤੁਹਾਨੂੰ ਆਉਂਦਾ। ਇੱਥੇ ਕੁਝ ਵੀ ਨਹੀਂ, ਮੈਂ ਸਿਰਫ ਸਿੰਪਲ ਵੇ ਦੱਸੀ ਆ ਕਿ ਕਿੱਦਾਂ ਸਾਰਿਆਂ ਨੂੰ ਟੈਕਲ ਅਸੀਂ ਕਰ ਸਕਦੇ ਹਾਂ। ਇਹਦੇ ਥੱਲੇ ਵੀ ਫੋਰਸ ਹੈਗਾ, ਲੋੜ ਹੀ ਨਹੀਂ, ਸੋ ਇਹ 1 ਹੀ ਰਹਿ ਜੇ। ਇੱਥੇ ਉੱਪਰਲੇ ਉੱਦਾਂ ਹੀ ਰਹਿ ਜਾਣਗੇ। 1x ਪਾਉਣ ਦੀ ਲੋੜ ਨਹੀਂ, ਮੈਂ ਇੱਥੇ 1 ਨਹੀਂ ਪਾਇਆ, ਸੋ 1 ਪਾਉਣ ਦੀ ਲੋੜ ਨਹੀਂ। ਇੱਥੇ ਥੱਲੇ ਨਹੀਂ ਸੀਗਾ, ਇੱਥੇ ਅਸੀਂ 4 ਨਾਲ ਗੁਣਾ ਕਰ ਲਾਂਗੇ। ਸੋ ਸਾਡੇ ਕੋਲ ਸਿੰਪਲੀ ਮੈਂ ਦੱਸਿਆ, ਇਹਨੂੰ ਇਗਨੋਰ ਕਰ ਦੇਣਾ, ਅਸੀਂ ਉੱਪਰਲੇ ਨੂੰ ਲਿਖ ਦੇਣਾ ਲੋੜੀਂਦਾ ਦੋ ਘਾਤੀ ਬਹੁਪਦ ਜਿਹੜਾ ਸਾਡੇ ਕੋਲ ਹੈ ਉਹ ਕਿੰਨਾ ਆ ਜਾਏਗਾ 4x ਸਕੁਅਰ ਜਮਾ x ਜਮਾ 1 ਹੈ। ਸੋ ਇਹ ਕਲੀਅਰਲੀ ਸਾਡਾ ਇੱਥੇ ਜਿਹੜਾ ਪੰਜਵਾਂ ਪਾਰਟ ਜਿਹੜਾ ਉਹ ਕੰਪਲੀਟ ਹੋ ਜਾਂਦਾ। ਸੋ ਅੱਗੇ ਅਸੀਂ ਕਰਦੇ ਹਾਂ ਛੇਵਾਂ ਪਾਰਟ। ਸੋ ਨੈਕਸਟ ਸਮ ਸਾਡੇ ਕੋਲ ਹੈ ਕਿ ਸਾਡੇ ਕੋਲ ਜੋ ਸਿਫਰਾਂ ਦਾ ਜੋੜ ਹੈ ਉਹ 4 ਵਾ ਤੇ ਗੁਣਨਫਲ 1 ਵਾ। ਸੋ ਜਿਵੇਂ ਕਿ ਮੈਂ ਇੱਥੇ ਕੀਤਾ ਹੋਇਆ ਕਿ ਸਿਫਰਾਂ ਦਾ ਜੋੜ ਸਾਡੇ ਕੋਲ ਅਸੀਂ s ਮੰਨਦੇ ਹਾਂ, ਉਹ ਸਾਡੇ ਕੋਲ 4 ਵਾ। ਸਿਫਰਾਂ ਦੀ ਗੁਣਾ ਜਿਹੜੀ ਉਹ p ਮੰਨਦੇ ਆ, ਉਹ 1 ਵਾ ਸਾਡੇ ਕੋਲ। ਸੇਮ ਅਸੀਂ ਉਹੀ ਫਾਰਮੂਲਾ ਲਿਖਿਆ, x ਸਕੁਅਰ ਉੱਦਾਂ ਹੀ ਮਾਈਨਸ ਉੱਦਾਂ ਹੀ ਲਿਖਿਆ ਅਸੀਂ। s ਜਿਹੜਾ ਵਾ ਸਾਡੇ ਕੋਲ 4 ਵਾ, ਸੋ ਅਸੀਂ 4 ਭਰਤਾ, ਨਾਲ x ਵਾ ਪਲੱਸ p ਆ ਤੇ p ਦੀ ਵੈਲਿਊ 1 ਆ। ਤੇ ਇਹਦੇ ਵਿੱਚ ਕੋਈ ਵੀ ਬਟੇ ਦੇ ਵਿੱਚ ਕੁਝ ਨਹੀਂ ਆਇਆ ਸੀ, ਸਿੰਪਲੀ ਸਾਡਾ ਲੋੜੀਂਦਾ ਦੋ ਘਾਤੀ ਬਹੁਪਦ x ਸਕੁਅਰ ਮਾਈਨਸ 4x ਜਮਾ 1 ਹੈ। ਸੋ ਇੱਥੇ ਤੱਕ ਸਾਡੀ ਜਿਹੜੀ ਆ 2.2 ਐਕਸਰਸਾਈਜ਼ ਜਿਹੜੀ ਆ ਉਹ ਕੰਪਲੀਟ ਹੋ ਜਾਂਦੀ ਹੈ। ਸੋ ਜਲਦ ਹੀ ਤੁਹਾਡੇ ਨਾਲ ਤੁਹਾਨੂੰ ਮਿਲਾਂਗੇ 2.3 ਐਕਸਰਸਾਈਜ਼ ਲੈ ਕੇ। ਬਹੁਤ ਬਹੁਤ ਧੰਨਵਾਦ। ਤੇ ਮੇਰਾ ਜਿਹੜਾ ਚੈਨਲ ਆ ਉਸ ਦੀ ਸਬਸਕ੍ਰਾਈਬ ਕਰ ਦਿਓ। ਹੋਰ ਬੱਚਿਆਂ ਦੇ ਨਾਲ ਜਿਹੜੇ ਤੁਹਾਡੇ ਦੋਸਤ ਆ ਉਹਨਾਂ ਦੇ ਨਾਲ ਸ਼ੇਅਰ ਕਰ ਦਿਓ। ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ। ਥੈਂਕ ਯੂ।